ਇਹ ਜਿਹੜੀ ਕਾਲਾ ਬਾਜ਼ਾਰੀ ਰਾਸ਼ਨ ਦੇ ਵਿੱਚ ਹੋ ਰਹੀ ਸੀ ਉਹ ਵਾਲੇ ਗਰੀਬਾਂ ਨੂੰ ਰਾਸ਼ਨ ਤੋਂ ਦੂਰ ਰੱਖਿਆ ਗਿਆ। ਜਿਹੜੇ ਏਸੀ ਵਾਲੇ ਗਰੀਬ ਸੀ, ਟਰੈਕਟਰਾਂ ਵਾਲੇ ਗਰੀਬ ਸੀ, ਵੱਡੀਆਂ ਕੋਠੀਆਂ ਵਾਲੇ ਗਰੀਬ ਸੀ। ਹੁਣ ਸੁਣਨ ਦੇ ਵਿੱਚ ਇਹ ਆ ਰਿਹਾ ਹੈ ਕਿ ਜਿਹੜੇ ਪੈਨਸ਼ਨ ਬੁਢਾਪਾ ਪੈਨਸ਼ਨ ਮਿਲਦੀ ਹੈ ਇੱਕ ਉਹਦੀ ਹੱਦ ਬੰਨ੍ਹ ਦਿੱਤੀ ਗਈ ਹੈ। ਜੇਕਰ 3 ਮਹੀਨੇ ਉਹ ਨਹੀਂ ਕਢਾਉਂਦੇ ਤਾਂ ਉਹ ਵਾਪਸ ਚਲੀ ਜਾਏਗੀ। ਇੱਕ ਜਗ੍ਹਾ ਤੇ 100 ਕੁਇੰਟਲ ਆਉਣੀ, 100 ਕੁਇੰਟਲ ਦੇ ਵਿੱਚੋਂ 30 ਜਾਂ 35 ਕੁਇੰਟਲ ਵੰਡੀ ਜਾ ਰਹੀ ਹੈ। ਜੇ ਮੰਨ ਲਓ ਕਿ ਬੰਦਾ ਹੈ ਹੀ ਨਹੀਂ ਹੈ, ਉਹਦੇ ਨਾਂ ਤੇ ਨੀਲਾ ਉਹਦੇ ਨਾਂ ਤੇ ਕਾਰਡ ਬਣਿਆ ਹੋਇਆ ਕਿ ਡਿਲੀਵਰੀ ਹੋਵੇ ਡੋਰ ਸਟੈਪ, ਚਾਹੇ ਰਾਸ਼ਨ ਦੀ ਹੋਵੇ ਤੇ ਚਾਹੇ ਹੋਵੇ ਪੈਨਸ਼ਨ ਦੀ, ਡੋਰ ਸਟੈਪ ਡਿਲੀਵਰੀ ਹੋਵੇ। ਇਹ ਸਾਡਾ ਅਲਟੀਮੇਟ ਏਮ ਹੈ ਕਿ ਲੋਕਾਂ ਨੂੰ ਲੈਣ ਜਾਣਾ ਨਾ ਪਵੇ। ਮੇਰੀ ਸੂਬੇ ਸਰਕਾਰ ਨੂੰ ਬੇਨਤੀ ਹੈ ਵੀ ਸੈਂਟਰ ਦੇ ਧੱਕਿਆਂ ਮੂਹਰੇ ਆਪਾਂ ਗੋਡੇ ਨਾ ਟੇਕੀਏ। ਇਹ ਜਿਹੜੀ ਗੱਲ ਹੈ ਇਹਨਾਂ ਦੇ ਨਾਲ ਜੇ ਅੱਜ ਉਹ ਕੱਟ ਲਾਉਂਦੇ ਨੇ ਨਾ ਸਾਡੇ ਇਸ ਦੇ ਅਨਾਜ ਤੇ, ਜਿਹੜਾ ਕਿ ਰਾਈਟ ਟੂ ਫੂਡ ਐਕਟ ਦੇ ਮੁਤਾਬਕ ਸਾਡਾ ਬਣਦਾ ਹੈ, ਉਹ ਤੇ ਇਹਨਾਂ ਨੂੰ ਪਹਿਰਾ ਵੀ ਦੇਣਾ। 3 ਮਹੀਨੇ ਬਾਅਦ ਸਰਕਾਰ ਨੇ ਉਸ ਪੈਨਸ਼ਨ ਤੇ ਡਾਕਾ ਹੀ ਮਾਰਨਾ ਤੇ ਫਿਰ ਉਹਨੂੰ ਦੇਣ ਦਾ ਕੋਈ ਫਾਇਦਾ ਨਹੀਂ। ਬੁਢਾਪਾ ਪੈਨਸ਼ਨ ਹੈ ਨਾ, ਉਹ ਜਿਹੜਾ ਬਜ਼ੁਰਗ ਹੈ ਉਹ ਨਹੀਂ ਮਹੀਨੇ ਦੇ ਮਹੀਨੇ ਜਾ ਕੇ ਲੈਣ ਜਾ ਸਕਦਾ। ਇੱਕ ਹੱਥ ਦੇਈ ਜਾਂਦੇ ਆ, ਦੂਜੇ ਹੱਥ ਲਈ ਜਾਂਦੇ ਆ। ਬਾਕੀ ਇਦਾਂ ਕਈ ਲੋਕਾਂ ਦੀ ਡੈਥ ਹੋ ਚੁੱਕੀ ਹੈ, ਲੇਕਿਨ ਸਟਿਲ ਅੱਜ ਵੀ ਪੈਨਸ਼ਨ ਜਾ ਰਹੀ ਹੈ, ਲੇਕਿਨ ਉਹ ਪੈਨਸ਼ਨ ਖਾ ਕੌਣ ਰਿਹਾ ਇਹ ਨਹੀਂ ਪਤਾ। ਇਹ ਮੰਨਿਆ ਜਾਂਦਾ ਕਿ ਜਿਹੜੀ ਬੀਬੀ ਇੱਕ ਦਫ਼ਤਰ ਦੇ ਵਿੱਚ ਲੱਗੀ ਹੋਈ ਕੰਮਕਾਜ ਕਰ ਸਕਦੀ ਹੈ ਤੇ ਉਹ 25-30 ਰੁਪਏ ਦਾ ਕਿਰਾਇਆ ਵੀ ਲੈ ਸਕਦੀ ਹੈ, ਪਰ ਇਹ ਸਹੂਲਤ ਨੇ ਪੰਜਾਬ ਰੋਡਵੇਜ਼ ਦਾ ਸਾਹ ਬਿਲਕੁਲ ਸੂਤ ਕੇ ਰੱਖ ਦਿੱਤਾ। ਪੰਜਾਬ ਰੋਡਵੇਜ਼ ਦਾ ਜਿਹੜਾ ਸਾਹ ਸੂਤੇ ਇਸ ਕਰਕੇ ਵੀ ਗਏ ਵੀ ਸਾਡੇ ਕੋਲੇ ਡਿਪੂਆਂ ਦੇ ਵਿੱਚ ਬੱਸਾਂ ਖੜੀਆਂ ਨੇ, ਡਰਾਈਵਰ ਅਸੀਂ ਉੱਥੇ ਡਰਾਈਵਰ ਕੰਡਕਟਰ ਨਹੀਂ ਉਹਦੇ ਡਿਪਲਾਈ ਕਰ ਪਾ ਰਹੇ। ਦੇਸ਼ ਦੇ ਇੱਕ ਰਸੂਖਦਾਰ ਵੱਡੇ ਨੇਤਾ ਦੇ ਮੁੰਡੇ ਦੀ ਕੰਪਨੀ ਰਾਤੋਂ ਰਾਤ ਦੁੱਗਣੀ ਤਿਗਣੀ ਨਹੀਂ ਕਈ 100 ਗੁਣਾ ਵੱਧ ਗਈ ਸੀ। ਜਿਹਦਾ ਬਿਜ਼ਨਸ ਹੀ ਨਹੀਂ ਹੈ, ਜਿਹਦੇ ਕੋਲ ਹੀ ਕੱਖ ਨਹੀਂ ਹੈਗਾ, ਔਰ ਜਿਹਦੀ ਦੁਹਾਈ ਪਾ ਕੇ ਤੁਸੀਂ ਲੋਕਾਂ ਨੇ ਰੌਲਾ ਪਾ ਕੇ ਇਲੈਕਸ਼ਨਾਂ ਜਿੱਤੀਆਂ, ਫਿਰ ਉਹ ਸਵਾਲ ਉੱਥੇ ਸੀਗਾ। ਉਹਦੇ ਇੱਕ ਬਿਜ਼ਨਸ ਚੱਲਦਾ ਪਿਆ, ਉਹਦੀ ਕੰਪਨੀ ਨੂੰ ਆਰਡਰ ਮਿਲ ਗਏ, ਉਹਦੀ ਟਰਨਓਵਰ ਵੱਧ ਗਈ। ਤੁਸੀਂ ਇਹ ਕਹਿੰਦੇ ਹੋ ਵੀ ਕਿਸੇ ਹੋਰ ਦੇ ਬਾਗ ਦੇ ਨਿੰਬੂਆਂ 'ਚ ਰਾਸੀ ਨਾ ਪਵੇ, ਉਹ ਨੁਚੜੇ ਦੇ ਨੁਚੜੀ ਰਹਿਣ। ਇਹ ਬਾਪ ਜੀ ਤੁਹਾਡੀ ਪਾਰਟੀ 92 ਐਮਐਲਏ ਦੀ ਬਣੀ ਹੈ ਕਿ 99 ਐਮਐਲਏ? ਜਿਹੜੇ ਫੜ ਕੇ ਅੰਦਰ ਦੇਤੇ ਲੋਕਾਂ ਦੇ ਨੁਮਾਇੰਦੇ ਤਾਂ ਰਹਿਣਗੇ ਨਾ ਜੀ। ਜਿਹੜੇ ਫੜ ਕੇ ਅੰਦਰ ਦੇਤੇ ਉਹ 400 ਲੋਕਾਂ ਦੇ ਨੁਮਾਇੰਦੇ ਦੇਣਗੇ। ਅਸੀਂ ਤਾਂ ਲੋਕਾਂ ਮੂਹਰੇ ਉਦਾਹਰਨ ਬਣਾਉਂਦੇ ਕਿ ਲੋਕਾਂ ਦੇ ਨਹੀਂ ਹੈ ਜੀ। ਹੁਣ ਸਰਕਾਰ ਦੇ ਨੁਮਾਇੰਦੇ ਨੇ, ਲੋਕਾਂ ਨੇ ਤੁਹਾਨੂੰ ਵੋਟ ਪਾਈ ਸੀ ਵੀ ਤੁਸੀਂ ਕਿਹਾ ਸੀ 24 ਘੰਟੇ ਕੰਮ ਹੋਣੇ ਸ਼ੁਰੂ ਹੋਣਗੇ। ਇਦਾਂ ਨਾ ਕਹੋ, ਪੁਰਾਣੀਆਂ ਰਿਕਾਰਡਿੰਗਾਂ ਤਾਂ ਕੰਮ ਹੋ ਰਹੀਆਂ। ਸਰਕਾਰ ਜੋ ਕੇਜਰੀਵਾਲ ਸਾਹਿਬ ਕਹਿੰਦੇ ਸੀਗੇ। ਸਤਿ ਸ਼੍ਰੀ ਅਕਾਲ। ਰੋਜ਼ਾਨਾ ਸਪੋਕਸਮੈਨ ਤੇ ਦੀ ਸਪੋਕਸਮੈਨ ਡਿਬੇਟ 'ਚ ਤੁਸੀਂ ਨਵਜੋਤ ਸਿੰਘ ਢਾਲੀਵਾਲ ਨਾਲ ਜੁੜੇ ਹੋ। ਅੱਜ ਜਿਸ ਮੌਜੂ ਤੇ ਚਰਚਾ ਮੁਨੱਕਦ ਕੀਤੀ ਹੈ ਬਹੁਤ ਅਹਿਮ ਹੈ, ਖਾਸ ਕਰਕੇ ਉਸ ਸੂਬੇ ਲਈ ਜਿਹਦੇ ਉੱਤੇ ਕਰਜ਼ੇ ਦੀ ਇੱਕ ਭਾਰੀ ਪੰਡ ਹੋਵੇ, ਇੱਕ ਸਰਕਾਰ ਜਿਨੇ ਜ਼ਿੰਮੇਵਾਰੀ ਚੱਕੀ ਹੋਵੇ ਕਿ ਅਸੀਂ ਪੰਜਾਬ ਨੂੰ ਕਰਜ਼ ਮੁਕਤ ਕਰਨਾ। ਹਾਲਾਂਕਿ ਚੱਕੀ ਪਹਿਲਾਂ ਕਾਂਗਰਸ ਦੀ ਸਰਕਾਰ ਨੇ ਵੀ ਸੀ, ਮਨਪ੍ਰੀਤ ਬਾਦਲ ਹੋਰੀ ਖਜ਼ਾਨੇ ਦੇ ਵਜ਼ੀਰ ਸੀ ਔਰ ਉਹਨਾਂ ਨੇ ਬਹੁਤ ਵਾਰੀ ਕਿਹਾ ਮੇਰੇ ਸਿਰ ਤੋਂ ਭਾਰ ਉਸ ਦਿਨ ਲਵੇਗਾ ਜਦੋਂ ਪੰਜਾਬ ਦੇ ਸਿਰ ਤੋਂ ਖਜ਼ਾਨੇ ਜਿਹੜਾ ਕਰਜ਼ਾ ਹੈ ਉਹਦਾ ਬੋਝ ਲੈ ਜਾਵੇਗਾ। ਪਰ ਉਹ ਲੈਣ ਦੀ ਬਜਾਏ ਵੱਧ ਜ਼ਰੂਰ ਗਿਆ ਤੇ ਇਹਦੇ ਪਿੱਛੇ ਬਹੁਤ ਸਾਰੇ ਕਾਰਨ ਰਹੇ। ਉਹਨਾਂ ਕਾਰਨ ਦੇ ਵਿੱਚੋਂ ਜਿਹੜੀਆਂ ਸਰਕਾਰਾਂ ਦੇ ਵੱਲੋਂ ਲੋਕਤੰਤਰ 'ਚ ਵੋਟ ਇਕੱਠੇ ਕਰਨ ਦੀ ਇੱਕ ਜਿਹੜਾ ਤੰਤਰ ਬਣਾਇਆ ਹੋਇਆ ਹੈ, ਮੁਫਤ ਸਹੂਲਤਾਂ ਦੇਣੀਆਂ, ਫ੍ਰੀ ਬੀਜ਼ ਦੀਆਂ, ਉਹ ਕਿਵੇਂ ਜਿਹੜਾ ਫਿਰ ਖਜ਼ਾਨੇ ਨੂੰ ਖੂੰਜੇ ਲਾਉਂਦੀਆਂ ਨੇ ਔਰ ਉਹ ਜਿਹੜੀਆਂ ਚੀਜ਼ਾਂ ਬਾਅਦ ਦੇ ਵਿੱਚੋਂ ਆਮ ਲੋਕਾਂ ਦੇ ਲਈ ਬਹੁਤ ਵੱਡੀ ਪਰੇਸ਼ਾਨੀ ਬਣਦੀਆਂ ਨੇ। ਅੱਜ ਉਸ ਵਿਸ਼ੇ ਤੇ ਚਰਚਾ ਕਰਾਂਗੇ ਔਰ ਇਸ ਵਿਸ਼ੇ ਦੇ ਉੱਤੇ ਇੱਕ ਖਾਸ ਪਹਿਲੂ ਇਹ ਨਿਕਲ ਕੇ ਸਾਹਮਣੇ ਆਇਆ ਕਿ ਜਿਹੜੇ ਰਾਸ਼ਨ ਲੈਂਦੇ ਸੀਗੇ ਨੀਲੇ ਕਾਰਡ ਤੇ ਜਾਂ ਪੀਲੇ ਕਾਰਡ ਤੇ, ਉਹ ਕਾਰਡ ਉਹ ਬੰਦੇ ਵੀ ਬਣਾਈ ਬੈਠੇ ਸੀ ਜਿਨ੍ਹਾਂ ਬੰਦਿਆਂ ਦੇ ਕੋਲੇ ਸਾਰਾ ਕੁਝ ਘਰੇ ਹੁੰਦਾ ਸੀ। ਹੁੰਦੇ ਸੁੰਦੇ ਰੱਜਦੇ ਪੁੱਜਦੇ ਪਰਿਵਾਰਾਂ ਨੇ ਵੀ ਮੁਫਤ ਵਾਲੀ ਕਣਕ ਲਈ, ਉਹਨਾਂ ਨੇ ਵੀ ਮੁਫਤ ਵਾਲਾ ਰਾਸ਼ਨ ਲਿਆ ਤੇ ਫਿਰ ਇਹਦਾ ਅਸਰ ਕਿੱਥੇ ਪਿਆ? ਜਿਨ੍ਹਾਂ ਨੂੰ ਮਿਲਣਾ ਸੀ ਕੀ ਫਿਰ ਉਹਨਾਂ ਤੱਕ ਇਹ ਸਹੂਲਤ ਫੇਰ ਨਹੀਂ ਪਹੁੰਚੀ? ਔਰ ਜੇਕਰ ਉਹਨਾਂ ਲੋਕਾਂ ਦੇ ਕਾਰਡ ਬਣੇ ਤਾਂ ਕਿਵੇਂ ਬਣੇ? ਕੌਣ ਉਹਨਾਂ ਨੂੰ ਬਣਾ ਗਿਆ? ਕੀ ਉਹ ਵੀ ਵੋਟ ਤੰਤਰ ਦੀ ਚਾਲ ਸੀ? ਸੋ ਇਸ ਵਿਸ਼ੇ ਤੇ ਚਰਚਾ ਕਰਨ ਲਈ ਸਾਡੇ ਨਾਲ ਆਏ ਹੋਏ ਮਹਿਮਾਨ, ਉਹਨਾਂ ਦਾ ਰਸਮੀ ਤਾਰੁਫ ਕਰਵਾਉਂਦੇ ਹੋਏ ਇਸਤਕਬਾਲ ਕਰਾਂਗੇ। ਸਾਡੇ ਨਾਲ ਹਬਾਬ ਗਰੇਵਾਲ ਸਾਹਿਬ ਨੇ। ਜਨਾਬ ਜੀਓ ਆਇਆਂ ਨੂੰ। ਕਾਂਗਰਸ ਤੋਂ ਸੁਖਦੇਵ ਸਿੰਘ ਜੀ ਤੁਹਾਡਾ ਸਵਾਗਤ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਹਰਜੀਤ ਭੁੱਲਰ ਸਾਹਿਬ ਨੇ। ਭੁੱਲਰ ਸਾਹਿਬ ਜੀਓ ਆਇਆਂ ਨੂੰ। ਚੇਤਨ ਜੋਸ਼ੀ ਸਾਹਿਬ ਬੀਜੇਪੀ ਤੋਂ ਤਸ਼ਰੀਫ ਲੈ ਕੇ ਆਏ ਜਨਾਬ, ਇਸਤਕਬਾਲ ਇਸ ਚਰਚਾ ਦੇ ਵਿੱਚ।
ਗਰੇਵਾਲ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਇੱਕ ਇਹ ਗੱਲ ਜਾਣਨੀ ਚਾਹੁੰਦਾ, ਜਿਹੜੇ ਇਹ ਕਾਰਡ ਕੱਟੇ ਗਏ ਆ ਕਿਸੇ ਨਾਲ ਨਜਾਇਜ਼ਤਾ ਨਹੀਂ ਹੋਈ, ਤੇ ਦੂਸਰੀ ਗੱਲ, ਜੇ ਲੋਕ ਪਿਛਲੇ ਲੰਮੇ ਸਮੇਂ ਤੋਂ ਇਸ ਤਰੀਕੇ ਦੇ ਨਾਲ ਸਾਰਾ ਕੁਝ ਹੁੰਦੇ ਸੁਣਦੇ ਹੋਏ ਵੀ ਜਿਹੜੇ ਕਿ ਇਸ ਦੇ ਹੱਕਦਾਰ ਨਹੀਂ ਸੀ ਉਹ ਚੀਜ਼ ਲੈ ਗਏ ਆ, ਤੇ ਉਹਨਾਂ ਤੋਂ ਕੀ ਇਹਦੀ ਉਗਰਾਹੀ ਵੀ ਕੀਤੀ ਜਾਏਗੀ? ਬਿਲਕੁਲ ਸਰ, ਦੇਖੋ ਇਸ ਤਰ੍ਹਾਂ ਮੈਂ ਥੋੜਾ ਇਹਦਾ ਬੈਕਗ੍ਰਾਉਂਡ ਦੇਵਾਂ। ਇਹ ਕੇਂਦਰ ਦੀ ਸਰਕਾਰ ਦੀ ਸਕੀਮ, ਇਹ ਜਿਹੜੇ ਕਾਰਡ ਬਣੇ ਹੋਏ ਸੀਗੇ ਕੇਂਦਰ ਵੱਲੋਂ, ਅਸੀਂ ਸੀਗਾ ਕੇਂਦਰ ਨੇ ਇੱਕ ਕੱਟ ਆਫ ਅਨਾਉਂਸ ਕਰਤੀ 1 ਕਰੋੜ 41 ਲੱਖ ਤੇ। ਅੱਜ ਇਹ ਕਟਾਰੂ ਜੱਜ ਸਾਹਿਬ ਤੋਂ ਜਾਣਕਾਰੀ ਲੈ ਕੇ ਆਏ ਜੀ ਕਿ ਅਸੀਂ ਇੱਕ ਸਰਵੇ ਕਰਾ ਰਹੇ ਹਾਂ ਜਿਹਦੇ ਚ ਅਸੀਂ ਇਹ ਦੇਖਣਾ ਚਾਹੁੰਦੇ ਸੀਗੇ ਕਿ ਕਿੰਨੇ ਕੁ ਕਾਰਡ ਸਹੀ ਨੇ, ਕਿੰਨੇ ਗਲਤ ਨੇ। ਜਿਵੇਂ ਤੁਸੀਂ ਆਪਣੀ ਇੰਟਰੋਡਕਸ਼ਨ 'ਚ ਦੱਸਿਆ ਕਿ ਕੁਝ ਲੋਕ ਰੱਜੇ ਪੁੱਜੇ ਵੀ ਲੈ ਰਹੇ ਸੀ। ਪਿਛਲੀਆਂ 2 ਸਰਕਾਰਾਂ 'ਚ ਲਗਭਗ ਜੋ ਲੱਗਦਾ ਕਿ 16 ਲੱਖ ਦੇ ਆਸ-ਪਾਸ ਕਾਰਡ ਐਡੀਸ਼ਨਲ ਜੁਆਇਨ ਹੋਇਆ ਜੀ, ਐਕਸਟਰਾ। ਸਾਡੇ ਐਸਟੀਮੇਟ ਜਿਹੜੇ ਨੇ, ਜਿਹਨਾਂ ਪਹਿਲੇ ਸਾਡੇ ਸਰਵੇਸ ਹੋਏ ਸੀ, ਸਾਡੀ ਕੇਂਦਰ ਨੂੰ ਇਹ ਬੇਨਤੀ ਸੀਗੀ ਕਿ ਸਾਡਾ ਸਰਵੇ ਕੰਪਲੀਟ ਹੋ ਲੈਣ ਦਿਓ, ਕਿਉਂਕਿ ਪ੍ਰੋਬਲਮ ਕਿੱਥੇ ਆਉਂਦੀ ਹੈ? ਪ੍ਰੋਬਲਮ ਆਉਂਦੀ ਹੈ ਕਿ ਜਿਹੜਾ ਰਾਸ਼ਨ ਕਾਰਡ ਡਿਪੂ ਵਾਲਾ ਉਹਦੇ ਕੋਲ ਤਾਂ ਫਸਟ ਕਮ ਫਸਟ ਸਰਵ ਹੈ, ਜਿਹੜਾ ਕਾਰਡ ਲੈ ਕੇ ਆ ਗਿਆ ਉਹਨੂੰ ਦੇਣਾ ਪੈਣਾ। ਸੋ ਅਸੀਂ ਕੋਸ਼ਿਸ਼ ਕਰ ਰਹੇ ਸੀ ਰੈਸ਼ਨਲਾਈਜ਼ ਕਰਨ ਦੀ, ਕਿ ਰੈਸ਼ਨਲਾਈਜ਼ ਹੋ ਜਵੇ, ਜਿਹੜੇ ਬੰਦੇ ਬਾਕੀ ਇਸ ਚੀਜ਼ ਦੇ ਵਿੱਚ ਜਿਹਨਾਂ ਨੂੰ ਲੋੜ ਹੈ ਉਹਨਾਂ ਨੂੰ ਮਿਲੇ, ਜਿਹੜੇ ਬਾਕੀ ਦੇ ਨਿਕਲ ਜਾਣ। ਸੋ ਮੈਂ ਅੱਜ ਪੰਜਾਬ ਸਰਕਾਰ ਵੱਲੋਂ ਆਸ਼ਵਾਸਨ ਦਿਵਾਉਣਾ ਚਾਹੁੰਦਾ ਕਿ ਹਾਂ, ਬਹੁਤ ਕੇਂਦਰ ਨੇ ਕੱਟ ਆਫ ਦਿੱਤੀ ਹੈ, ਬਟ ਸਾਡੇ ਐਸਟੀਮੇਟ ਇਹ ਕਹਿੰਦੇ ਆ ਕਿ ਜੈਨੂਅਨ ਲੋਕ ਜਿਹੜੇ ਆ ਉਹ ਬਿਲਕੁਲ ਵੀ ਕਿਸੇ ਵੀ ਤਰੀਕੇ ਨਾਲ ਉਹਨਾਂ ਨੂੰ ਅਸੀਂ ਕੋਈ ਆਂਚ ਨਹੀਂ ਆਣ ਦੇਵਾਂਗੇ। ਸਾਡਾ ਸਰਵੇ ਬਾਦਸਤੂਰ ਨਹੀਂ, ਮੇਰਾ ਪੁੱਛਣ ਦਾ ਮਕਸਦ ਇਹ ਹੈ ਗਰੇਵਾਲ ਸਾਹਿਬ ਵੀ ਕਈ ਵਾਰੀ ਇਹ ਹੁੰਦਾ ਨਾ, ਪਾਰਟੀ ਦੀ ਵਾਹਵਾ ਕਰਾਉਣ ਵਾਸਤੇ ਕਈ ਵਾਰ ਇਹ ਹੁੰਦਾ ਵੀ ਜਦੋਂ ਕੈਂਚੀ ਚੱਲਦੀ ਹੈ ਕਿਤੇ ਜ਼ਿਆਦੇ ਤੇ ਨਾ ਚੱਲ ਗਈ ਹੋਵੇ, ਅਸਲ ਤੇ ਵੀ ਨਾ ਚੱਲ ਗਈ ਹੋਵੇ। ਹੈ ਤਾਂ ਗੱਲ ਮਾੜੀ ਹੈ ਵੀ ਜਿਹੜੇ ਰੱਜੇ ਪੁੱਜੇ ਲੋਕ ਵੀ ਕਾਰਡ ਬਣਾ ਗਏ ਆ। ਜੀ ਨਹੀਂ, ਦੇਖੋ ਮੈਂ ਇਹ ਮੈਂ ਪਲੀਜ਼ ਕਹੂੰਗਾ, ਹਾਂ ਕਿਤੇ ਇੱਕ ਅੱਧਾ ਕੋਈ ਟਾਵਾ ਢਿੱਲਾ ਕੇਸ ਹੋ ਜਵੇ ਨਵਜੋਤ ਜੀ, ਸਿਸਟਮ ਹੈ, ਸਿਸਟਮ ਦੇ ਵਿੱਚ ਕੁਝ ਮਾੜੇ ਮੋਟੇ ਕ੍ਰੈਕਸ ਰਹਿ ਜਾਂਦੇ ਹੁੰਦੇ ਆ, ਬਟ ਲੋ ਐਂਡ ਬਿਹੋਲਡ ਸਾਡੀ ਕੋਸ਼ਿਸ਼ ਇਹ ਹੈ ਕਿ ਇਕਨੋਮਿਕ ਆਧਾਰ ਤੇ ਅਸੀਂ ਕਲਾਸੀਫਾਈ ਕਰੀਏ, ਤੇ ਜੇ ਕੋਈ ਬੰਦਾ ਉਸ ਇਕਨੋਮਿਕ ਕੱਟ ਆਫ ਤੋਂ ਉੱਤੇ ਹੈ ਉਹਦਾ ਨਾਮ ਵਿੱਚੋਂ ਕੱਢ ਦਿੱਤਾ ਜਾਵੇ। ਤੇ ਉਮੀਦ ਕਰਦੇ ਹਾਂ ਕਿ ਬੜੀ ਜਲਦੀ ਅਸੀਂ ਇਹ ਨੰਬਰ ਕੰਪਲੀਟ ਕਰ ਲਾਂਗੇ, ਤੇ ਇੱਕ ਜੈਨੂਅਨ ਨੰਬਰ ਜਿਹੜਾ ਜਿਹਨਾਂ ਨੂੰ ਵਾਕਈ ਫਾਇਦਾ ਮਿਲਣਾ ਚਾਹੀਦਾ ਉਹ ਉੱਭਰ ਕੇ ਸਾਹਮਣੇ ਆਏਗਾ। ਐਂਡ ਹਾਂ, ਥੋੜੀ ਜਿਹੀ ਜਲਦਬਾਜ਼ੀ ਜ਼ਰੂਰ ਹੋਈ ਹੈ, ਬਟ ਕੇਂਦਰ ਦੀ ਸਕੀਮ ਹੈ, ਇਹਨਾਂ ਦੀ ਆਪਣੀ ਮਰਜ਼ੀ ਹੈ, ਜੇ ਇਹਨਾਂ ਨੇ ਕਰਨਾ ਚਾਹਿਆ ਤਾਂ ਕਰ ਲਿਆ। ਅਸੀਂ ਜ਼ਰੂਰ ਕਿਹਾ ਸੀ ਕਿ ਸਾਨੂੰ ਥੋੜਾ ਜਿਹਾ ਸਮਾਂ ਦੇ ਦਿਓ। ਠੀਕ ਹੈ ਜੋਸ਼ੀ ਸਾਹਿਬ, ਇਹ ਬੰਦੇ ਕਾਰਡ ਕਿਵੇਂ ਬਣਾ ਕੇ, ਕੇਂਦਰ ਦੀ ਤਾਂ ਬਹੁਤ ਪੈਣੀ ਨਜ਼ਰ ਬਣੀ ਰਹਿੰਦੀ ਆ ਹਰ ਮਸਲੇ ਦੇ ਉੱਤੇ, ਔਰ ਇਹ ਖਜ਼ਾਨੇ ਨੂੰ ਲੋਕ ਕਿਵੇਂ ਆਪਣੇ ਤਰੀਕੇ ਦੇ ਨਾਲ ਲੁੱਟਦੇ ਰਹੇ, ਕਿਹਦੀ ਸ਼ਹਿ ਤੇ ਹੋਇਆ ਸਾਰਾ ਕੁਝ? ਹਾਂਜੀ, ਮੈਂ ਇਹ ਦੱਸ ਰਿਹਾ ਸੀਗਾ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ ਵਿੱਚ ਹਰ ਇਨਸਾਨ ਨੂੰ, ਹਰ ਨਾਗਰਿਕ ਨੂੰ, ਰਾਸ਼ਨ ਕਾਰਡ ਵਾਲੇ ਨੂੰ 15 ਕਿਲੋ ਦੀ ਕਣਕ ਦਾ ਪ੍ਰੋਵੀਜ਼ਨ ਦਿੱਤਾ ਗਿਆ ਸੀਗਾ। ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਕਿ ਉਹਨਾਂ ਨੂੰ ਤੇ ਮਿਲਦਾ ਹੀ ਸੀਗਾ ਜਿਹੜੇ ਲੋੜਵੰਦ ਸੀਗੇ, ਲੇਕਿਨ ਉਹਨਾਂ ਨੂੰ ਵੀ ਮਿਲਿਆ ਜਿਹੜੇ ਲੋੜਵੰਦ ਨਹੀਂ ਹੈਗੇ, ਲੇਕਿਨ ਧੱਕੇ ਨਾਲ ਲੈ ਗਏ। ਲੇਕਿਨ ਕਈ ਥਾਵਾਂ ਦੇ ਉੱਤੇ 15 ਕਿਲੋ ਦੀ ਥਾਂ 12-12 ਕਿਲੋ ਵੀ ਵੰਡਿਆ ਗਿਆ, ਇਹਦੀਆਂ ਖਬਰਾਂ ਵੀ ਆਈਆਂ। ਹਾਂ, ਇਹਦੇ 'ਚ ਬਹੁਤ ਅੱਛਾ ਕੀਤਾ ਪੰਜਾਬ ਸਰਕਾਰ ਨੇ ਕੰਮ, ਤੇ ਕਾਰਵਾਈ ਕੀਤੀ। ਜਿਹੜੀ ਸ਼ਲਾਘਾਯੋਗ ਵਾਲੀ ਗੱਲ ਆ ਉਹ ਕਰਨੀ ਚਾਹੀਦੀ ਵੀ ਆ, ਕਿਉਂਕਿ ਹਰ ਡਿਬੇਟ ਦੇ ਵਿੱਚ ਅਸੀਂ ਇੱਕ ਦੂਜੇ ਤੇ ਇਲਜ਼ਾਮ ਨਹੀਂ ਲਾ ਸਕਦੇ। ਉਸ ਦੇ ਨਾਲ ਅਸੀਂ, ਕਿਉਂਕਿ ਉਦੋਂ ਸਾਡੇ ਰਾਜੂ ਜੀ ਜਿਹੜੇ ਸਾਡੇ ਬੀਜੇਪੀ ਦੇ ਲੀਡਰ ਨੇ, ਉਹਨਾਂ ਨੇ ਵੀ ਇਹ ਧਿਆਨ ਦਿਵਾਇਆ। ਆਈ ਥਿੰਕ 7 ਜਨਵਰੀ 2023 ਦੀ ਗੱਲ ਆ, ਉਸ ਨੇੜੇ ਇਹ ਗੱਲ ਚੁੱਕੀ ਗਈ। ਦੇਖੋ, ਕਈ ਵਾਰੀ ਕੀ ਹੁੰਦਾ ਕਿ ਕ੍ਰਿਟਿਸਿਜ਼ਮ ਇਜ਼ ਦਾ ਸੋਰਸ ਆਫ ਪ੍ਰੋਗਰੈਸ। ਅਸੀਂ ਹਰ ਵਾਰੀ ਆਲੋਚਨਾ ਰੂਲਿੰਗ ਪਾਰਟੀ ਨੂੰ ਨੀਵਾਂ ਵਿਖਾਉਣ ਵਾਸਤੇ ਨਹੀਂ, ਆਲੋਚਨਾ ਦੇ ਵਿੱਚ ਉਹਨਾਂ ਨੂੰ ਇੱਕ ਡਾਇਰੈਕਸ਼ਨ ਵੀ ਦਿੰਦੇ ਆ ਕਿ ਇਹ ਜਗ੍ਹਾ ਦੇ ਉੱਤੇ ਕੰਮ ਗਲਤ ਹੋਇਆ, ਤੁਸੀਂ ਵਕਤ ਸਿਰ ਇਹਦੇ 'ਚ ਸੁਧਾਰ ਕਰ ਲਓ। ਔਰ ਉਹ ਸੁਧਾਰ ਦੇ ਨਾਲ ਕੀ ਹੁੰਦਾ ਕਿ ਜਿਹੜੀ ਸਰਕਾਰ ਦੁਬਾਰਾ ਖਟਕਾਰੇ 'ਚ ਨਹੀਂ ਖੜਦੀ। ਪਰ ਕਾਫੀ ਹੱਦ ਤੱਕ ਇਹਨਾਂ ਨੇ ਇਹ ਕੰਮ ਕੀਤਾ ਵੀ ਹੈ। ਲੇਕਿਨ ਹੁਣ ਇੱਕ ਮਸਲਾ ਬਹੁਤ ਵੱਡਾ ਆ ਰਿਹਾ, ਮਸਲਾ ਇਹ ਆ ਰਿਹਾ ਕਿ ਕਈ ਥਾਵਾਂ ਦੇ ਉੱਤੇ ਇਸੇ ਚੀਜ਼ ਦਾ ਨਜਾਇਜ਼ ਫਾਇਦਾ ਚੁੱਕ ਰਹੇ ਨੇ ਉਹ ਸਰਕਾਰੀ ਅਧਿਕਾਰੀ ਜਾਂ ਉਹ ਡਿਪੂ ਹੋਲਡਰ, ਜਿੱਥੇ ਪੂਰੀ ਕਣਕ ਨਹੀਂ ਦਿੱਤੀ ਜਾ ਰਹੀ। ਮਸਲਨ ਇੱਕ ਜਗ੍ਹਾ ਤੇ 100 ਕੁਇੰਟਲ ਆਉਣੀ ਹੈ, 100 ਕੁਇੰਟਲ ਦੇ ਵਿੱਚੋਂ 30 ਜਾਂ 35 ਕੁਇੰਟਲ ਵੰਡੀ ਜਾ ਰਹੀ ਹੈ। ਮੈਂ ਬਾਬ ਗਰੇਵਾਲ ਜੀ ਦੇ ਥਰੂ ਧਿਆਨ ਦਿਵਾਉਣਾ ਚਾਹੂੰਗਾ ਸਰਕਾਰ ਨੂੰ ਕਿ ਇਹਦੇ ਉੱਤੇ ਇੱਕ ਬੜੀ ਜਿਹੜੀ ਆ ਗੂੜੀ ਕਾਰਵਾਈ ਕੀਤੀ ਜਾਵੇ, ਔਰ ਇਹ ਦੇਖਿਆ ਜਾਵੇ ਕਿ ਇਹ ਜਿਹੜੀ ਪਿੱਛੋਂ ਅਨਾਜ ਆ ਰਿਹਾ ਵਾ ਪ੍ਰਧਾਨ ਮੰਤਰੀ ਜੀ ਦੀ ਸਕੀਮ ਦੇ ਵੱਲੋਂ, ਉਹਦੀ ਡਿਸਟ੍ਰੀਬਿਊਸ਼ਨ ਦੇ ਵਿੱਚ ਹਰ ਥਾਂ ਤੇ ਦੇਖੋ ਐਮਐਲਏ ਜਾਂ ਸਰਕਾਰ ਜੇ ਪੋਲੀਟੀਸ਼ੀਅਨ ਨੇ ਨਹੀਂ ਬਹਿਣਾ ਹੁੰਦਾ, ਇਹ ਸੱਚ ਹੈਗਾ, ਇਹ ਮੰਨਣਾ ਪਏਗਾ। ਲੇਕਿਨ ਹਰ ਜਗ੍ਹਾ ਦੇ ਉੱਤੇ ਜਦੋਂ ਇਹ ਖਬਰਾਂ ਉੱਡਣ ਨੂੰ ਮਿਲ ਜਾਣ ਕਿ ਉੱਥੇ ਜਿਹੜਾ ਅਨਾਜ ਪੂਰੀ ਤਰ੍ਹਾਂ ਨਹੀਂ ਵੰਡਿਆ, ਉੱਥੇ ਕਈਆਂ ਨੂੰ ਕਹਿਤਾ ਜੀ ਇੰਨਾ ਆਇਆ ਸੀ। ਅੱਛਾ, ਫਿਰ ਉਹ ਸਰਕਾਰੀ ਅਧਿਕਾਰੀਆਂ ਨੂੰ ਵੀ
ਚੇਤਾਵਨੀ ਦਿੰਦੇ ਨੇ ਲੋਕ ਲੋਕਲ ਤੇ ਉਹ ਕਹਿੰਦੇ ਅਸੀਂ ਤੇ ਜੋ ਐਮਐਲਏ ਸਾਹਿਬ ਕਹਿੰਦੇ ਨੇ ਅਸੀਂ ਉਦਾਂ ਕਰਦੇ। ਇਦਾਂ ਦੀਆਂ ਗੱਲਾਂ ਜਿਹੜੀਆਂ ਨਾ ਲੋਕਤੰਤਰ ਦੇ ਵਿੱਚ ਕਮ ਸੇ ਕਮ ਅਨਾਜ ਦੇ ਮਾਮਲੇ ਦੇ ਵਿੱਚ ਇਹ ਸ਼ੋਭਾ ਨਹੀਂ ਦਿੰਦੀ ਆ, ਔਰ ਇਹਦਾ ਮਾੜਾ ਅਸਰ ਮੌਜੂਦਾ ਸਰਕਾਰ ਤੇ ਪੈਂਦਾ। ਜੇ ਸਰਕਾਰ ਦੇ ਕੁਝ ਜਿਹੜੇ ਇਹਨਾਂ ਦੇ ਕੁਝ ਵਰਕਰ ਸਿਸਟਮ ਹੋਣਗੇ ਜਾਂ ਕੋਈ ਇਦਾਂ ਦੀ ਕੋਈ ਚੇਨ ਹੋਏਗੀ ਜਿਹੜੀ ਉਹਨਾਂ ਅਧਿਕਾਰੀਆਂ ਨਾਲ, ਜੇ ਡੀਪੂ ਹੋਲਡਰਾਂ ਨਾਲ ਜੇ ਰਲੀ ਆ, ਫਿਰ ਤੇ ਇਹ ਕੰਮ ਬੜੀ ਇੱਕ ਸੁਨਿਯੋਜਿਤ ਢੰਗ ਨਾਲ ਹੋ ਰਿਹਾ, ਬੜੇ ਇੱਕ ਪਲਾਨਡ ਵੇ ਨਾਲ ਹੋ ਰਿਹਾ। ਪਰ ਜੇ ਇਦਾਂ ਦੀ ਗੱਲ ਨਹੀਂ ਹੈਗੀ ਤੇ ਮੈਂ ਬੇਨਤੀ ਕਰਾਂਗਾ ਅਹਿਬਾਬ ਜੀ ਦੇ ਥਰੂ ਪੰਜਾਬ ਸਰਕਾਰ ਨੂੰ, ਕਿਰਪਾ ਕਰਕੇ ਇੱਕ ਵਿਜੀਲੈਂਸ ਇਨਕੁਆਇਰੀ ਪਾਈ ਜਾਏ। ਇਹ ਵਿਜੀਲੈਂਸ ਇਨਕੁਆਇਰੀ ਇਹਨਾਂ ਦੇ ਕੋਲ ਸਾਰਾ ਕੁਛ ਆ, ਸਰਕਾਰ ਆ, ਸਭ ਕੁਛ ਆ। ਇਹ ਵਿਜੀਲੈਂਸ ਇਨਕੁਆਇਰੀ ਪਾਈ ਜਾਏ ਔਰ ਖਾਸ ਤੌਰ ਤੇ ਬਾਰਡਰ ਦੇ ਇਲਾਕਿਆਂ ਦੇ ਉੱਤੇ, ਮੈਂ ਬਾਰਡਰ ਦੇ ਇਲਾਕਿਆਂ ਦਾ ਖਾਸ ਤੌਰ ਤੇ ਜ਼ਿਕਰ ਕਰ ਰਿਹਾ ਦੇ ਵਿੱਚ, ਉਹਨਾਂ ਇਲਾਕਿਆਂ ਦੇ ਵਿੱਚ ਕਣਕ ਦਾ ਮੈਂ ਇਹ ਤਾਂ ਨਹੀਂ ਕਹਿ ਸਕਦਾ ਵੀ ਘੁਟਾਲਾ ਚੱਲ ਰਿਹਾ, ਕਿਉਂਕਿ ਘੁਟਾਲਾ ਸ਼ਬਦ ਅਜੇ ਆਇਆ ਨਹੀਂ, ਲੇਕਿਨ ਇਹ ਗੱਲ ਜ਼ਰੂਰ ਆ ਕਿ ਜਿੰਨੀ ਕਣਕ ਉੱਥੇ ਵੰਡੀ ਜਾਣੀ ਚਾਹੀਦੀ ਸੀ ਉਨੀ ਜ਼ਿਆਦਾ ਘੁਟਾਲਾ ਤਾਂ ਨਹੀਂ ਹੈਗਾ, ਪਰ ਘਪਲਾ ਜ਼ਰੂਰ ਹੈਗਾ ਵੀ ਜਿਨ੍ਹਾਂ ਨੂੰ ਲੋੜ ਹੈ ਉੱਥੇ ਚੀਜ਼ ਪਹੁੰਚ ਨਹੀਂ ਰਹੀ, ਤੇ ਜਿਨ੍ਹਾਂ ਨੂੰ ਲੋੜ ਨਹੀਂ ਹੈਗੀ, ਜਿਹੜੇ ਇਹਦੇ ਹੱਕਦਾਰ ਵੀ ਨਹੀਂ ਹੈਗੇ, ਉਹ ਕਿਹਨਾਂ ਦੇ ਹੱਕ ਮਾਰ ਰਹੇ? ਸਵਾਲ ਇਹ ਹੈ ਭੁੱਲਰ ਸਾਹਿਬ, ਇਹ ਜਿਹੜੇ ਲੋਕ ਹੱਕ ਮਾਰ ਜਾਂਦੇ ਆ ਜਿਨ੍ਹਾਂ ਨੂੰ ਹੋਣਾ ਚਾਹੀਦਾ, ਉਹ ਹੁੰਦੇ ਬੜੇ ਰਸੂਖਦਾਰ ਆ, ਬੜੇ ਹਕੂਕ ਵਾਲੇ ਲੋਕ ਹੁੰਦੇ ਆ। ਇਹ ਆਖਰ ਕਿੱਥੇ ਕਮੀ ਰਹੀ ਕਿ ਬਹੁਤ ਲੰਮੇ ਸਮੇਂ ਤੋਂ ਇਸੇ ਤਰੀਕੇ ਨਾਲ ਚੱਲ ਰਿਹਾ ਸੀ, ਫਿਰ ਆਪ ਦੀ ਇਹਦੇ ਉੱਤੇ ਖਾਸ ਕੈਂਚੀ ਚੱਲੀ ਆ? ਦੇਖੋ, ਇਸ ਤਰ੍ਹਾਂ ਹੈਗਾ ਕਿ ਸਰਕਾਰ ਹੁੰਦੀ ਹੈਗੀ ਹੈ, ਸੈਂਟਰ ਦੀਆਂ ਕੋਈ ਸਕੀਮਾਂ ਆਉਂਦੀਆਂ ਜਾਂ ਆਪਣਾ ਜਿਹੜੀ ਪ੍ਰਦੇਸ਼ ਸਰਕਾਰ ਦੀਆਂ ਸਕੀਮਾਂ ਆਉਂਦੀਆਂ ਨੇ, ਜਿਹੜੀਆਂ ਈਡਬਲਯੂਐਸ ਵਾਸਤੇ ਜਾਂ ਜਿਹੜੀ ਗਰੀਬਾਂ ਵਾਸਤੇ ਸਕੀਮਾਂ ਆਉਂਦੀਆਂ ਉਹ ਸਾਰਿਆਂ ਨੂੰ ਦਿੱਤੀਆਂ ਜਾਂਦੀਆਂ। ਪਰ ਜਿਹੜਾ ਇਹ ਪੁਲਿਸ ਲੈਵਲ ਦੇ ਉੱਤੇ ਡੀਪੂ ਹੋਲਡਰਾਂ ਨਾਲ ਮਿਲ ਕੇ ਜਿਹੜੀ ਇੱਕ ਕਰਪਸ਼ਨ ਕੀਤੀ ਜਾਂਦੀ ਹੈ ਇਹਨਾਂ ਦੀ, ਚਾਹੇ ਕਣਕ ਦੀ ਲਾ ਲਓ ਤੁਸੀਂ ਜਾਂ ਹੋਰ ਸਮਾਨ ਦੀ ਲਾ ਲਓ, ਪਹਿਲਾਂ ਮਿੱਟੀ ਦਾ ਤੇਲ ਹੁੰਦਾ ਸੀ, ਮਿੱਟੀ ਦੇ ਤੇਲ ਦੀ ਕਰਪਸ਼ਨ ਕੀਤੀ ਜਾਂਦੀ ਸੀਗੀ। ਉਸ 'ਚ ਡੀਪੂ ਹੋਲਡਰ ਦਾ ਬਹੁਤ ਵੱਡਾ ਰੋਲ ਹੈ, ਔਰ ਜਿਹੜਾ ਡਿਸਟ੍ਰਿਕਟ ਫੂਡ ਸਪਲਾਈ ਅਫਸਰ ਹੈ ਉਹਦਾ ਬਹੁਤ ਵੱਡਾ ਰੋਲ ਹੈ, ਕਿਉਂਕਿ ਇਹ ਇੱਕ ਦੋਨਾਂ ਦੇ ਮਿਲ ਕੇ ਚੱਲਣ ਨਾਲ ਕੰਮ ਖਰਾਬ ਹੁੰਦਾ। ਮੈਂ ਕਹਿੰਦਾ ਬਹੁਤ ਵਧੀਆ ਕਦਮ ਹੈ ਕਿ ਹਾਂ ਇੱਕ ਇਹਨਾਂ ਨੇ ਸਟੈਪ ਲਿਆ, ਪਰ ਇਸ ਸਟੈਪ ਦੇ ਨਾਲ ਬਹੁਤ ਸਾਰੇ ਅੱਜ ਦੀ ਸੋਸ਼ਲ ਮੀਡੀਆ ਤੇ ਵੀ ਉਸ ਤਰ੍ਹਾਂ ਵੀ ਬਹੁਤ ਸਾਰੇ ਇਹਦੇ ਲੋਕ ਆ ਰਹੇ ਨੇ ਸਾਹਮਣੇ, ਜਿਹੜੇ ਐਕਚੁਅਲ ਚ ਲੋੜਵੰਦ ਸੀਗੇ, ਜਿਨ੍ਹਾਂ ਦੇ ਐਕਚੁਅਲ ਜਿਹੜੀ ਕੈਂਚੀ ਚੱਲਣੀ ਨਹੀਂ ਚਾਹੀਦੀ ਸੀ ਲੇਕਿਨ ਚੱਲ ਗਈ। ਇਹ ਕਿਸੇ ਤਰੀਕੇ ਨਾਲ ਸਰਕਾਰ ਚਾਹੁੰਦੀ ਅਗਰ ਕਰਨਾ ਚਾਹੁੰਦੇ ਸੀਗੇ ਤਾਂ ਡੀਐਫਓ ਦੀ ਜਾਂ ਆਪਣੀ ਟੀਮ ਦੀ ਡਿਊਟੀ ਲਵਾਉਂਦੇ, ਸਰਕਾਰੀ ਅਫਸਰ ਦੀ ਡਿਊਟੀ ਲਵਾਉਂਦੇ ਤੇ 1 to 1 ਜਿਹੜੇ ਹੈਗੇ ਆ ਰਾਸ਼ਨ ਕਾਰਡ ਚੈੱਕ ਕੀਤੇ ਜਾ ਸਕਦੇ ਸੀ। ਹੁਣ ਹਾਲਤ ਇਹ ਹੈ ਰਾਸ਼ਨ ਕਾਰਡ ਤੇ ਹੈ, ਉਹ 1.5 ਤੇ ਰਾਸ਼ਨ ਲੈਣ ਜਾਂਦੇ ਨੇ ਤਾਂ ਉੱਥੇ ਪਤਾ ਲੱਗਦਾ ਵੀ ਤੁਹਾਡਾ ਤੇ ਨਾ ਹੀ ਕੱਟਦਾ ਹੈ, ਤੇ ਬਹੁਤ ਸਾਰੀ ਗਰੀਬ ਜਨਤਾ ਹੈ ਜਿਹੜੀ ਇਸ ਤੋਂ ਵਾਂਝੀ ਹੋ ਗਈ ਹੈ। ਔਰ ਮੇਰੀ ਅਹਿਬਾਬ ਜੀ ਨੂੰ ਇਹੀ ਅਪੀਲ ਹੈ ਕਿ ਤੁਸੀਂ ਕੰਮ ਕਰ ਰਹੇ ਹੋ, ਕਰੋ ਤੁਸੀਂ, ਲੇਕਿਨ ਇਸ ਚੀਜ਼ ਦਾ ਵੀ ਧਿਆਨ ਰੱਖੋ ਵੀ ਇਹ ਨਾ ਹੋਏ ਵੀ ਜਿਹੜੇ ਲੋਕ ਇਸ ਚੀਜ਼ ਦਾ ਪਹਿਲਾਂ ਨਜਾਇਜ਼ ਫਾਇਦਾ ਲੈ ਰਹੇ ਸੀ ਉਹ ਅੱਜ ਵੀ ਨਜਾਇਜ਼ ਫਾਇਦਾ ਲੈ ਰਹੇ ਹੋਣ ਤੇ ਡੀਪੂ ਹੋਲਡਰਾਂ ਨਾਲ ਰਲ ਕੇ ਇੱਕ ਸਾਰਾ ਕੰਮ ਕਰ ਰਹੇ ਹੋਣ, ਤੇ ਪਰ ਜਿਹੜਾ ਇੱਕ ਆਮ ਇਨਸਾਨ ਸੀਗਾ, ਜਿਹੜਾ ਇੱਕ ਗਰੀਬ ਸੀਗਾ, ਉਹਦੇ ਤੁਸੀਂ ਕੈਂਚੀ ਚਲਾ ਦਿੱਤੀ ਹੋਵੇ। ਠੀਕ ਹੈ ਸੁਖਦੇਵ ਜੀ, ਜਿਵੇਂ ਇਹ ਸਾਰਾ ਕੁਝ ਚੱਲ ਰਿਹਾ ਸੀ ਤੇ ਡੈਫੀਨੇਟਲੀ ਇਹਦੇ ਵਿੱਚ ਸਰਕਾਰ ਦੀ ਇਨਵੋਲਵਮੈਂਟ ਵੀ ਰਹੀ ਹੋਏਗੀ, ਕਿਉਂਕਿ ਡੀਪੂ ਹੋਲਡਰ ਦੀ ਆਪ ਦਾ ਤਾਂ ਨਹੀਂ ਐਡਾ ਹੀਆ ਪੈਂਦਾ ਹੈਗਾ ਕਿ ਉਹ ਆਪਣੇ ਮੁਤਾਬਕ ਇਸ ਤਰੀਕੇ ਨਾਲ ਚੱਲੀ ਜਾਵੇ, ਕਿਉਂਕਿ ਉਹਨੇ ਬਹੁਤ ਕੁਝ ਸਰਪੰਚ ਨੂੰ, ਲੰਬੜਦਾਰ ਨੂੰ, ਉਸ ਤੋਂ ਇਲਾਵਾ ਇਹਦੇ ਵਿੱਚ ਹਲਕੇ ਦੇ ਵਿਧਾਇਕ ਦੀ ਜਾਂ ਜ਼ਿੰਮੇਵਾਰ ਬੰਦੇ ਦੀ, ਸਰਕਾਰ ਦੇ ਬੰਦੇ ਦੀ ਸ਼ਮੂਲੀਅਤ ਜ਼ਰੂਰ ਕਿਤੇ ਨਾ ਕਿਤੇ ਰਹਿੰਦੀ ਹੈ। ਦੇਖੋ ਧਾਲੀਵਾਲ ਸਾਹਿਬ, ਗੱਲ ਇਹ ਹੈ ਵੀ ਜਿਹੜੀ ਇਹ ਸਕੀਮ ਹੈ ਨਾ, ਇਹ ਰਾਈਟ ਟੂ ਫੂਡ ਐਕਟ ਜਿਹੜਾ ਯੂਪੀ ਦੀ ਸਰਕਾਰ ਮਨਮੋਹਨ ਸਿੰਘ ਦੀ ਸਰਕਾਰ ਦੇ ਵੇਲੇ ਆਇਆ ਸੀ, ਉਹਦੇ ਅਧੀਨ ਜਿਹੜਾ ਹੈਗੇ ਆ, ਉਹਦੇ ਅਧੀਨ ਜਿਹੜੇ ਸੀ ਇਹ ਜਿਹੜੇ ਕਾਰਡ ਬਣੇ ਸੀਗੇ, ਉਹਦੇ ਵਿੱਚ ਇੱਕ ਗਿਣਤੀ ਦਿੱਤੀ ਗਈ ਸੀ ਵੀ ਰੂਰਲ ਏਰੀਆ ਦੇ ਵਿੱਚ ਇੰਨੇ % ਲੋਕਾਂ ਨੂੰ ਬੈਨੀਫਿਟ ਦਿੱਤਾ ਜਾ ਸਕਦਾ ਹੈ ਤੇ ਇੰਨੇ ਨੂੰ ਅਸੀਂ ਕਵਰ ਕਰਨਾ ਹੈ, ਔਰ ਅਰਬਨ ਚ ਅਸੀਂ ਇੰਨੇ % ਲੋਕਾਂ ਨੂੰ ਕਵਰ ਕਰਨਾ ਨਹੀਂ, ਜੋ 60 ਤੇ 70 ਏਦਾਂ ਦਾ ਇੱਕ ਉਹਨਾਂ ਨੇ ਫਿਗਰ ਦਿੱਤਾ ਹੋਇਆ ਸੀਗਾ। ਤੇ ਬਹੁਤ ਮੀਨਸ ਮੈਕਸਿਮਮ ਪੰਜਾਬ ਇੰਡੀਆ ਦੀ ਆਬਾਦੀ ਜਿਹੜੀ ਸੀ ਉਹਦੇ ਵਿੱਚ ਆਪਾਂ ਰਾਈਟ ਟੂ ਫੂਡ ਐਕਟ ਦੇ ਅੰਦਰ ਕਵਰ ਕੀਤੀ ਸੀ ਵੀ ਕੋਈ ਭੁੱਖਾ ਨਾ ਸੌਵੇ। ਇਹ ਸਕੀਮ ਤੱਕ ਬੜੀ ਇਸ ਵਾਸਤੇ ਇੱਕ ਬਣਾਈ ਗਈ ਸੀ, ਉਹਦੇ ਵਿੱਚ ਕੀ ਸੀਗਾ, ਹੋਇਆ ਉਲਟਾ, ਇਹਦੇ ਭੁੱਖ ਪੈ ਗਈ। ਮੈਂ ਗੱਲ ਕੰਪਲੀਟ ਹੋਈ ਕਰਦਾ ਨਾ, ਜਦੋਂ ਇੱਕ ਫਿਗਰ ਦੇਤੀ ਵੀ ਇੰਨੇ % ਕਵਰ ਕੀਤੇ ਜਾ ਸਕਦੇ ਆ, ਤਾਂ ਫਿਰ ਉੱਥੇ ਜਿਹੜੀ ਹੈ ਗਿਆ ਇਹ ਸਿਸਟਮ ਦੇ ਵਿੱਚ ਇਹ ਇੱਕ ਬੜਾ ਵੱਡਾ ਵਾਇਰਸ ਵੀ ਆ ਗਿਆ ਵੀ ਜਿਹੜੇ ਰਸੂਖਦਾਰ ਲੋਕ ਸੀ ਉਹ ਬਣਵਾ ਗਏ ਉਹਦੇ ਵਿੱਚ। ਮੈਂ ਇਸ ਕਹਿਣ ਤੋਂ ਮੈਂ ਮੁਨਕਰ ਨਹੀਂ ਹਾਂ ਵੀ ਕਿਸੇ ਦਾ ਚਾਹੇ ਕਿਸੇ ਦਾ ਫਾਈਨੈਂਸ਼ੀਅਲੀ ਕਿਸੇ ਨੇ ਨਾ ਕੀਤਾ ਹੋਵੇ, ਪਰ ਉਹ ਕਿਤੇ ਨਾ ਕਿਤੇ ਉਹ ਸਪੋਰਟ ਤਾਂ ਕਰਦਾ ਹੈਗਾ, ਚਾਹੇ ਉਹ
ਸਾਡੀ ਸਰਕਾਰ ਹੋਵੇ, ਚਾਹੇ ਉਦੋਂ ਪਹਿਲਾਂ ਦੀ ਸਰਕਾਰ ਹੋਵੇ, ਚਾਹੇ ਹੁਣ ਦੀ ਸਰਕਾਰ ਹੋਵੇ, ਕਿਉਂਕਿ ਹੁਣ ਵੀ ਅਸੀਂ ਕੀ ਦੇਖ ਰਹੇ ਹਾਂ ਕਿ ਜਦੋਂ ਇਹ ਕੱਟਣ ਦੀ ਗੱਲ ਆ ਰਹੀ ਹੈ ਨਾ, ਤਾਂ ਅਸੀਂ ਆਮ ਜਿਹੜਾ ਲੋਕਾਂ ਦੇ ਵਿੱਚ ਇੱਕ ਮੈਸੇਜ ਹੈ ਵੀ ਜੇ ਕਿਸੇ ਦਾ ਜੀ ਕੋਈ ਪ੍ਰੋਬਲਮ ਹੈ ਉਹ ਪਿੰਡ ਦੇ ਆਪ ਦੇ ਵਰਕਰ ਨੂੰ ਮਿਲੇ, ਉਹ ਹਲਕੇ ਦੇ ਇੰਚਾਰਜ ਨੂੰ ਮਿਲੇ ਜਾਂ MLA ਨੂੰ ਮਿਲੇ। ਜਦੋਂ ਇਸ ਕਿਸਮ ਦੀ ਗੱਲ ਇਨਵੋਲਵ ਹੋ ਜਾਂਦੀ ਹੈ, ਜੇ ਅਸੀਂ ਪ੍ਰਸ਼ਾਸਨ ਤੇ ਛੱਡ ਦਈਏ ਨਾ, ਮੇਰੇ ਖਿਆਲ ਦੇ ਵਿੱਚ ਜ਼ਿਆਦਾ ਬੈਟਰ ਤਰੀਕੇ ਦੇ ਨਾਲ ਪ੍ਰਸ਼ਾਸਨ ਉਹਦੇ ਤੇ ਐਕਟ ਕਰ ਸਕਦਾ ਹੈ, ਕਿਉਂਕਿ ਕੋਈ ਵੀ ਅਧਿਕਾਰੀ ਹੁੰਦਾ ਨਾ, ਉਹ ਜਦੋਂ ਕੋਈ ਰਿਸਕ ਲੈਣ ਤੋਂ ਪਹਿਲਾਂ 100 ਵਾਰ ਸੋਚਦਾ। ਜੇ ਉਹਨੂੰ ਕੋਈ ਇੰਟਰਸਟ ਨਾ ਹੋਵੇ, ਉਹ ਮੇਰੇ ਖਿਆਲ ਦੇ ਕਾਰਡ ਬਣਾਉਣ ਦੇ ਵਿੱਚ ਕਿਸੇ ਨੇ ਕੀ ਪੈਸੇ ਦੇ ਦੇਣੇ ਆ, ਮੈਨੂੰ ਨਹੀਂ ਲੱਗਦਾ ਵੀ ਕੋਈ ਪੈਸੇ ਦੇ ਕੇ ਬਣਾਊਗਾ। ਪਰ ਹਾਂ, ਕੋਈ ਆਪਣਾ ਲਿਹਾਜ਼ ਪਕਾਉਣ ਵਾਸਤੇ, ਕੋਈ ਆਪਣੇ ਪੋਲੀਟੀਕਲ ਮੋਟਿਵ ਵਾਸਤੇ ਏਦਾਂ ਦੇ ਕਾਰਡ ਵਗੈਰਾ ਏਦਾਂ ਦੀ ਸਹੂਲਤ ਦਿੱਤੀ ਚਲੀ ਜਾਂਦੀ ਹੈ। ਪਰ ਜੇ ਅਸੀਂ ਇਹਨੂੰ ਟਰਾਂਸਪੇਰੈਂਸੀ ਰੱਖਣੀ ਹੈ, ਜੇ ਹੁਣ ਵੀ ਅਸੀਂ ਟਰਾਂਸਪੇਰੈਂਟ ਹੋਣਾ ਹੈ, ਅਸੀਂ ਸਿਰਫ ਇਹ ਗੱਲਾਂ ਇੱਥੇ ਟੀਵੀ ਚੈਨਲਸ ਤੇ ਕਹਿ ਕੇ ਨਾ ਜਾਈਏ, ਫਿਰ ਅਸੀਂ ਉਹਨਾਂ ਨੂੰ ਟਰਾਂਸਪੇਰੈਂਟ ਹੀ ਰੱਖੀਏ, ਫਿਰ ਅਸੀਂ ਉਹ ਜਿਹੜੀ ਡਿਊਟੀ ਆ ਉਹ ਪ੍ਰਸ਼ਾਸਨ ਨੂੰ ਨਿਭਾਉਣ ਦਈਏ, ਉਹਦੇ 'ਚ ਫਿਰ ਪੋਲੀਟੀਕਲ ਇੰਟਰਫੇਰੈਂਸ ਨਾ ਕਰੀਏ। ਚਲੋ ਮੈਂ ਗਰੇਵਾਲ ਸਾਹਿਬ ਤੋਂ ਇਹਦਾ ਗਰੇਵਾਲ ਸਾਹਿਬ ਤੋਂ ਇਹਦਾ ਜਵਾਬ ਲੈ ਲਵਾਂ ਵੀ ਇਹ ਜਿਹੜੀ ਗੱਲ ਸੁਖਦੇਵ ਜੀ ਨੇ ਮੁੱਦਾ ਰੇਜ਼ ਕੀਤਾ ਹੈ ਵੀ ਉਹ ਇੰਟਰਫੇਰੈਂਸ ਨਹੀਂ ਰਹੇਗੀ, ਪ੍ਰਸ਼ਾਸਨ ਆਪਣੇ ਪੱਧਰ ਤੇ ਉੱਤੇ ਖੁਦਮੁਖਤਿਆਰ ਹੋ ਕੇ ਕੰਮ ਕਰ ਸਕੇਗਾ ਅੱਗੇ ਤੋਂ ਇਹਨੂੰ ਬਿਲਕੁਲ ਸਾਫ਼ ਸੁਥਰਾ ਕਰਨ ਦੇ ਲਈ। ਜੀ ਦੇਖੋ, ਮੈਂ 2-3 ਚੀਜ਼ਾਂ ਪੁਆਇੰਟ ਆਊਟ, ਬਿਲਕੁਲ ਸਹੀ ਜੋਸ਼ੀ ਭਾਈ ਨੇ ਵੀ ਸਹੀ ਕਿਹਾ ਕਿ ਜਸਟ ਨਾਟ ਕ੍ਰਿਟਿਸਾਈਜ਼ ਫॉर द सेक ऑफ इट। बड़ा सोहना, मैं शुक्रगुजार हाँ कि ਜਿਹੜੀ ਕੋਈ ਕਮੀ ਇਹ ਦੱਸਦੇ ਨੇ। ਹਾਂ ਬਿਲकुल सर, ਅਸੀਂ ਐਕਸੈਪਟ ਕਰਦੇ ਹਾਂ ਕਿ ਜਿਹੜਾ ਫੂਡ ਡਿਸਟ੍ਰੀਬਿਊਸ਼ਨ ਸਿਸਟਮ ਹੈ ਇਹਦੇ 'ਚ ਕਮੀਆਂ ਜ਼ਰੂਰ ਸੀਗੀਆਂ। ਐਂਡ ਜਿਸ ਤਰ੍ਹਾਂ ਆਪਣੇ ਭੁੱਲਰ ਸਾਹਿਬ ਨੇ ਤੇ ਸੁਖਦੇਵ ਭਾਈ ਨੇ ਵੀ ਕਿਹਾ ਕਿ ਪੋਲੀਟੀਕਲ ਇੰਟਰਫੇਰੈਂਸ ਨਹੀਂ ਹੋਣੀ ਚਾਹੀਦੀ, ਮੈਂ ਇਸ ਗੱਲ ਦਾ ਹਮਾਇਤੀ ਹਾਂ ਜੀ। ਐਂਡ ਜਿਹੜਾ ਵੀ ਸਰਵੇ ਕੀਤਾ ਗਿਆ ਸਰਕਾਰੀ ਤੌਰ ਤੇ ਕੀਤਾ ਗਿਆ, ਯੈਸ ਜ਼ਰੂਰ ਕੇਸਿਸ ਹੋ ਸਕਦੇ ਆ, ਇਸ ਗੱਲ ਤੋਂ ਮੁਨਕਰ ਨਹੀਂ ਹੋ ਰਿਹਾ ਕਿ ਜਿੱਥੇ ਪੋਲੀਟੀਕਲ ਇੰਟਰਫੇਰੈਂਸ ਹੋਈ ਹੋਵੇ। ਬਟ ਸਾਡੀ ਕੋਸ਼ਿਸ਼ ਇਹ ਹੈ ਜੀ ਕਿ ਅਸੀਂ ਇੱਕ ਬਾਇਓਮੈਟ੍ਰਿਕ ਸਿਸਟਮ ਇੰਟਰੋਡਿਊਸ ਕਰੀਏ। ਬਾਇਓਮੈਟ੍ਰਿਕ ਸਿਸਟਮ ਜਿਹੜਾ ਹੋਵੇ ਉਹਦੇ ਵਿੱਚ ਨਾ ਸਿਰਫ ਜਿਹੜਾ ਬੰਦਾ ਲੈਣ ਵਾਲਾ ਉਹਦੀ ਪ੍ਰੋਫਾਈਲ ਵੀ ਨਾਲ ਹੋਵੇ, ਤਾਂ ਕਿ ਇੱਕ ਵੱਡਾ ਡੇਟਾਬੇਸ ਬਣੇ, ਤਾਂ ਕਿ ਪਬਲਿਕ ਨੌਲੇਜ ਹੋਵੇ। ਗੱਲ ਬਿਲਕੁਲ ਇਹ ਸਹੀ ਹੈ ਕਿ ਜੇ ਅਫਸਰਸ਼ਾਹੀ ਨੂੰ ਜਾਂ ਬਿਊਰੋਕ੍ਰੇਸੀ ਨੂੰ ਇਹ ਕਰਨ ਦਿੱਤਾ ਜਾਵੇ ਨਿਊਟਰਲੀ, ਤਾਂ ਬਿਲਕੁਲ ਬਿਹਤਰ ਹੋਏਗਾ। ਹਾਂ, ਕਈ ਥਾਵਾਂ ਤੇ ਜ਼ਰੂਰ ਹੁੰਦਾ ਕਿ ਜਦੋਂ ਇੱਕ ਡੈਮੋਕ੍ਰੇਸੀ ਹੈ, ਪੋਲੀਟੀਕਲ ਸਿਸਟਮ ਹੈ, ਲੋਕ ਐਕਸਪੈਕਟ ਕਰਦੇ ਆ ਕਿ ਅਸੀਂ ਇਸ ਬੰਦੇ ਨੂੰ ਚੁਣਿਆ, ਹੁਣ ਸਾਡਾ ਇਹ ਕੰਮ ਕਰਾ ਦੇਵੇ। ਸੋ ਸਾਡੇ ਵੱਲੋਂ ਇਹ ਕੋਸ਼ਿਸ਼ ਰਹੇਗੀ ਕਿ ਇਹਨੂੰ ਐਸ ਟਰਾਂਸਪੇਰੈਂਟ ਐਸ ਪੋਸੀਬਲ ਰੱਖਿਆ ਜਾਵੇ। ਗਰੇਵਾਲ ਸਾਹਿਬ ਇੱਕ ਗੱਲ ਹੋਰ ਸੁਣਨ ਨੂੰ ਮਿਲੀ ਹੈ ਕਿ ਹੁਣ ਸਰਕਾਰ ਜਿਹੜੀ ਹੈ ਇਹ ਜਿਹੜੀ ਕਾਲਾ ਬਾਜ਼ਾਰੀ ਰਾਸ਼ਨ ਦੇ ਵਿੱਚ ਹੋ ਰਹੀ ਸੀ, ਉਹ ਵਾਲੇ ਗਰੀਬਾਂ ਨੂੰ ਰਾਸ਼ਨ ਤੋਂ ਦੂਰ ਰੱਖਿਆ ਗਿਆ। ਜਿਹੜੇ AC ਵਾਲੇ ਗਰੀਬ ਸੀ, ਟਰੈਕਟਰਾਂ ਵਾਲੇ ਗਰੀਬ ਸੀ, ਵੱਡੀਆਂ ਕੋਠੀਆਂ ਵਾਲੇ ਗਰੀਬ ਸੀ। ਹੁਣ ਸੁਣਨ ਦੇ ਵਿੱਚ ਇਹ ਆ ਰਿਹਾ ਹੈ ਕਿ ਜਿਹੜੇ ਪੈਨਸ਼ਨ, ਬੁਢਾਪਾ ਪੈਨਸ਼ਨ ਮਿਲਦੀ ਹੈ, ਇੱਕ ਉਹਦੀ ਹੱਦ ਬੰਨ੍ਹ ਦਿੱਤੀ ਗਈ ਹੈ, ਜੇਕਰ 3 ਮਹੀਨੇ ਉਹ ਨਹੀਂ ਕਢਾਉਂਦੇ ਤਾਂ ਉਹ ਵਾਪਸ ਚਲੀ ਜਾਏਗੀ। ਮਤਲਬ ਮੰਨਿਆ ਇਹ ਜਾਏਗਾ ਵੀ ਸ਼ਾਇਦ ਇਹ ਵੀ ਜਿਹੜੀ ਹੈ ਨਕਲੀ ਬਣਾਈ ਗਈ ਹੈ ਜਾਂ ਬੰਦਾ ਉਹ ਫੌਤ ਹੋ ਚੁੱਕਿਆ। ਪਰ ਇਹ ਪੈਰਾਮੀਟਰ ਤੁਹਾਨੂੰ ਲੱਗਦਾ ਵੀ ਇਹ ਸਟੀਕ ਬੈਠੇਗਾ ਇਸ ਗੱਲ ਦੇ ਉੱਤੇ? ਨਵਜੋਤ ਜੀ, ਨਹੀਂ, ਮੈਂ ਇਹਦੀ ਵੀ ਥੋੜੀ ਕਲੈਰੀਫਿਕੇਸ਼ਨ ਕਰਦਾ ਕਿ ਉਹਨਾਂ ਨੇ ਕੁਝ ਤਰ੍ਹਾਂ ਦੇ ਰੂਲਸ ਨੇ, ਇਹ ਕੋਈ ਹਾਰਡ ਐਂਡ ਫਾਸਟ ਨਹੀਂ, ਪਹਿਲੀ ਗੱਲ। ਦੂਜੀ ਗੱਲ, ਅਗੇਨ ਇਹ ਗੱਲ ਸਾਰੀ ਆ ਕੇ ਮੁੱਕਦੀ ਹੈ ਇੱਕ ਡੈਮੋਕ੍ਰੈਟਿਕ ਤਰੀਕੇ ਨਾਲ, ਸਾਫ਼ ਸੁਥਰੇ ਤਰੀਕੇ ਨਾਲ ਕੀਤੇ ਗਏ ਸਰਵੇ ਨਾਲ, ਜਿਹਦੇ ਵਿੱਚ ਪੋਲੀਟੀਕਲ ਇੰਟਰਫੇਰੈਂਸ ਨਾ ਹੋਵੇ। ਸੋ ਸਾਡੀ ਇਹ ਸਟੇਟਡ ਕੋਸ਼ਿਸ਼ ਹੈ ਕਿ ਅਸੀਂ ਇਹਦੇ 'ਚ ਜਿਹੜੀ ਪੋਲੀਟੀਕਲ ਇੰਟਰਫੇਰੈਂਸ ਦੀ ਜਿਹੜੀ ਰੇਸ਼ੋ ਨੂੰ ਜਿੰਨੀ ਮਰਜ਼ੀ ਘੱਟ ਜਾਈਏ। ਤੇ ਇੱਥੇ ਮੈਂ ਸਭ ਨੂੰ, ਸਾਰੀਆਂ ਪਾਰਟੀਆਂ ਦੇ ਸਾਰੇ ਵੀਰਾਂ ਨੂੰ ਪਲੀਜ਼ ਉਹਨਾਂ ਕੋਲ ਹੈਲਪ ਵੀ ਮੰਗੂਗਾ ਤੇ ਇਹ ਵੀ ਕਹੂੰਗਾ ਕਿ ਜੇ ਤੁਹਾਨੂੰ ਕਿਤੇ ਵੀ ਲੱਗਦਾ ਕਿ ਇਸ ਤਰੀਕੇ ਦਾ ਕੋਈ ਰੋਲ ਹੋ ਰਿਹਾ ਤਾਂ ਤੁਸੀਂ ਉਹਦੇ 'ਚ ਸਾਨੂੰ ਉਹ ਅਨੋਮਲੀ ਪੁਆਇੰਟ ਆਊਟ ਕਰੋ ਤੇ ਅਸੀਂ ਅਸ਼ੋਰ ਕਰਦੇ ਹਾਂ ਕਿ ਉਹ ਠੀਕ ਹੋਏਗਾ। ਜਿਹੜੀ ਆਫੀਸ਼ੀਅਲ ਇਨਸਟਰਕਸ਼ਨਸ ਗਈਆਂ ਨੇ, ਆਫੀਸ਼ੀਅਲ ਇਨਸਟਰਕਸ਼ਨ ਇਹ ਹੈ ਜੀ ਕਿ ਇਟ ਸ਼ੁੱਡ ਬੀ ਐਜ਼ ਫੇਅਰ ਐਜ਼ ਪੋਸੀਬਲ। ਸੋ ਐਂਡ ਜਿਹੜੀ ਆ ਤੁਸੀਂ 3 ਮਹੀਨੇ ਵਾਲੀ ਗੱਲ ਕੀ ਸਰ, ਇਹ ਹਾਲੇ ਕਨਫਰਮ ਨਹੀਂ ਹੈਗੀ ਨਵਜੋਤ ਜੀ। ਇਹਦੇ ਤੇ ਮੈਂ ਤਕੜੀ ਤਾਂ ਨਹੀਂ ਕਹੂੰਗਾ ਕਿਉਂਕਿ ਹਾਲੇ ਕਨਫਰਮੇਸ਼ਨ ਨਹੀਂ ਹੈਗੀ ਮੇਰੇ ਕੋਲ ਇਹਦੀ। ਬਟ ਜਿਹੜੀ ਆ ਡਿਸਟ੍ਰੀਬਿਊਸ਼ਨ ਸਿਸਟਮ ਨੂੰ ਬਿਹਤਰ ਕਰਨਾ ਤਾਂ ਕਿ ਵੇਸਟੇਜ ਤੇ ਚੋਰੀ ਰੁਕੇ, ਉਹਦੇ ਲਈ ਅਸੀਂ ਡਿਊਟੀ ਬਾਉਂਡ ਹੈ ਤੇ ਉਹਦੇ ਵਿੱਚ ਅਸੀਂ ਮਦਦ ਵੀ ਮੰਗਦੇ ਹਾਂ। ਨਹੀਂ, ਪਰ ਗਰੇਵਾਲ ਸਾਹਿਬ ਇਸੇ ਕਰਕੇ ਮੈਂ ਇਹਨੂੰ ਇਸ ਚਰਚਾ ਦਾ ਨਾਲੋਂ ਨਾਲ ਹਿੱਸਾ ਬਣਾ ਰਿਹਾ ਵੀ ਤਾਂ ਜੋ ਕਿ ਜੇਕਰ ਗੱਲ ਵੀ ਹੁੰਦੀ ਹੈ, ਕਿਉਂਕਿ ਗੱਲਬਾਤ ਦੇ ਵਿੱਚੋਂ ਹੀ ਕੋਈ ਚੰਗੀ ਗੱਲਬਾਤ ਨਿਕਲਦੀ ਹੈ, ਹੈਲਦੀ ਡਿਸਕਸ਼ਨ ਦੇ ਵਿੱਚੋਂ ਚੰਗੇ ਟੌਪਿਕ, ਚੰਗੇ ਮੁੱਦੇ ਨਿਕਲ ਕੇ ਆਉਂਦੇ ਆ ਜਿਹੜੇ ਸਰਕਾਰਾਂ ਨੂੰ ਵੀ ਕੰਨ ਕਰਦੇ ਆ। ਵੀ ਕਹਿਣ ਤੋਂ ਭਾਵ ਮੰਨ ਲਓ ਹੁਣ ਮਿਸਾਲ ਦੇ ਤੌਰ ਤੇ ਜਦੋਂ ਲੋਕ ਪਹਿਲਾਂ ਪੰਜਾਬ ਦੀ ਵੰਡ ਤੋਂ ਪਹਿਲਾਂ ਦੀ ਗੱਲ ਕਰਦਾ, ਪੈਨਸ਼ਨ ਆਏ ਸੀ ਤਾਂ ਲੋਕਾਂ ਦੀ 15-20 ਰੁਪਏ ਪੈਨਸ਼ਨ ਹੁੰਦੀ ਸੀ
ਤੇ ਉਦੋਂ ਨਾ ਬਹੁਤੀ ਟਰਾਂਸਪੋਰਟੇਸ਼ਨ ਦੀ ਸਹੂਲਤ ਹੁੰਦੀ ਸੀ, ਲੋਕ ਜਾਂਦੇ ਹੁੰਦੇ ਸੀ, ਗੱਡਿਆਂ ਤੇ ਜਾਣਾ ਹੁੰਦਾ ਸੀ, 2 ਰੁਪਏ ਗੱਡੇ ਵਾਲਾ ਵੀ ਲੈਂਦਾ ਸੀ। ਜੇ 25-30 ਰੁਪਏ ਪੈਨਸ਼ਨ 3 ਮਹੀਨੇ ਦੀ ਇਕੱਠੀ ਹੁੰਦੀ ਸੀ, ਉਹ ਤਾਂ ਤੀਜੇ ਚੌਥੇ ਮਹੀਨੇ ਲੈਣ ਜਾਂਦਾ ਸੀ। ਤੇ ਹੁਣ ਵੀ ਸਿਸਟਮ ਉਹੋ ਜਿਹਾ ਹੀ ਹੈ, ਕੋਈ ਬਹੁਤਾ ਬਦਲਿਆ ਨਹੀਂ ਹੈ ਕਿ ਮਹਿੰਗਾਈ ਵੱਧ ਗਈ। ਮੰਨ ਲਓ ਵੀ ਹੁਣ ਅਗਲਾ ਸੋਚਦਾ ਵੀ ਜੇ ਮੇਰੀ 3 ਮਹੀਨਿਆਂ ਦੀ 6000 ਇਕੱਠੀ ਹੋ ਜਾਂਦੀ ਹੈ ਤੇ ਮੈਂ 5 ਮਹੀਨੇ ਦੀ 10000 ਲਿਆਉਂਗਾ, ਤੇ 5ਵੇਂ ਮਹੀਨੇ ਉਹ ਲੈਣ ਜਾਵੇ ਤੇ ਪਤਾ ਲੱਗੇ ਤੇ ਖਾਤਾ ਖਾਲੀ ਹੈ। ਜੀ ਨਵਜੋਤ ਜੀ, ਆਈ ਐਮ ਸੋ ਗਲੈਡ ਤੁਸੀਂ ਆ ਪੁਆਇੰਟ ਆਊਟ ਕੀਤਾ ਐਂਡ ਮੈਂ ਆਸ਼ਵਸਤ ਕਰਦਾ ਕਿ ਇਸ ਮੁੱਦੇ ਨੂੰ ਮੈਂ ਜਿਹੜੀ ਕੰਸਰਨਡ ਅਥਾਰਟੀਜ਼ ਤੇ ਕੰਸਰਨਡ ਲੋਕ ਨੇ ਉਹਨਾਂ ਮੂਹਰੇ ਰੱਖੂੰਗਾ ਵੀ, ਐਂਡ ਇਹ ਵੀ ਅਸ਼ੋਰੈਂਸ ਕਰਦੇ ਆ ਕਿ ਕਿਉਂਕਿ ਸਾਡਾ ਜੌਬ ਕੀ ਹੈ ਜੀ, ਸਾਡਾ ਜੌਬ ਇਹੀ ਹੈ ਕਿ ਕੰਸਰਨ ਦੱਸਣਾ। ਬਿਲਕੁਲ ਸਹੀ ਗੱਲ ਹੈ ਤੁਹਾਡੀ। ਤੇ ਇਹਦੇ ਵਿੱਚ ਮੈਂ ਤੁਹਾਨੂੰ ਤਾਂ ਹੀ ਕਿਹਾ ਕਿ ਮੇਰੇ ਹਿਸਾਬ ਨਾਲ ਇਹ ਹਾਲੇ ਵੈਰੀਫਾਈਡ ਨਹੀਂ ਹੈ। ਮੇਰੇ ਹਿਸਾਬ ਨਾਲ, ਆਈ ਮਾਈਟ ਬੀ ਰੋਂਗ, ਮੈਂ ਗਲਤ ਵੀ ਹੋ ਸਕਦਾ, ਬਟ ਮੇਰਾ ਕਹਿਣ ਦਾ ਭਾਵ ਹੈ ਕਿ ਜਿਹੜਾ ਇਹ ਕੰਸਰਨ ਹੈ ਲੋਕਾਂ ਨੂੰ, ਇਹਨੂੰ ਐਡਰੈਸ ਕਰਨ ਲਈ ਵੀ ਸਰਕਾਰ ਉਚਿਤ ਕਦਮ ਚੱਕੇਗੀ। ਕੋਈ ਨਾ ਕੋਈ ਇਹੋ ਜਿਹੀ ਚੀਜ਼ ਇਨ ਪਲੇਸ ਰੱਖੀ ਜਾਏਗੀ ਕਿ ਜੇ ਬੰਦਾ ਚਲੋ ਥੋੜੀ ਦੇਰ ਬਾਅਦ ਜਾਣਾ ਚਾਹੁੰਦਾ, ਇਹੋ ਜਿਹਾ ਮੈਕੈਨਿਜ਼ਮ ਵਿੱਚ ਐਡ ਕੀਤਾ ਜਾ ਸਕਦਾ ਕਿ ਜਿੱਥੇ ਬੰਦਾ ਆਪਣੀ ਹਾਜ਼ਰੀ ਲਵਾ ਸਕਦਾ। ਇਹੋ ਜਿਹਾ ਕੋਈ ਮੈਕੈਨਿਜ਼ਮ ਜ਼ਰੂਰ ਇਹਦੇ ਵਿੱਚ ਜਿਹੜਾ ਕਿ ਇਹਨੂੰ ਫੇਲ ਸੇਫ ਬਣਾਵੇ, ਜ਼ਰੂਰ ਐਡ ਕਰਦੇ। ਇਹ ਕੋਈ ਸਹੀ ਫੈਸਲਾ ਨਹੀਂ ਹੈ, ਕਿਉਂਕਿ ਬਜ਼ੁਰਗ ਜਿਹੜਾ ਹੁੰਦਾ ਉਹਦੀ ਨੇਚਰ ਜਿਹੜੀ ਹੈ ਨਾ ਉਹ ਚੇਂਜ ਹੋ ਚੁੱਕੀ ਹੁੰਦੀ ਹੈ, ਉਹਦੀ ਮੈਂਟੈਲਿਟੀ ਬਦਲ ਚੁੱਕੀ ਹੁੰਦੀ ਹੈ। ਉਹਦੇ ਵਾਸਤੇ ਜਿਹੜਾ 1500 ਹੈ 15000 ਦੇ ਬਰਾਬਰ ਹੁੰਦਾ। ਉਹ ਇਸ ਚੀਜ਼ ਨੂੰ ਕਈ ਬਜ਼ੁਰਗ ਇਹੋ ਹੀ ਵੇਖੇ ਜਿਹੜੇ ਆਪਣੇ ਘਰਦਿਆਂ ਨੂੰ, ਆਪਣੇ ਈਵਨ ਜਿਹੜੇ ਹੈ ਜਿਹੜੀ ਔਲਾਦ ਨੂੰ, ਉਹਨੂੰ ਵੀ ਨਹੀਂ ਦੱਸਦੇ, ਕਿਉਂਕਿ ਇਹ ਪੈਸੇ ਜਿਹੜੇ ਅਲੱਗ ਉਹ ਰੱਖਦੇ ਆ ਕਿ ਐਮਰਜੈਂਸੀ ਵਾਸਤੇ ਸਾਡੇ ਕੰਮ ਆਉਣਗੇ। ਅਗਰ 3 ਮਹੀਨੇ ਬਾਅਦ ਸਰਕਾਰ ਨੇ ਉਸ ਪੈਨਸ਼ਨ ਤੇ ਡਾਕਾ ਹੀ ਮਾਰਨਾ ਤੇ ਫਿਰ ਉਹਨੂੰ ਦੇਣ ਦਾ ਕੋਈ ਫਾਇਦਾ ਨਹੀਂ। ਮੈਨੂੰ ਲੱਗਦਾ ਵੀ ਜਿਹੜੇ ਸਾਡੇ ਕੋ ਪੈਨਲਿਸਟ ਆ, ਅਸੀਂ ਉਹਨਾਂ ਦੀ ਵੀ ਇਹ ਤੇ ਸਾਰਿਆਂ ਦੀ ਰਾਏ ਲੈ ਲੈਣਾ ਚਾਹੁੰਦੇ ਹਾਂ। ਸੁਖਦੇਵ ਜੀ, ਤੁਸੀਂ ਕੀ ਰਾਏ ਦੋਗੇ ਇਹਦੇ ਉੱਤੇ ਵੀ ਕਿਸ ਤਰੀਕੇ ਦਾ ਹੋਣਾ ਚਾਹੀਦਾ? ਨਹੀਂ ਦੇਖੋ, ਇਹ ਤਾਂ ਇਹ ਵੈਸੇ ਮੈਂ ਗਰੇਵਾਲ ਸਾਹਿਬ ਨੂੰ ਕਨਫਰਮ ਕਰਦਿਆਂ ਵੀ ਇਹ ਆਲਰੇਡੀ ਆਰਡਰ ਕਰ ਦਿੱਤਾ ਹੈ ਵੀ ਜਿਹੜੀ 3 ਮਹੀਨੇ ਜਿਹੜਾ ਨਹੀਂ ਕਢਾਊਗਾ ਉਹਨੂੰ ਪੈਨਸ਼ਨ ਨਹੀਂ ਆਊਗੀ। ਪਰ ਉਹਨਾਂ ਨੇ ਇੱਕ ਆਪਸ਼ਨ ਰੱਖੀ ਹੈ ਵੀ ਜੇ ਉਹ ਆ ਕੇ ਕੰਟੈਕਟ ਕਰੂਗਾ, ਆਪਦੀ ਕੋਈ ਜਸਟੀਫਿਕੇਸ਼ਨ ਦੇਊਗਾ, ਅਸੀਂ ਦੇ ਦਿਆਂਗੇ। ਪਰ ਇਹ ਗਲਤ ਹੈ। ਦੇਖੋ ਮੈਂ ਇੱਕ ਗੱਲ ਦੱਸਦਾ ਧਾਲੀਵਾਲ ਸਾਹਿਬ, ਜਿਹੜਾ ਇਹ ਬੁਢਾਪਾ ਪੈਨਸ਼ਨ ਹੈ ਨਾ, ਉਹ ਜਿਹੜਾ ਬਜ਼ੁਰਗ ਹੈ ਉਹ ਨਹੀਂ ਮਹੀਨੇ ਦੇ ਮਹੀਨੇ ਜਾ ਕੇ ਲੈਣ ਜਾ ਸਕਦਾ। ਉਹਦੀ ਘਰ 'ਚ ਵੈਲਿਊ ਤਾਂ ਹੀ ਹੈ ਜੇ ਉਹਨੂੰ ਮਿਲਦੇ ਆ। ਜੇ ਉਹਨੂੰ 4 ਮਹੀਨਿਆਂ ਦੇ ਤਾਂ 5 ਮਹੀਨੇ ਦੇ ਇਕੱਠੇ ਪੈਸੇ ਲੈ ਲੈਂਦਾ, ਉਹ ਕੋਈ ਵਰਤ ਲੈਂਦਾ, ਕਿਸੇ ਕੰਮ ਆ ਜਾਂਦਾ। ਠੀਕ ਹੈ, ਜੇ ਅਸੀਂ ਉਹ 1000 ਰੁਪਇਆ ਕਢਾ ਕੇ 1500 ਰੁਪਇਆ ਕਢਾ ਕੇ ਘਰੇ ਰੱਖ ਲੂਗਾ, ਫਿਰ ਅਗਲੇ ਵਾਰੀ 1500 ਲਿਆ ਕੇ ਘਰੇ ਰੱਖ ਲੂਗਾ। ਨਹੀਂ ਰੱਖੇ ਜਾਂਦੇ, ਉਹ ਖਰਚੇ ਜਾਂਦੇ ਆ, ਉਹ ਨਿਆਣੀ ਲੈ ਜਾਂਦੇ ਜੇਬ ਚੋਂ ਕੱਢ ਕੇ। ਇਸ ਕਰਕੇ ਇਹ ਜਿਹੜਾ ਇਹ ਫਰਮਾਨ ਜਾਰੀ ਕੀਤਾ, ਇਹਨੂੰ ਵਾਪਸ ਲੈ ਲੈਣਾ ਚਾਹੀਦਾ। ਗਰੇਵਾਲ ਸਾਹਿਬ ਨੂੰ ਸਾਡੀ ਬੇਨਤੀ ਹੈ, ਇਹ ਜਿਹੜਾ ਫਰਮਾਨ ਹੈ ਗਲਤ ਹੈ। ਇਹ ਜਿਹੜਾ ਹੈਗਾ ਇਹ ਅਸੀਂ ਬਿਲਕੁਲ ਇਹਨੂੰ ਇਹ ਸਮਝਦੇ ਹਾਂ ਵੀ ਇਹ ਉਹ ਜਿਹੜਾ ਬੁਢਾਪਾ ਪੈਨਸ਼ਨ ਲੈਂਦਾ ਉਹਦੇ ਨਾਲ ਧੱਕਾ ਹੈ। ਬਿਲਕੁਲ। ਭੁੱਲਰ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ ਇਸ ਵਿਸ਼ੇ ਤੇ? ਦੇਖੋ ਧਾਲੀਵਾਲ ਸਾਹਿਬ, ਜਦੋਂ ਆਪਾਂ ਕਿਸੇ ਨੂੰ ਇੱਕ ਪੈਨਸ਼ਨ ਲਾਤੀ, ਉਸ ਤੋਂ ਬਾਅਦ ਜਦੋਂ ਉਹਦੇ ਅਕਾਊਂਟ 'ਚ ਪੈਸਾ ਚਲਾ ਗਿਆ, ਉਹਦਾ ਰਾਈਟ ਹੈ ਉਹ। ਔਰ ਸਹੀ ਆਮ ਤੌਰ ਤੇ ਜਿਹੜਾ ਪੰਜਾਬ ਦੇ ਵਿੱਚ ਸਾਡੇ ਬਜ਼ੁਰਗ ਨੇ, ਉਹਨਾਂ ਦਾ ਅਸੀਂ ਦੇਖਿਆ ਹੈ, ਉਹਦੇ ਕੋਲ ਹੁੰਦਾ ਹੈ ਕਿ ਜੇਬ ਦੇ ਵਿੱਚ ਕਿਹਦੇ ਪੈਸੇ ਪਏ ਨੇ ਤੇ ਉਹ ਕਾਹਦੇ ਲਈ ਹੁੰਦੇ ਨੇ? ਆਪਣੇ ਤੇ ਘੱਟ ਖਰਚ ਕਰਦੇ ਨੇ, ਦੋਤੇ ਦੋਤੀਆਂ ਤੇ, ਪੋਤੇ ਪੋਤੀਆਂ ਤੇ। ਕੁੜੀ ਆ ਗਈ, ਉਹਨੂੰ ਜਾ ਕੇ ਇਹਨੂੰ 100 ਰੁਪਇਆ ਹੱਥ ਤੇ ਤਲੀ ਤੇ ਧਰਤਾ, ਉਹਨੂੰ ਹੁੰਦਾ ਇਹ ਮੇਰੇ ਪੈਸੇ ਨੇ। ਅਦਰਵਾਈਜ਼ ਘਰੋਂ ਤੇ ਆਲਮੋਸਟ ਜਿਹਨੂੰ ਕਹਿ ਲਓ ਵੀ ਤੁਸੀਂ ਜ਼ਿਆਦਾ ਨਹੀਂ ਤੇ 50-60% ਤੋਂ ਘਰੋਂ ਹੀ ਸੌਖੇ ਹੁੰਦੇ ਆ। ਲੇਕਿਨ ਉਹ ਪੈਸਾ ਉਹ ਕਿਤੇ ਨਾ ਕਿਤੇ ਇਹੋ ਜਿਹੀ ਚੀਜ਼ਾਂ ਤੋਂ ਵਰਤਦੇ ਨੇ ਕਿ ਚਲੋ ਦਿਨ ਤਿਉਹਾਰ ਹੋਣਾ, ਕੁੜੀ ਆਊਗੀ, ਕੁੜੀ ਨੂੰ ਪੈਸੇ ਦੇ ਦਾਂਗੇ, ਜਾਂ ਪੋਤੇ ਪੋਤੀਆਂ ਦੋਤੀਆਂ ਨੂੰ ਹੀ ਪੈਸੇ ਦੇਵਾਂਗੇ, ਦਿਨ ਤਿਉਹਾਰ ਤੇ ਦੇ ਦਾਂਗੇ। ਉਹਦੇ ਵਿੱਚ ਕੰਡੀਸ਼ਨਲ ਕੁਝ ਨਹੀਂ ਹੋਣਾ ਚਾਹੀਦਾ। ਹੋ ਸਕਦਾ ਤੁਸੀਂ ਚੈੱਕ ਕਰਨਾ ਚਾਹੁੰਦੇ ਹੋ, ਜਿਹੜੀ ਗੱਲ ਇੱਕ ਵਿੱਚ ਆਉਂਦੀ ਹੈ ਕਿ ਕਈ ਲੋਕਾਂ ਦੀ ਡੈਥ ਹੋ ਚੁੱਕੀ ਹੈ, ਲੇਕਿਨ ਸਟਿਲ ਅੱਜ ਵੀ ਪੈਨਸ਼ਨ ਜਾ ਰਹੀ ਹੈ, ਲੇਕਿਨ ਉਹ ਪੈਨਸ਼ਨ ਖਾ ਕੌਣ ਰਿਹਾ ਇਹ ਨਹੀਂ ਪਤਾ, ਜਾਂ ਉਹ ਖਾਤੇ ਉਹ ਵੀ ਜ਼ਰੂਰ ਕਰੋ ਤੁਸੀਂ। ਲੇਕਿਨ ਜਿਹੜਾ ਪੈਸਾ ਇੱਕ ਬਜ਼ੁਰਗ ਨੂੰ ਜਿਹੜਾ ਤੁਸੀਂ ਮਾਨ ਸਨਮਾਨ ਵਾਸਤੇ ਦੇਤਾ, ਉਹਨੂੰ ਉਹਨੇ ਕਿਸ ਤਰ੍ਹਾਂ ਯੂਜ਼ ਕਰਨਾ ਹੈ ਉਹਦਾ ਰਾਈਟ ਹੈ। ਫਿਰ ਉਹਨੇ ਇੱਕ ਦਿਨ 'ਚ ਯੂਜ਼ ਕਰਨਾ ਹੈ, ਉਹਨੇ 6 ਮਹੀਨੇ ਯੂਜ਼ ਕਰਨਾ ਹੈ, ਜਾਂ ਉਹਨੇ ਪਲਾਨ ਕਰ ਲਿਆ ਕਿ ਯਾਰ ਮੇਰੀ ਦੋਤੀ ਦਾ ਵਿਆਹ ਆ ਰਿਹਾ ਜਾਂ ਪੋਤੀ ਦਾ ਵਿਆਹ ਆ ਰਿਹਾ ਅਗਲੇ ਸਾਲ, ਮੈਂ ਉਹਦੇ 4 ਪੈਸੇ ਜੋੜ ਲਵਾਂ, ਉਹਦੇ ਮੈਂ 2 ਟੂਮਾਂ ਹੀ ਪਾ ਦੂੰਗਾ ਜਾਂ ਇੱਕ ਦੀ ਟੂਮ ਉਹਨੂੰ ਪਾ ਦੂੰਗਾ, ਤੇ ਉਹਦੇ ਵਾਸਤੇ ਪੈਸੇ ਇਕੱਠੇ ਕਰ ਲਾਂ। ਤੇ ਜੇ ਇਹ ਡਾਕਾ ਸਰਕਾਰ ਉਹਦੇ ਇਸ ਚੀਜ਼ ਤੇ ਮਾਰੂਗੀ ਤਾਂ ਕਿਤੇ ਨਾ ਕਿਤੇ ਉਹਨਾਂ ਬਜ਼ੁਰਗਾਂ ਦੀ ਵਾਰ ਨਾਲ ਬੇਇਨਸਾਫੀ ਹੈ, ਉਹਨਾਂ ਬਜ਼ੁਰਗਾਂ ਦੇ ਨਾਲ ਧੋਖਾ ਹੈ। ਜੋਸ਼ੀ ਸਾਹਿਬ, ਕਿਤੇ ਕਿਤੇ ਗੱਲ ਇਹ ਵੀ ਸੁਣਨ ਨੂੰ ਮਿਲਦੀ ਹੈ, ਕਹਿੰਦੇ ਇੱਕ ਪਾਸੇ ਇੱਕ ਹੱਥ ਦੇਈ ਜਾਂਦੇ ਆ, ਦੂਜੇ ਹੱਥ ਲਈ ਜਾਂਦੇ ਆ। ਵਾਕਈ ਏਦਾਂ? ਹਾਂਜੀ, ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਆ। ਮਤਲਬ ਤੁਸੀਂ ਦੇਖੋ, ਅਸੀਂ ਜੇ ਗੱਲ ਕਰੀਏ BPL ਤੇ APL ਦੀ, ਬਿਲੋ ਪਾਵਰਟੀ ਲਾਈਨ, ਅਬਵ ਪਾਵਰਟੀ ਲਾਈਨ, ਹੁਣ ਨੀਲਾ ਕਾਰਡ ਇੱਕ ਟੈਂਪਰੇਰੀ ਕਾਰਡ ਵੀ ਹੈ। ਪਹਿਲਾਂ ਸਭ ਤੋਂ ਪਹਿਲਾਂ ਇਹ ਨੀਲੇ ਕਾਰਡ ਕੱਟਣ ਦੇ ਪ੍ਰੋਸੀਜਰ ਨੂੰ ਹੀ ਗਲਤ ਢੰਗ ਨਾਲ ਅਡਾਪਟ ਕੀਤਾ ਗਿਆ। ਮਾਫੀ ਚਾਹੁੰਦਾ ਨਾ ਅਫਸਰਾਂ ਵਾਸਤੇ, ਇੱਥੇ ਬਿਲਕੁਲ ਇੱਕ ਬੜੀ ਵੱਡੀ ਸਰਕਾਰ ਨੇ ਇੱਕ ਕੋਤਾਹੀ ਵਰਤੀ ਆ। ਨੀਲਾ ਕਾਰਡ ਕੱਟਣ ਦੇ ਵੇਲੇ ਇਹਨਾਂ ਨੂੰ ਇੱਕ ਪ੍ਰੋਸੀਜਰ ਅਡਾਪਟ ਕਰਨਾ ਚਾਹੀਦਾ ਸੀ। ਨਵਾਂ ਸ਼ਹਿਰ ਦੇ ਵਿੱਚ ਇੱਕ ਬੰਦੇ ਦਾ ਨੀਲਾ ਕਾਰਡ ਕੱਟਿਆ ਗਿਆ ਤੇ ਉਹ ਰਾਸ਼ਨ ਡਿਪੂ ਤੋਂ ਰਾਸ਼ਨ ਲੈਣ ਗਿਆ,
ਉਹਨੂੰ ਕਹਿਤਾ ਵੀ ਤੇਰਾ ਤੇਰਾ ਕੱਟਿਆ ਗਿਆ ਹਿਸਾਬ ਤਾਂ ਵੀ ਤੇ ਉਹ ਘਰ ਜਾ ਕੇ ਡੰਡਾ ਚੁੱਕ ਕੇ ਉਹਨੇ ਗਰਗ ਨਾਂ ਦਾ ਇੱਕ ਹੈਗਾ ਵਾ ਡੀਪੂ ਹੋਲਡਰ, ਉਹਨੂੰ ਸੋਟੇ ਨਾਲ ਕੁੱਟਣਾ ਸ਼ੁਰੂ ਕਰਤਾ ਸੀ। ਫਿਰ ਪੁਲਿਸ ਨੂੰ ਰਿਪੋਰਟ ਗਈ। ਸੋ ਕਹਿਣ ਦਾ ਮਤਲਬ ਆ ਕਿ ਸਰਕਾਰ ਨੇ ਜਿਹੜੇ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ, ਗਲਤ ਨੀਲੇ ਕਾਰਡ ਬਣੇ ਨੇ। ਅਸੀਂ ਉਹਨਾਂ ਦੀ ਕੋਈ ਪੈਰਵੀ ਨਹੀਂ ਕਰਦੇ। ਅਸੀਂ ਕਹਿੰਦੇ ਨੀਲੇ ਕਾਰਡ ਜਿਹੜੇ ਗਲਤ ਬਣੇ ਨੇ ਉਹਨੂੰ ਇਸ ਤਰੀਕੇ ਸਿਰ ਸਰਕਾਰ ਪ੍ਰੋਸੀਜਰ ਅਡਾਪਟ ਕਰਦੀ ਕਿ ਉਹ ਆਪਣੇ ਆਪ ਹੀ ਕੱਟੇ ਜਾਂਦੇ। ਲੇਕਿਨ ਜਿਹੜੇ ਬੰਦੇ ਮੌਜੂਦ ਨੇ ਉਹਨਾਂ ਦਾ ਨੀਲਾ ਕਾਰਡ ਕੱਟਿਆ ਜਾਣਾ ਤੇ ਉਹਨਾਂ ਦੇ ਵਿੱਚ ਹੰਗਾਮੇ ਨਾਂ ਦੀ ਚੀਜ਼ ਆਉਣੀ ਹੈ। ਦੂਜੀ ਗੱਲ ਨਹੀਂ, ਆਪੇ ਕੌਣ ਕਟਾਉਂਦਾ ਜੋਸ਼ੀ ਸਾਹਿਬ? ਆਪੇ ਕਿਸੇ ਨੂੰ ਘਰੇ ਆਉਂਦੀਆਂ ਰੋੜੀਆਂ ਕੋਈ ਮਾੜੀਆਂ ਥੋੜੀ ਲੱਗਦੀਆਂ ਨੇ। ਹਾਂਜੀ, ਤੁਹਾਡੀ ਗੱਲ ਸਹੀ ਆ, ਲੇਕਿਨ ਇਹਦੇ ਵਿੱਚ ਇਹ ਨਾ ਕਿ ਮੰਨ ਲਓ ਕਿ ਬੰਦਾ ਹੈ ਹੀ ਨਹੀਂ ਹੈ, ਉਹਦੇ ਨਾਂ ਤੇ ਨੀਲਾ ਉਹਦੇ ਨਾਂ ਤੇ ਕਾਰਡ ਬਣਿਆ ਹੋਇਆ, ਠੀਕ ਹੈ ਜੀ, ਉਹਦੇ ਨਾਂ ਦੇ ਉੱਤੇ ਡੀਪੂ ਹੋਲਡਰ ਜਿਹਦਾ ਪਹਿਲਾਂ ਕੰਮ ਸ਼ੁਰੂ ਹੋਇਆ ਸੀਗਾ। ਮੈਨੂੰ ਅਜੇ ਵੀ ਯਾਦ ਆ ਕਿ ਇੱਕ ਗੱਲ ਆਈ ਸੀ ਕਿ ਉਹ ਜੀ ਅੰਗੂਠਾ ਲਾ ਕੇ ਜਾਓ ਤੁਸੀਂ। ਉਹ ਅੰਗੂਠਾ ਲਾ ਕੇ ਕਾਹਦੇ ਵਾਸਤੇ ਜਾਣਾ ਜੀ? ਤੁਸੀਂ ਜੇ ਅੰਗੂਠਾ ਲਗਾਓਗੇ ਉਹਦੇ ਉੱਤੇ ਸਮਾਰਟ ਕਾਰਡ ਬਣੇਗਾ ਤੇ ਉਸ ਮਹੀਨੇ ਤੁਹਾਨੂੰ ਰਾਸ਼ਨ ਨਹੀਂ ਮਿਲੇਗਾ, ਰਾਸ਼ਨ ਅਗਲੇ ਮਹੀਨੇ ਆਏਗਾ, ਕਿਉਂਕਿ ਅੰਗੂਠਾ ਲਾ ਕੇ ਅਸੀਂ ਸਮਾਰਟ ਕਾਰਡ ਔਨ ਕਰਨਾ, ਜਦ ਕਿ ਅੰਗੂਠਾ ਲਾ ਕੇ ਉਸ ਮਹੀਨੇ ਦਾ ਸਾਰਾ ਰਾਸ਼ਨ ਜ਼ਬਤ ਕੀਤਾ ਗਿਆ ਸੀਗਾ। ਇਹ ਚੀਜ਼ਾਂ ਠੱਗੀ ਮਾਰਨ ਵਾਲੀਆਂ ਹੋਈਆਂ ਨੇ। ਦੂਜੀ ਗੱਲ ਜਿਹੜੀ ਇੱਕ ਬੜੀ ਇੰਪੋਰਟੈਂਟ ਗੱਲ ਇਹਦੇ ਵਿੱਚ ਇਹ ਆਉਂਦੀ ਆ ਕਿ ਇਹ ਪੀਡੀਐਸ ਚੌਲ ਨੇ ਜਿਹੜੇ 2 ਰੁਪਏ ਕਿਲੋ ਵਾਲੇ ਜਾਂ ਆਟਾ ਚੌਲ ਸਕੀਮ ਜੋ ਵੀ ਸੀਗੀ ਅਕਾਲੀ ਭਾਜਪਾ ਸਰਕਾਰ ਜਾਂ ਮਨਮੋਹਨ ਸਿੰਘ ਸਰਕਾਰ ਜਿਹੜੀ ਵੀ ਸਰਕਾਰਾਂ ਚ ਆਈਆਂ ਨੇ, ਇਹ ਪੀਡੀਐਸ ਜਿਹੜੀ ਹੁੰਦੀ ਨਾ, ਪੀਡੀਐਸ 2 ਰੁਪਏ ਦਾ ਮਿਲਦਾ ਸੀਗਾ, ਠੀਕ ਆ ਜੀ। ਇਹਦਾ ਰੇਟ ਫਿਕਸ ਸੀਗਾ। ਹੋਇਆ ਕੀ ਹੈ ਕਿ ਸਰਕਾਰਾਂ ਦੇ ਵੱਲੋਂ ਪੀਡੀਐਸ ਚੌਲ ਭੇਜਿਆ ਜਾਂਦਾ ਸੀ, ਡੀਪੂ ਹੋਲਡਰ ਉਹਨਾਂ ਪੀਡੀਐਸ ਚੌਲਾਂ ਨੂੰ ਜਾਂ ਕਣਕ ਨੂੰ ਇਸ ਤਰੀਕੇ ਸਿਰ ਗੋਲਮਾਲ ਕਰਦੇ ਸੀਗੇ ਤੇ ਉਹਦਾ ਇੱਕ ਬਹੁਤ ਵੱਡਾ ਘੁਟਾਲਾ ਬਾਅਦ ਚੋਂ ਆ ਗਿਆ ਸੀ ਰਾਈਸ ਮਿਲਿੰਗ ਦੇ ਵਿੱਚ। ਮੰਨ ਲਓ ਇੱਕ ਮੰਡੀ 'ਚ 5 ਲੱਖ ਬੋਰੀ ਆਉਂਦੀ ਆ ਝੋਨੇ ਦੀ ਤੇ ਬਿਲਿੰਗ ਹੁੰਦੀ 7 ਲੱਖ ਬੋਰੀ। ਉਹ 2 ਲੱਖ ਬੋਰੀ ਕਿਹੜੀ ਹੈ ਜਿਹੜੀ ਨਾ ਤੇ ਮੰਡੀ 'ਚ ਆਈ, ਉਹਦੀ ਢਵਾਈ ਵੀ ਖਾਧੀ ਗਈ, ਉਹਦੀ ਸਵਾਈ ਵੀ ਖਾਧੀ ਗਈ, ਉਹਦੇ ਪੈਸੇ ਵੀ ਖਾਧੇ ਗਏ। ਫਿਰ ਉਹ 2 ਲੱਖ ਬੋਰੀ ਦੇ ਵਿੱਚੋਂ ਜਿੰਨਾ ਚੌਲ ਨਿਕਲਣਾ ਜਿਹੜਾ ਕਿ 30-31 ਰੁਪਏ ਸਰਕਾਰ ਨੂੰ ਜਾਂਦਾ ਸੀ, ਉਹ ਚੌਲ 2 ਰੁਪਏ ਪੀਡੀਐਸ ਦਾ ਚੌਲ ਲੈ ਕੇ ਉਹਨੂੰ ਰਿਫਾਈਨ ਕਰਕੇ 15 ਰੁਪਏ ਹਿਸਾਬ ਸਿਰ ਸ਼ੈਲਰਾਂ ਵਾਲੇ ਨੂੰ ਪਹੁੰਚਾ ਕੇ ਤੇ ਫਿਰ ਸ਼ੈਲਰ ਵਾਲੇ ਉਸ 2 ਲੱਖ ਬੋਰੀ ਨੂੰ ਪੂਰਾ ਕਰਦੇ ਹੁੰਦੇ ਸੀਗੇ। ਸੋ ਇੱਕ ਬਹੁਤ ਵੱਡਾ ਇਹ ਕਾਲਾ ਬਾਜ਼ਾਰੀ ਦਾ ਕੰਮ ਚੱਲਿਆ ਵਾ। ਆ ਜਿਹੜੇ ਆਸ਼ੂ ਜੀ ਸਾਡੇ ਜੇਲ੍ਹ 'ਚ ਬੈਠੇ ਨੇ ਮਿਨਿਸਟਰ ਸਾਹਿਬ, ਇਹ ਵੀ ਕਿਸੇ ਨਾ ਕਿਸੇ ਉਸ ਘੁਟਾਲੇ ਦਾ ਹਿੱਸਾ ਹੈਗੇ ਨੇ। ਔਰ ਬਾਕੀ ਜਿਹੜੀ ਗੱਲ ਹੈ ਕਿ ਲਿਆ ਦਿੱਤਾ ਜਾਂਦਾ, ਇਹ ਬਿਲਕੁਲ ਸਹੀ ਗੱਲ ਕੀਤੀ ਜਾ ਰਹੀ ਹੈ। ਮੈਂ ਅਜੇ ਵੀ ਅਹਿਬਾਬ ਜੀ ਨੂੰ ਇਹ ਬੇਨਤੀ ਕਰਨਾ, ਅਹਿਬਾਬ ਜੀ ਇੱਕ ਵਾਰੀ ਬਾਰਡਰ ਦੇ ਇਲਾਕੇ ਵੱਲ ਹੋ ਕੇ ਆਇਓ, ਜਿਹੜਾ ਗੁਰਦਾਸਪੁਰ ਜ਼ਿਲ੍ਹਾ ਤੇ ਅੰਮ੍ਰਿਤਸਰ ਜ਼ਿਲ੍ਹਾ ਦਾ ਬਾਰਡਰ ਇਲਾਕਾ ਵਾ। ਉੱਥੇ ਤੁਹਾਨੂੰ ਮੈਂ ਕਹਿੰਦਾ ਕਿ ਵਿਜੀਲੈਂਸ ਇਨਕੁਆਇਰੀ ਕਰਾ ਲਓ ਔਰ ਦੂਸਰਾ ਇੱਕ ਪ੍ਰੋਸੀਜਰ ਅਡਾਪਟ ਕਰ ਲਓ ਕਿ ਜਿਹੜੇ ਨੀਲੇ ਕਾਰਡ ਕੱਟੇ ਜਾਣੇ ਨੇ ਉਹ ਸਹੀ ਕੱਟੇ ਜਾਣ, ਉਹਨਾਂ ਦੇ ਨਾ ਕੱਟੇ ਜਾਣ ਜਿਹੜੇ ਵਿਚਾਰੇ ਵਾਕਈ ਬਿਲੋ ਪਾਵਰਟੀ ਲਾਈਨ ਦੇ ਉੱਤੇ ਨੇ ਜਾਂ 65 ਸਾਲ ਤੋਂ ਉੱਪਰ ਵਾਲੇ ਨੇ, ਜਾਂ ਜਿਹੜੀ ਵੀ ਸਰਕਾਰ ਦੀ ਪਾਲਿਸੀ ਆ। ਬਾਕੀ ਇਹ ਗੱਲ ਬਿਲਕੁਲ ਸਹੀ ਆ, ਇਹ ਲੈਣ ਦੇਣ ਚੱਲਦਾ ਵਾ। ਇਹ ਲੈਣ ਦੇਣ ਨੂੰ ਜੇ ਸਰਕਾਰ ਸੀਰੀਅਸਲੀ ਲੈ ਕੇ ਨਕੇਲ ਪਾਏਗੀ ਤੇ ਮੈਨੂੰ ਨਹੀਂ ਲੱਗਦਾ ਕਿ ਇਦਾਂ ਦੀ, ਕਿਉਂਕਿ ਅਸੀਂ ਤੇ ਇੱਕ ਬੰਨੇ ਲੰਗਰ ਲਾਉਨੇ ਆ, ਇਹ ਪੰਜਾਬ ਦੀ ਧਰਤੀ ਆ, ਗੁਰੂ ਘਰ ਟੁੱਟ ਲੰਗਰ ਚੱਲਦਾ ਉੱਥੇ। ਅਸੀਂ ਇੱਕ ਬੰਨੇ ਤੇ ਦਾਨ ਪੁੰਨ ਕਰਦੇ ਆ, ਮੱਸਿਆ ਦੇ ਉੱਤੇ ਕਰਦੇ ਆ, ਕਾਸ਼ਤੀ ਤੇ ਕਰਦੇ ਆ ਵੀ ਅਸੀਂ ਦਾਨ ਪੁੰਨ ਕਰ ਦਿੱਤਾ ਤੇ ਸਾਡੇ ਜੀ ਭਾਗ ਖੁੱਲ ਗਏ, ਅਸੀਂ ਪੁੰਨ ਦਾ ਕੰਮ ਕਰਤਾ। ਦੂਜੇ ਬੰਨੇ ਅਸੀਂ ਲੋਕਾਂ ਦਾ ਨਾਜ ਹੀ ਖਾਈ ਜਾਂਦੇ, ਗਰੀਬ ਬੱਚਿਆਂ ਲੋਕਾਂ ਦਾ। ਠੀਕ ਹੈ। ਇੱਥੇ ਆ ਕੇ ਇਹ ਇੱਕ ਸਮਾਜਿਕ ਤੌਰ ਦੇ ਤੇ ਇੱਕ ਇਨਸਾਨੀਅਤ ਦੇ ਨਾਤੇ ਵੀ ਇੱਕ ਬਹੁਤ ਮਾੜੀ ਗੱਲ ਹੈ ਕਿ ਤੁਸੀਂ ਕਿਸੇ ਗਰੀਬ ਆਦਮੀ ਦੇ ਅਨਾਜ ਨੂੰ ਉਹ ਤੱਕ ਨਾ ਪਹੁੰਚਾ ਕੇ। ਹੁਣ ਸਿੰਪਲ ਜੀ ਗੱਲ ਆ, ਤੁਸੀਂ ਝਾਤੀ ਮਾਰਿਓ ਜਾ ਕੇ। ਮੈਂ ਇਸ ਗੱਲੋਂ, ਕਿਉਂਕਿ ਹਰ ਵਾਰੀ ਮੈਂ ਕਹਿੰਦਾ ਨਾ ਕਿ ਸਬੂਤ ਨਹੀਂ ਹੈਗਾ, ਪ੍ਰੂਫ ਨਹੀਂ ਹੈਗਾ, ਵੀਡੀਓ ਨਹੀਂ ਹੈਗੀ ਜਿੱਤੇ ਮੈਂ ਤੁਹਾਨੂੰ ਵੀਡੀਓ ਵਿਖਾਦਾ, ਲੇਕਿਨ ਮੈਂ ਕੰਨੀ ਗੱਲਾਂ ਸੁਣੀਆਂ ਨੇ। ਮਤਲਬ ਧੂਆਂ ਉੱਠਾ ਹੈ, ਆਗ ਕहीं लगी होगी। ਸੋ ਪੰਜਾਬ ਸਰਕਾਰ ਨੂੰ ਬੇਨਤੀ ਹੈ ਇੱਕ ਵਾਰੀ ਵਿਜੀਲੈਂਸ ਇਨਕੁਆਇਰੀ ਪਾਈ ਜਾਵੇ ਬਾਰਡਰ ਦੇ ਏਰੀਏ ਤੇ ਉੱਤੇ ਜਾ ਕੇ, ਜਿੱਥੋਂ ਕਿ ਸੁਣਨ ਨੂੰ ਗੱਲਾਂ ਆਈਆਂ ਨੇ। ਠੀਕ ਹੈ ਜੀ। ਔਰ ਦੂਸਰਾ, ਨੀਲੇ ਕਾਰਡ ਕੱਟਣ ਦਾ ਇੱਕ ਸਹੀ ਪ੍ਰੋਸੀਜਰ ਅਡਾਪਟ ਕੀਤਾ ਜਾਵੇ। ਉਹਦੇ ਵਾਸਤੇ ਇੱਕ ਪਾਲਿਸੀ ਲਿਆਈ ਜਾਵੇ ਕਿ ਜਿਹੜੇ ਬੰਦੇ ਹੈ ਹੀ ਨਹੀਂ ਆ ਉਹਨਾਂ ਦੇ ਨਾਂ ਦੇ ਉੱਤੇ ਕਿੱਦਾਂ ਕੋਈ ਨਹੀਂ। ਸਰਕਾਰ ਇੱਥੇ ਵੀ ਠੀਕ ਆਪਣੀ ਥਾਂ ਤੇ, ਲੇਕਿਨ ਇੱਥੇ ਸਰਕਾਰ ਤਾਂ ਗਲਤ ਥੋੜੀ ਹੋ ਜਾਂਦੀ ਹੈ ਵੀ ਜਿਹੜੇ ਵਿਚਾਰੇ ਹੈਗੇ ਨੇ ਲੋ ਪਾਵਰਟੀ ਲਾਈਨ ਵਾਲੇ ਨੇ, ਜਿੰਨਾ ਨੀਲਾ ਕਾਰਡ ਇੱਕ ਟੈਂਪਰੇਰੀ ਕਾਰਡ ਹੈ, 4-5 ਸਾਲ ਦੀ ਮਿਆਦ ਹੁੰਦੀ ਸਾਰੀ ਇਹਦੀ, ਰਿਨਿਊ ਹੁੰਦੇ ਨੇ। ਇਹਦੇ ਉੱਤੇ ਸਰਕਾਰ ਨੂੰ, ਪਰ ਚਲੋ ਕਈ ਕਾਰਨਾਂ ਕਰਕੇ ਗੱਲਾਂ ਕਈ ਚੀਜ਼ਾਂ ਦੇ ਉੱਤੇ ਨਿਰਭਰ ਵੀ ਕਰਦੀਆਂ ਨੇ। ਹੁਣ 2011 ਤੋਂ ਬਾਅਦ ਮਰਦਮਸ਼ੁਮਾਰੀ ਵੀ ਨਹੀਂ ਹੋਈ, ਬਹੁਤ ਸਾਰਾ ਕੁਝ ਹੁੰਦਾ ਹੈ। ਜੇ ਸਰਪੰਚਾਂ ਦੀ ਵੀ ਡਿਊਟੀ ਲਾਈ ਜਾਂਦੀ ਹੈ, ਦੂਜੇ ਸਰਕਾਰ ਦੇ ਪੰਚ ਸਰਪੰਚ ਹੁੰਦੇ ਆ, ਉਹ ਵੀ ਸਹੀ ਜਿਹੀ ਇਨਫੋਰਮੇਸ਼ਨ ਦਿੰਦੇ। ਜੇ ਮਾਸਟਰ ਇਹ ਵਾਲੇ ਪਾਸੇ ਲਾ ਦੇਣ ਫਿਰ ਆਪ ਵਾਲਿਆਂ ਨੂੰ ਘੇਰਨਾ ਸ਼ੁਰੂ ਕਰ ਦੇਣਗੇ, ਦੇਖੋ ਜੀ ਮਾਸਟਰ ਕਿਹੜੇ ਪਾਸੇ ਲਾਤੇ। ਸੋ ਗੱਲਾਂ ਕਈ ਨੇ। ਸਰਕਾਰ ਮੇਰੇ ਖਿਆਲ ਨਾਲ ਇਸ ਵੇਲੇ ਇਹਦੇ ਵਿੱਚ ਨਾ ਇੱਕ ਜਿਹੜੀ ਮਤਲਬ ਖਾਸ ਚੀਜ਼ ਹੈਗੀ ਹੈ। ਦੇਖੋ ਉਸ ਟਾਈਮ BPL ਕਿਹਾ ਜਾਂਦਾ ਸੀ, ਜਿਹੜੇ 27,000 ਰੁਪਏ ਸਾਲਾਨਾ ਆਮਦਨ ਵਾਲੇ ਲੋਕ ਹੁੰਦੇ ਨੇ, ਠੀਕ ਹੈ ਜੀ। 27,000 ਰੁਪਏ ਸਾਲਾਨਾ ਆਮਦਨ ਵਾਲੇ ਲੋਕਾਂ ਨੂੰ ਤਕਰੀਬਨ BPL ਦੇ ਵਿੱਚ ਲਿਆ ਜਾਂਦਾ ਸੀ। ਤੇ ਪੂਅਰ ਲੋਕ, ਇਹ 'ਚ 2 ਚੀਜ਼ਾਂ ਨੇ, ਇਹ 'ਚ ਇੱਕ ਗਰੀਬ ਲੋਕ ਨੇ, ਇੱਕ ਬਿਲੋ ਪਾਵਰਟੀ ਲਾਈਨ ਵਾਲੇ ਨੇ। ਹਾਂ ਬਿਲਕੁਲ, ਇਹ ਬੜਾ ਇੰਪੋਰਟੈਂਟ, ਇਹ ਬੜਾ ਇੰਪੋਰਟੈਂਟ ਆ ਜਿਹੜੀ ਗਰੀਬੀ ਰੇਖਾ ਤੋਂ ਹੇਠਾਂ, ਗਰੀਬੀ ਰੇਖਾ ਤੋਂ ਹੇਠਾਂ ਵਾਲੇ ਲੋਕ ਅਲੱਗ ਮੰਨੇ ਜਾਂਦੇ ਨੇ, ਗਰੀਬ ਲੋਕ ਅਲੱਗ ਮੰਨੇ ਜਾਂਦੇ ਨੇ।
ਸੋ ਦੋਨਾਂ ਦੇ ਜੀਵਨ ਸਤਰ ਦੇ ਵਿੱਚ ਬੜਾ ਫਰਕ ਆ, ਦੋਨਾਂ ਦੇ ਲਾਈਫ ਸਟਾਈਲ 'ਚ ਬੜਾ ਫਰਕ ਆ, ਦੋਨਾਂ ਦੀਆਂ ਜ਼ਰੂਰਤਾਂ 'ਚ ਬੜਾ ਫਰਕ ਆ। ਇਸੇ ਗੱਲੋਂ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮਤਲਬ ਫਿਰ ਮੂੰਹ ਘਟਾਲਾ ਤੇ ਮੇਰੇ ਨਾਂ ਹੀ ਨਿਕਲੇ, ਲੇਕਿਨ ਮੈਂ ਕਹਿੰਦਾ ਕਿ ਇਹ ਜਿਹੜੀ ਹੇਰਾਫੇਰੀ ਹੋ ਰਹੀ ਹੈ ਇਹਨੂੰ ਬੰਦ ਕਰਨ ਵਾਸਤੇ ਉਚਿਤ ਕਦਮ ਚੁੱਕੇ ਜਾਣ। ਇੱਥੇ ਸਰਕਾਰ ਥੋੜੀ ਜਿਹੀ ਢਿੱਲੀ ਆ, ਡੀਐਫਸੀ ਨੂੰ ਆਰਡਰ ਕੱਢੇ ਜਾਣ, ਡੀਐਫਐਸਸੀ ਨੂੰ ਏਐਫਐਸਓ ਨੂੰ ਆਰਡਰ ਕੱਢੇ ਜਾਣ, ਪਤਾ ਲਾਇਆ ਜਾਏ ਡੀਪੂ ਹੋਲਡਰ ਕੀ ਕਰਦੇ ਪਏ ਨੇ। ਠੀਕ ਹੈ, ਇੱਕ ਬੰਨੇ ਡੀਪੂ ਹੋਲਡਰ ਕੁੱਟ ਖਾਣ ਡੇ ਆ ਵੀ ਨੀਲੇ ਕਾਰਡ ਕੱਟਣ ਦਾ ਪ੍ਰੋਸੀਜਰ ਗਲਤ ਆ, ਦੂਜੇ ਬੰਨੇ ਡੀਪੂ ਹੋਲਡਰ ਹੀ ਰੁਬਰੇ ਮਾਲ ਵੇਚੀ ਜਾਣ ਡੇ ਨੇ। ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ, ਲੈਣ ਦੇ ਨਾਲ ਕੰਮ ਚੱਲਦਾ ਪਿਆ। ਠੀਕ ਹੈ। ਗਰੇਵਾਲ ਸਾਹਿਬ, ਗੱਲ ਇਹ ਹੈ ਵੀ ਚੇਤਨ ਜੋਸ਼ੀ ਸਾਹਿਬ ਦੀ ਜਿਹੜੀ ਗੱਲ ਚੋਂ ਮੈਨੂੰ ਮੁੱਖ ਬਿੰਦੂ ਲੱਭਿਆ ਵੀ ਨੀਲੇ ਕਾਰਡ ਡੀਪੂ ਹੋਲਡਰਾਂ ਦੇ ਨੀਲ ਨਾ ਪਵਾ ਦੇਣ, ਉਹ ਥੋੜਾ ਜਿਹਾ ਤੁਸੀਂ ਦੇਖ ਕੇ ਚੱਲਿਓ, ਕਿਤੇ ਐਵੇਂ ਉਹਨਾਂ ਦੇ ਥਾਂ ਥਾਂ ਨੀਲ ਪਏ ਰਹਿਣ, ਕਿਤੇ ਕਿਤੇ ਡਾਂਗ ਚੱਲਦੀ ਹੈ ਤੇ ਕਿਤੇ ਚੱਲਦੀ ਹੈ। ਪਰ ਦੂਜੀ ਗੱਲ ਇਹ ਆ ਜਿਹੜੀ ਪੈਨਸ਼ਨ ਵਾਲੀ ਗੱਲ ਦਾ ਸੁਖਦੇਵ ਸਿੰਘ ਹੋਰਾਂ ਨੇ ਕਿਹਾ ਵੀ ਤੁਹਾਡੇ ਕੋਲ ਇਨਫੋਰਮੇਸ਼ਨ ਭਾਵੇਂ ਪੂਰੀ ਨਾ ਹੋਵੇ ਪਰ ਸਰਕਾਰ ਨੇ ਆਰਡਰ ਕਰ ਦਿੱਤੇ ਆ, ਭਾਵੇਂ ਉਹਦੇ ਵਿੱਚ ਫਿਰ ਵੀ ਕੋਈ ਪ੍ਰੋਵੀਜ਼ਨ ਰੱਖੀ ਗਈ ਹੈ। ਪਰ ਗੱਲ ਇਹ ਹੈ ਕਿ ਬਹੁਤ ਇਹ ਜਿਹੜੀ ਪੈਨਸ਼ਨ ਲਾਈ ਗਈ ਸੀ ਬੜੀ ਘੋਖ ਪੜਤਾਲ ਕਰਕੇ ਲਾਈ ਗਈ ਸੀਗੀ। ਮੈਨੂੰ ਯਾਦ ਹੈ ਕਿ ਜਿਹੜੇ ਆਂਗਨਵਾੜੀ ਵਾਲੇ ਸੀਗੇ ਉਹਨਾਂ ਨੂੰ ਇਹਦੀਆਂ ਡਿਊਟੀਆਂ ਦਿੱਤੀਆਂ ਗਈਆਂ ਸੀਗੀਆਂ, ਬਹੁਤ ਔਖੇ ਹੋ ਕੇ ਲੋਕਾਂ ਨਾਲ, ਕਈ ਲੋਕਾਂ ਜਿਹੜੇ ਲੋੜਵੰਦ ਸੀ ਉਹਨਾਂ ਦੀ ਲੱਗੀ ਵੀ ਨਹੀਂ ਸੀ, ਪਰ ਕਈਆਂ ਦੀ ਖੈਰ ਬਾਅਦ ਦੇ ਵਿੱਚ ਲੱਗੀ। ਪਰ ਜਦੋਂ ਇੱਕ ਵਾਰੀ ਕੱਟੀ ਜਾਂਦੀ ਹੈ ਤੇ ਉਸ ਤੋਂ ਬਾਅਦ ਫੇਰ ਲਵਾਉਣ ਦੇ ਵਿੱਚ ਗਰੇਵਾਲ ਸਾਹਿਬ ਬਹੁਤ ਮਹੀਨਿਆਂ ਦਾ ਗੈਪ ਪੈ ਜਾਂਦਾ। ਅਸੀਂ ਨਹੀਂ ਚਾਹੁੰਦੇ ਕੋਈ ਬੰਦਾ ਤੰਗ ਪਰੇਸ਼ਾਨ ਹੋ ਕੇ ਪੁੱਠਾ ਸਿੱਧਾ ਕਦਮ ਚੁੱਕੇ ਤੇ ਸਾਨੂੰ ਫਿਰ ਉਸ ਵਿਸ਼ੇ ਤੇ ਚਰਚਾ ਰੱਖਣੀ ਪਵੇ। ਨਹੀਂ, ਬਿਲਕੁਲ ਬਿਲਕੁਲ ਠੀਕ ਹੈ ਰਜੋਤ ਜੀ, ਤੁਸੀਂ ਠੀਕ ਹੈ, ਸੁਖਦੇਵ ਜੀ ਨੇ ਮੈਨੂੰ ਕਰੈਕਟ ਕੀਤਾ ਕਿ ਹਾਂ ਪਾਸ ਕੀਤਾ ਗਿਆ, ਪਰ ਉਹਨੂੰ ਕਰੈਕਸ਼ਨ ਦਾ ਪ੍ਰੋਸੈਸ ਸਾਡਾ ਅਲਟੀਮੇਟ ਏਮ ਇਹ ਹੈ ਜੀ ਕਿ ਡਿਲੀਵਰੀ ਹੋਵੇ ਡੋਰ ਸਟੈਪ, ਚਾਹੇ ਰਾਸ਼ਨ ਦੀ ਹੋਵੇ ਤੇ ਚਾਹੇ ਹੋਵੇ ਪੈਨਸ਼ਨ ਦੀ, ਡੋਰ ਸਟੈਪ ਡਿਲੀਵਰੀ ਹੋਵੇ। ਇਹ ਸਾਡਾ ਅਲਟੀਮੇਟ ਏਮ ਹੈ ਕਿ ਲੋਕਾਂ ਨੂੰ ਲੈਣ ਜਾਣਾ ਨਾ ਪਵੇ। ਤੇ ਜਦੋਂ ਇਹ ਡੋਰ ਸਟੈਪ ਡਿਲੀਵਰੀ ਹੁੰਦੀ ਹੈ ਉਹਨੂੰ ਆਟੋਮੈਟਿਕ ਵੈਰੀਫਿਕੇਸ਼ਨ ਹੋ ਜਾਂਦੀ, ਜਿਹੜਾ ਵੀ ਡਿਲੀਵਰ ਕਰਦਾ ਜਿਸ ਤਰ੍ਹਾਂ ਵੀ ਡਿਲੀਵਰੀ ਹੁੰਦੀ ਹੈ ਆਟੋਮੈਟਿਕ ਵੈਰੀਫਿਕੇਸ਼ਨ ਨਾਲ ਦੀ ਨਾਲ ਹੋ ਜਾਂਦੀ ਹੈ। ਸੋ ਉਹ ਸਾਡਾ ਅਲਟੀਮੇਟ ਏਮ ਹੈ। ਹਾਂ, ਉਹਦੇ ਵਿੱਚ ਥੋੜਾ ਸਮੇਂ ਹੈ। ਜੋਸ਼ੀ ਜੀ ਜਿਸ ਤਰ੍ਹਾਂ ਪੁਆਇੰਟ ਆਊਟ ਕਰ ਰਹੇ ਕਿ ਬਾਰਡਰ ਏਰੀਆ ਇਹਨਾਂ ਨੂੰ ਅੰਦੇਸ਼ਾ ਹੈ ਕਿ ਕੁਝ ਨਾ ਕੁਝ ਖਰਾਬੀ ਹੋਈ ਹੈ। ਆਪਾਂ ਟੋਟਲੀ ਜਾਣਦੇ ਹਾਂ ਕਿ ਆਪਣਾ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਦੇ ਵਿੱਚ ਘਾਟ ਕਮੀਆਂ ਹੈਗੀਆਂ। ਅਸੀਂ ਤਾਂ ਹੀ ਬੇਨਤੀ ਕਰ ਰਹੇ ਸੀਗੇ ਕਿ ਸਾਡਾ ਸਰਵੇ ਚੱਲ ਰਿਹਾ ਹੈ, ਅਸੀਂ ਇੱਕ ਸਾਇੰਟੀਫਿਕ ਤਰੀਕੇ ਨਾਲ ਸਰਵੇ ਕਰ ਰਹੇ ਤਾਂ ਕਿ ਅਸੀਂ ਆਇਡੈਂਟੀਫਾਈ ਕਰ ਲਈਏ ਤੇ ਸਾਨੂੰ ਥੋੜਾ ਜਿਹਾ ਸਮਾਂ ਦੇ ਦਿਓ ਕਿ ਚਲੋ ਕੱਟ ਆਫ ਕਰ ਦੇਣ। ਪਰ ਅਗੇਨ ਇੱਥੇ ਵੀ ਸਮਝਣਾ ਜ਼ਰੂਰੀ ਹੈ ਕਿ ਜਿੱਥੇ ਕੇਂਦਰ ਸਰਕਾਰ ਨੇ 80-90 ਕਰੋੜ ਬੰਦੇ ਬਾਰੇ ਸੋਚਣਾ, ਆਪਾਂ ਇਹ ਨਹੀਂ ਸੋਚ ਸਕਦੇ ਕਿ ਉਹ 21-2% ਆਬਾਦੀ ਪਾਪੂਲੇਸ਼ਨ ਹੀ ਰੁਕਣਗੇ ਜਾਂ ਕੁਝ ਹੋਰ ਹੋਊਗਾ। ਤੇ ਉਹਦੇ ਵਿੱਚ ਇਹਨਾਂ ਦਾ ਕਸੂਰ ਨਹੀਂ ਹੈ ਕਿਉਂਕਿ ਇਹਨਾਂ ਨੇ ਸਾਰੇ ਦੇਸ਼ ਦੀ ਦੇਖੇ। ਸੋ ਇਹਦੇ 'ਚ ਅਸੀਂ ਇਸ ਗੱਲ ਦਾ ਆਸ਼ਵਾਸਨ ਕਰਦੇ ਹਾਂ ਕਿ ਅਫਕੋਰਸ ਮੈਂ ਇਹ ਬਿਲਕੁਲ ਨਹੀਂ ਕਹੂੰਗਾ ਕਿ ਇਹਦੇ 'ਚ ਕੁਝ ਅੱਧਾ ਪੌਣਾ % ਕੇਸ ਇਹੋ ਜਿਹੇ ਹੋਣਗੇ ਜਿੱਥੇ ਖਰਾਬੀ ਹੋਈ ਹੈ। ਉਹਨਾਂ ਨੂੰ ਸਹੀ ਕਰਨ ਲਈ ਮੈਂ ਬਾਰ-ਬਾਰ ਰਿਕੁਐਸਟ ਕਰਦਾ ਕਿ ਪਲੀਜ਼ ਪੁਆਇੰਟ ਆਊਟ ਕਰੋ। ਅਸੀਂ ਆਸ਼ਵਸਤ ਕਰਦੇ ਕਰੈਕਸ਼ਨ ਹੋਏਗੀ। ਐਂਡ ਜਿਵੇਂ ਤੁਸੀਂ ਕਿਹਾ ਕਿ ਇੱਕ ਵਾਰੀ ਜੇ ਕੱਟਿਆ ਜਾਂਦਾ ਫਿਰ ਲਵਾਉਣ ਲਈ ਬੰਦੇ ਦੀ ਵਿਚਾਰ ਦੀਆਂ ਗੋਟੀਆਂ ਲੱਗ ਜਾਂਦੀਆਂ ਤੇ ਜਿਹੜੇ ਪੈਸੇ ਉਸ ਸਮੇਂ ਦੇ ਮਿਸ ਹੋਏ ਉਹ ਵੀ ਬਹੁਤ ਖਰਾਬੀ ਕਰਦੇ ਆ। ਤੇ ਇਹਦੇ ਵਿੱਚ ਜੋ ਵੀ ਕੋਈ ਕਮੀ ਤਰੁੱਟੀ ਹੋਊਗੀ ਮੈਂ ਤੁਹਾਨੂੰ ਅਸ਼ੋਰ ਕਰਦਾ ਜਿੰਨੇ ਜੋਗਾ ਹੈਗਾ, ਜੋ ਸਾਡੀ ਡਿਊਟੀ ਲੱਗਦੀ ਹੈ ਸਾਡੇ ਤੋਂ, ਜੋ ਬਰੀਫ ਮੰਗਿਆ ਜਾਂਦਾ ਮੈਂ ਉਹ ਬਰੀਫ ਜ਼ਰੂਰ ਤਿਆਰ ਕਰਕੇ ਭੇਜੂਗਾ ਸਰਕਾਰ ਨੂੰ ਕਿ ਜਿਹੜੀ ਆਹ ਲੋਕਾਂ ਦਾ ਇੱਕ ਅੰਦੇਸ਼ਾ ਹੈ, ਇਸ ਅੰਦੇਸ਼ੇ ਨੂੰ ਚੈੱਕ ਵੀ ਕੀਤਾ ਜਾਵੇ ਤੇ ਇਹਦੇ ਲਈ ਸਟੈਪ ਵੀ ਚੱਕੇ ਜਾਣ। ਐਂਡ ਐਜ਼ ਟਰਾਂਸਪੇਰੈਂਟ ਐਜ਼ ਪੋਸੀਬਲ, ਜਿੰਨਾ ਟਰਾਂਸਪੇਰੈਂਟ ਇਹ ਪ੍ਰੋਸੈਸ ਬਣੂਗਾ ਜੀ ਉਨਾ ਹੀ ਵਧੀਆ ਹੋਊਗਾ ਕਿਉਂਕਿ ਦਿਸ ਇਜ਼ ਅਬਾਊਟ ਫੀਡਿੰਗ ਐਂਡ ਗਿਵਿੰਗ ਟੂ ਦ ਪੂਰੈਸਟ ਪਾਰਟ ਆਫ ਆਰ ਸੋਸਾਇਟੀ, ਆਪਣੇ ਸਮਾਜ ਦਾ ਉਹ ਹਿੱਸਾ ਜਿਹਨੂੰ ਸਭ ਤੋਂ ਵੱਧ ਲੋੜ ਹੈ। ਸੋ ਚਾਹੇ ਇੱਕ ਦੋ ਕਈ ਨਜਾਇਜ਼ ਲੈ ਜਾਣ ਪਰ ਕਿਸੇ ਜਾਇਜ਼ ਦਾ ਕੱਟਿਆ ਨਹੀਂ ਜਾਣਾ ਚਾਹੀਦਾ, ਸਾਡਾ ਇਹ ਮੋਟੋ ਹੈ ਸਰ। ਐਂਡ ਮੈਨੂੰ ਉਮੀਦ ਹੈ ਕਿ ਬਾਈ ਦ ਟਾਈਮ ਅਸੀਂ ਸਰਵੇ ਕੰਪਲੀਟ ਕਰਦੇ ਹਾਂ ਅਸੀਂ ਕਾਫੀ ਹੱਦ ਤੱਕ ਆਪਣੇ ਗੋਲਸ ਅਚੀਵ ਕਰ ਚੁੱਕੇ ਹੋਵਾਂ। ਨਹੀਂ, ਚਲੋ ਚੰਗੀ ਗੱਲ ਹੈ ਗਰੇਵਾਲ ਸਾਹਿਬ, ਜੇ ਵਾਕਈ ਇਸ ਤਰੀਕੇ ਨਾਲ ਹੁੰਦਾ। ਮੈਂ ਜ਼ਾਤੀ ਤੌਰ ਤੇ ਤੁਹਾਡਾ ਮਸ਼ਕੂਰ ਹਾਂ ਜੇ ਤੁਸੀਂ ਇਹ ਗੱਲ ਪਾਰਟੀ ਅੱਗੇ ਚੱਕਦੇ ਹੋ ਤੇ ਪਾਰਟੀ ਸਰਕਾਰ ਰੂਪ ਦੇ ਵਿੱਚ ਇਸ ਨੂੰ ਅਮਲ 'ਚ ਵੀ ਲਿਆਉਂਦੀ ਹੈ ਔਰ ਲੋਕ ਜਿਹੜੀ ਇੱਕ ਖੱਜਲ ਖੁਆਰੀ ਤੋਂ ਬਚਣਗੇ, ਇੱਕ ਵੇਸਟੇਜ ਆਫ ਮਨੀ ਤੋਂ ਜਿਹੜੀ ਹੈ ਉਹ ਸਾਡਾ ਸਿਸਟਮ ਜਿਹੜਾ ਉਹ ਬਚ ਜਾਵੇਗਾ। ਸੁਖਦੇਵ ਜੀ, ਗੱਲ ਨੂੰ ਥੋੜੀ ਜਿਹੀ ਅੱਗੇ ਤੋਰਦੇ ਹਾਂ, ਠੀਕ ਹੈ, ਇਹਦੇ ਉੱਤੇ ਅਸੀਂ ਸਾਰਿਆਂ ਨੇ ਮੰਨਿਆ। ਇੱਕ ਹੁਣ ਜਿਹੜੀ ਸਮਾਜ ਦੇ ਅੰਦਰ ਇਸ ਵੇਲੇ ਪੰਜਾਬ ਦੇ ਵਿੱਚ ਜਿਹੜੀ ਗਲੀ ਕੂਚੇ ਖੁੰਡਾਂ ਤੇ ਚਰਚਾ ਹੋ ਰਹੀ ਹੈ ਕਿ ਕਈ ਚੀਜ਼ਾਂ ਤਾਂ ਸਰਕਾਰ ਦੇ ਵੱਲੋਂ ਜੋ ਦਿੱਤੀਆਂ ਜਾ ਰਹੀਆਂ ਨੇ ਕਾਫੀ ਲਾਹੇਵੰਦ ਹੈ, ਕਈ ਅਜਿਹੀਆਂ ਚੀਜ਼ਾਂ ਵੀ ਨੇ ਵੀ ਜਿਨ੍ਹਾਂ ਨੂੰ ਜਾਰੀ ਰੱਖਣਾ ਵੋਟ ਦੀ ਇੱਕ ਮਜਬੂਰੀ ਹੋ ਗਈ ਹੈ, ਪਰ ਉਹ ਸਰਕਾਰੀ ਵਿਭਾਗਾਂ ਨੂੰ ਬਿਲਕੁਲ ਹੀ ਮਾਰਨ ਦੀ ਕਗਾਰ ਤੇ ਆ ਗਿਆ। ਉਹਨਾਂ ਦੇ ਵਿੱਚ ਫੋਰ ਐਗਜ਼ਾਮਪਲ ਪੰਜਾਬ ਰੋਡਵੇਜ਼ ਦਾ ਡਿਪਾਰਟਮੈਂਟ ਆ ਜਾਂਦਾ ਜਿਹੜੀ ਉਹਦੇ ਵਿੱਚ ਮੁਫਤ ਔਰਤਾਂ ਨੂੰ ਬੱਸ ਦੀ ਸਹੂਲਤ ਹੈ। ਹਾਂ ਠੀਕ ਹੈ, ਜਿਸ ਕਿਸੇ ਨੇ ਕਦੇ ਕਦਾਰ ਜਾਣਾ ਹੈ, ਕੋਈ ਗਰੀਬ ਹੈ ਜਾਂ ਕੁਝ ਵੀ ਹੈ, ਉਹਨਾਂ ਨੂੰ ਵੀ ਇਸ ਕਾਰਡ ਦੇ ਦਾਇਰੇ ਦੇ ਵਿੱਚ ਲਿਆਉਣਾ ਚਾਹੀਦਾ ਹੈ ਕਿਉਂਕਿ ਮੋਸਟਲੀ ਲੇਡੀਜ਼ ਉਹ ਸਫ਼ਰ ਕਰਦੀਆਂ ਨੇ ਸਵੇਰੇ 9 ਤੇ ਸ਼ਾਮ ਨੂੰ 5 ਵਜੇ ਜਿਹੜੀ ਆਫਿਸ ਵਾਲੇ ਹੁੰਦੇ ਆ।
ਤੇ ਮੰਨਿਆ ਜਾਂਦਾ ਕਿ ਜਿਹੜੀ ਬੀਬੀ ਇੱਕ ਦਫ਼ਤਰ ਦੇ ਵਿੱਚ ਲੱਗੀ ਹੋਈ ਕੰਮਕਾਜ ਕਰ ਸਕਦੀ ਹੈ ਤੇ ਉਹ 25-30 ਰੁਪਏ ਦਾ ਕਿਰਾਇਆ ਵੀ ਲੈ ਸਕਦੀ ਹੈ, ਪਰ ਇਹ ਸਹੂਲਤ ਨੇ ਪੰਜਾਬ ਰੋਡਵੇਜ਼ ਦਾ ਸਾਹ ਬਿਲਕੁਲ ਸੂਤ ਕੇ ਰੱਖ ਦਿੱਤਾ। ਨਹੀਂ, ਮੈਂ ਤੁਹਾਡਾ ਇਹ ਇਸ਼ੂ ਬਿਲਕੁਲ ਠੀਕ ਹੈ ਵੀ ਪਰ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਵੀ ਪੰਜਾਬ ਰੋਡਵੇਜ਼ ਦਾ ਜਿਹੜਾ ਸਾਹ ਸੂਤੇ ਇਸ ਕਰਕੇ ਵੀ ਗਏ ਵੀ ਸਾਡੇ ਕੋਲੇ ਡਿਪੂਆਂ ਦੇ ਵਿੱਚ ਬੱਸਾਂ ਖੜੀਆਂ ਨੇ, ਡਰਾਈਵਰ ਅਸੀਂ ਉੱਤੇ ਡਰਾਈਵਰ ਕੰਡਕਟਰ ਨਹੀਂ ਉੱਤੇ ਡਿਪਲੋਏ ਕਰ ਪਾ ਰਹੇ। ਸਭ ਤੋਂ ਵੱਡੀ ਪ੍ਰੋਬਲਮ ਸਾਡੀ ਇਸ ਵੇਲੇ ਪੰਜਾਬ ਰੋਡਵੇਜ਼ ਦੀ ਇਹ ਹੈ ਜਿਹਦੇ ਕਰਕੇ ਉਹ ਘਾਟੇ 'ਚ ਜਾਣਾ ਸ਼ੁਰੂ ਹੋਇਆ ਹੋਇਆ। ਉਹਦੇ ਜਿਹੜੇ ਡਰਾਈਵਰ ਕੰਡਕਟਰ ਉਹਦੇ ਤੇ ਹੈ ਨਹੀਂਗੇ ਔਰ ਬੱਸਾਂ ਸਾਡੀਆਂ ਡਿਪੂਆਂ ਦੇ ਵਿੱਚ ਖੜੀਆਂ ਨੇ ਔਰ ਨਵੀਆਂ ਬੱਸਾਂ ਖੜੀਆਂ ਨੇ। ਅਗਲੀ ਗੱਲ ਮੈਂ ਜਿਹੜੀ ਆਪਾਂ ਜਿਸ ਇਸ਼ੂ ਵਿਸ਼ੇ ਤੇ ਆਪਾਂ ਚੱਲ ਤੁਹਾਡਾ ਕਹਿਣ ਤੋਂ ਭਾਵ ਵੀ ਲਾਰੀਆਂ ਹੈਗੀਆਂ ਨੇ, ਲਾੜੇ ਨਹੀਂ ਹੈਗੇ। ਨਹੀਂ ਹੈ ਨਹੀਂ, ਬਿਲਕੁਲ ਇਹ ਔਨ ਰਿਕਾਰਡ ਗੱਲ ਹੈ। ਇਹ ਇਵਨ ਟਰਾਂਸਪੋਰਟ ਮਿਨਿਸਟਰ ਨੇ ਮੰਨੀ ਵੀ ਹੈ, ਇੰਡੀਆ ਵੀ ਉਹਨੇ ਮੰਨੀ ਨਹੀਂ, ਉਹਨੇ ਮੰਨੀ ਹੈ, ਔਨ ਰਿਕਾਰਡ ਹੈ ਗੱਲ ਇਹ। ਅਗਲੀ ਗੱਲ ਜਿਹੜਾ ਵਿਸ਼ੇ ਤੇ ਅੱਜ ਆਪਾਂ ਰਾਸ਼ਨ ਵਾਲੇ ਤੇ ਚੱਲੇ ਹੋਏ ਆ ਨਾ, ਮੇਰੀ ਇੱਕ ਬੇਨਤੀ ਜ਼ਰੂਰ ਹੈ ਇਸ ਵੇਲੇ ਦੀ ਸਾਡੀ ਸੂਬੇ ਦੀ ਸਰਕਾਰ ਵੀ ਭਾਈ ਤੁਸੀਂ ਕੱਲਾ ਇਹ ਦੇਖ ਕੇ ਇਹਦਾ ਦੇਖੋ ਵੀ ਉੱਪਰੋਂ ਹੁਕਮ ਆ ਗਿਆ 11% 12% ਉਹਨੇ ਕੱਟ ਲਾਤਾ ਤਾਂ ਥੱਲੇ ਲੋਕਾਂ ਦੇ ਆਪਾਂ ਗਲ ਘੁੱਟਣਾ ਸ਼ੁਰੂ ਕਰ ਦਈਏ। ਦੇਖੋ 2014 ਤੋਂ ਬਾਅਦ 8-10 ਕਰੋੜ ਲੋਕ ਹੋਰ ਜਿਹੜੇ ਨੇ ਵੱਧ ਗਏ ਨੇ, ਜਿਹੜੇ ਬਲੋ ਪਾਵਰਟੀ ਲਾਈਨ ਆਏ ਨੇ। ਇਹ ਅੰਕੜੇ ਸਰਕਾਰੀ ਆ, ਮੇਰੇ ਨਹੀਂ ਆਪਦੇ ਬਣਾਏ ਹੋਏ। ਪਰ ਉਸ ਤੋਂ ਬਾਅਦ ਉਹ ਸੈਂਟਰ ਕਰ ਕੀ ਰਿਹਾ, ਉਹ ਅਨਾਜ ਤੇ ਕੱਟ ਲਾ ਰਿਹਾ। ਸਾਡੇ ਬੈਨੀਫਿਸ਼ਰੀ ਤਾਂ ਵਧਣੇ ਚਾਹੀਦੇ ਨੇ, ਉਹ ਘਟਾ ਰਹੇ ਨੇ। ਔਰ ਅਗਲੀ ਗੱਲ ਜਿਹਦੇ ਤੇ ਕਿ ਸਾਡੀ ਸੂਬੇ ਦੀ ਸਰਕਾਰ ਪਹਿਰਾ ਨਹੀਂ ਦੇ ਰਹੀ ਔਰ ਇਹਨੂੰ ਇਹ ਪਹਿਰਾ ਦੇਣਾ ਚਾਹੀਦਾ, ਕਿਉਂਕਿ ਸੈਂਟਰ ਸਰਕਾਰ ਨੇ ਜਿਹੜਾ ਗਲ ਘੁੱਟਣ ਦਾ ਸੂਬੇ ਨੂੰ ਲੱਗਿਆ ਹੋਇਆ ਹੈ। ਜੇ ਤੁਸੀਂ ਪਿਛਲੀ ਗੱਲ ਇਹਦੇ ਨਾਲ ਸੰਬੰਧਿਤ ਹੈ, ਉਹ ਵੀ ਇਹ ਹੈ ਵੀ RDF ਸਾਡਾ ਜਿਹੜਾ ਸੀਗਾ ਸਾਨੂੰ 3% ਮਿਲਦਾ ਸੀਗਾ, ਉਹ ਪਿਛਲੀਆਂ 3 ਫਸਲਾਂ ਤੇ ਸਾਨੂੰ ਨਹੀਂ ਮਿਲਿਆ। ਇੱਕ ਫਸਲ ਕਾਂਗਰਸ ਸਰਕਾਰ ਦੀ ਮਿਲੀ ਸੀ, 2 ਫਸਲਾਂ ਇਹਨਾਂ ਦੀਆਂ ਵੀ ਚਲੀਆਂ ਗਈਆਂ। ਔਰ ਉਸ ਤੋਂ ਬਾਅਦ ਨਵਾਂ ਇੱਕ ਫਰਮਾਨ ਆ ਗਿਆ ਜਿਹੜਾ ਸਾਨੂੰ ਮਿਲਦੇ ਸੀਗੇ ਪੈਸੇ ਆਪਣਾ ਰੱਖ ਰਖਾਈ ਦੇ 3 ਰੁਪਏ, ਉਹ 1.5 ਰੁਪਇਆ ਕਰਤਾ। ਉਹ ਜੀ ਕਟੌਤੀ, ਹਾਂ ਬਿਲਕੁਲ ਸੀ, ਉਹ ਵੀ ਘਟਾਤੀ। ਮੇਰੇ ਖਿਆਲ ਦੇ ਵਿੱਚ ਜਿਹੜਾ ਅੱਜ ਮੰਡੀ ਬੋਰਡ ਦਾ ਜਿਹੜਾ ਦਿਵਾਲਾ ਨਿਕਲ ਰਿਹਾ ਉਹ ਇਸੇ ਕਰਕੇ ਨਿਕਲ ਰਿਹਾ। ਔਰ ਉਹਦੇ ਵਿੱਚ ਮੈਂ ਸੈਂਟਰ ਦੇ ਸਰਕਾਰ ਨਾਲ ਸੂਬੇ ਦੀ ਸਰਕਾਰ ਨੂੰ ਦੋਸ਼ੀ ਮੰਨਦਾ। ਜਦੋਂ RDF ਪਿਛਲੀਆਂ ਸਰਕਾਰਾਂ ਲੜ ਕੇ ਲੈ ਰਹੀਆਂ ਸੀ, ਇਹਨਾਂ ਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਕੰਡੀਸ਼ਨਾਂ ਬਦਲ ਦਿਓ, ਅਸੀਂ ਦੇ ਦਿਆਂਗੇ। ਇਹਨਾਂ ਨੇ ਗੋਡੇ ਟੇਕੇ, ਇਹਨਾਂ ਨੇ ਵਿਧਾਨ ਸਭਾ 'ਚ ਮਤਾ ਲੈ ਆਂਦਾ ਔਰ ਉਹਨੂੰ ਬਦਲ ਕੇ ਵੀ ਹਾਂ ਅਸੀਂ ਮੰਡੀ ਤੇ ਹੀ ਖਰਚਾਂਗੇ। ਜਦੋਂ ਇਹਨਾਂ ਨੇ ਮੰਡੀ ਤੱਕ ਮਹਿਦੂਦ ਕਰ ਲਿਆ, ਉਹਨਾਂ ਨੇ ਕਹਿੰਦਾ ਮੰਡੀ ਤੱਕ ਖਰਚੇ ਬਹੁਤੇ ਨਹੀਂ ਹੁੰਦੇ, ਅਸੀਂ ਘਟਾ ਦਿੰਦੇ ਆ। ਇਸ ਕਰਕੇ ਮੇਰੀ ਸੂਬੇ ਸਰਕਾਰ ਨੂੰ ਬੇਨਤੀ ਹੈ ਵੀ ਸੈਂਟਰ ਦੇ ਧੱਕਿਆਂ ਮੂਹਰੇ ਆਪਾਂ ਗੋਡੇ ਨਾ ਟੇਕੀਏ। ਇਹ ਜਿਹੜੀ ਇਹ ਗੱਲ ਹੈ, ਇਹਨਾਂ ਦੇ ਨਾਲ ਜੇ ਅੱਜ ਉਹ ਕੱਟ ਲਾਉਂਦੇ ਨੇ ਨਾ ਸਾਡੇ ਇਸ ਅਨਾਜ ਤੇ, ਜਿਹੜਾ ਕਿ ਰਾਈਟ ਟੂ ਫੂਡ ਐਕਟ ਦੇ ਮੁਤਾਬਕ ਸਾਡਾ ਬਣਦਾ ਹੈ, ਉਹ ਤੇ ਇਹਨਾਂ ਨੂੰ ਪਹਿਰਾ ਵੀ ਦੇਣਾ ਚਾਹੀਦਾ। ਹਾਂ ਬਿਲਕੁਲ, ਮੈਂ ਬੈਨੀਫਿਸ਼ਰੀ ਉਹਨਾਂ ਨੂੰ ਕੱਟਣ, ਹਾਂ ਉਹਨਾਂ ਕੱਟਣ, ਬਿਲਕੁਲ ਠੀਕ ਹੈ ਗੱਲ। ਮੈਂ ਚਾਹੁੰਦਾ ਸੀ, ਮੈਂ ਤੁਹਾਡਾ ਧੰਨਵਾਦ ਕਰਦਾ ਸੁਖਦੇਵ ਜੀ, ਤੁਸੀਂ ਇਸ ਇਸ਼ੂ ਨੂੰ ਛੇੜ ਲਿਆ। ਭੁੱਲਰ ਸਾਹਿਬ, ਇਹ ਤਾਂ ਗੱਲ ਹੈ ਕੇਂਦਰ ਦੇ ਵੱਲੋਂ ਹਰ ਜਿਹੜੀ ਸਕੀਮਾਂ ਸੂਬਿਆਂ ਦੇ ਨਾਲ ਸੰਬੰਧਿਤ ਇੱਕ ਸ਼ੇਅਰਿੰਗ ਦੇ ਵਿੱਚ ਨੇ, ਉਹਨਾਂ ਦੇ ਵਿੱਚ ਨਿਰੰਤਰ ਜਿਹੜੇ ਆ ਪਿਛਲੇ ਲੰਬੇ ਸਮੇਂ ਤੋਂ ਮੁਸਲਸਲ ਕੱਟ ਲਾਏ ਜਾ ਰਹੇ ਆ। ਤਾਂ ਜਿਹੜੀ ਗੱਲ ਸੁਖਦੇਵ ਜੀ ਹੋਰਾਂ ਨੇ ਚੱਕੀ ਹੈ ਕਿ ਵਾਕਈ ਹੀ ਹਕੀਕਤ ਇਹ ਤਾਂ ਨਹੀਂ ਹੈ ਕਿ ਉਸ ਕੱਟ ਦੇ ਕਰਕੇ ਇੱਧਰ ਕੈਂਚੀ ਚੱਲ ਰਹੀ ਹੋਵੇ? ਦੇਖੋ ਗੱਲ ਇਸ ਤਰ੍ਹਾਂ ਹੈਗੀ ਹੈ, ਚਾਹੇ ਸੈਂਟਰ ਸਰਕਾਰ ਹੈ ਚਾਹੇ ਪੰਜਾਬ ਸਰਕਾਰ ਹੈ, ਅੱਜ ਦੀ ਤਰੀਕ ਦੇ ਵਿੱਚ ਦੋਨੋਂ ਸਰਕਾਰਾਂ ਜਿਹੜੀਆਂ ਨੇ ਵੱਧ ਤੋਂ ਵੱਧ ਜਿਹੜੇ ਕਰਜ਼ੇ ਚੱਕ ਰਹੀਆਂ, ਕਰਜ਼ੇ ਦੇ ਸਿਰ ਤੋਂ ਸਰਕਾਰਾਂ ਚੱਲ ਰਹੀਆਂ। ਔਰ ਕੱਟ ਜਿਹੜੇ ਨੇ, ਕੱਟ ਗਰੀਬ ਆਦਮੀ ਤੇ ਲੱਗ ਰਿਹਾ ਹੈਗਾ, ਲੇਕਿਨ ਜਿਹੜੇ ਅਮੀਰ ਆਦਮੀ ਹੈ ਜਿਹਨਾਂ ਕੋਲ ਲੱਖਾਂ ਕਰੋੜਾਂ ਰੁਪਈਆ ਜਿਹੜਾ ਹੈਗਾ ਉਹ ਮਾਫ ਕੀਤਾ ਜਾ ਰਿਹਾ, ਜਾਂ ਉਹਨਾਂ ਦੇ ਕਰਜ਼ੇ ਜਿਹੜੇ ਨੇ ਸਾਈਡ ਤੇ ਕੀਤੇ ਜਾ ਰਹੇ ਆ, ਔਰ ਗਰੀਬ ਆਦਮੀ ਦੀ ਜੇਬ ਕੱਟ ਕੇ ਕੀਤੇ ਜਾ ਰਹੇ ਆ। ਔਰ ਮੈਂ ਅਭਾਵ ਗਰੇਵਾਲ ਜੀ ਨੂੰ ਇਹ ਗੱਲ ਕਹੂੰਗਾ ਕਿ ਗਰੀਬ ਦੀ ਜੇਬ ਕੱਟਣ ਦੀ ਬਜਾਏ ਤੁਸੀਂ ਆਪਣਾ ਰੈਵਨਿਊ ਅਗਰ ਇੰਕਰੀਜ਼ ਕਰ ਲਓ, ਜਿਹੜੇ ਤੁਸੀਂ ਵਾਅਦੇ ਕੀਤੇ ਸੀਗੇ ਸਰਕਾਰ ਚ ਆਉਣ ਤੋਂ ਪਹਿਲਾਂ ਜਦੋਂ ਇਲੈਕਸ਼ਨ ਲੜਦੇ ਸੀਗੇ ਵੀ ਅਸੀਂ ਰੈਵਨਿਊ ਜਿਹੜਾ ਸਾਨੂੰ ਪਤਾ ਬਲੂਪ੍ਰਿੰਟ ਹੈਗਾ ਸਾਡੇ ਕੋਲ, ਅਸੀਂ ਆਪਣਾ ਰੈਵਨਿਊ ਵਧਾ ਸਕਦੇ ਹਾਂ, ਸਾਨੂੰ ਕਰਜ਼ਾ ਚੁੱਕਣ ਦੀ ਲੋੜ ਹੀ ਨਹੀਂ। ਤੇ ਜੇ ਉਹ ਰੈਵਨਿਊ ਆਪਾਂ ਇੰਕਰੀਜ਼ ਕਰ ਦਿੰਦੇ 30-35 ਕਰੋੜ ਰੁਪਇਆ ਜਿਹੜਾ ਤੁਸੀਂ 9 ਮਹੀਨਿਆਂ ਚ ਕਰਜ਼ਾ ਚੱਕ ਲਿਆ, ਉਹ ਚੱਕਣ ਦੀ ਲੋੜ ਨਾ ਪੈਂਦੀ। ਔਰ ਅੱਜ ਤੱਕ ਦਾ ਰਿਕਾਰਡ ਹੈ ਵੀ ਇੰਨਾ ਕਰਜ਼ਾ ਕਿਸੇ ਵੀ ਸਰਕਾਰ ਨੇ ਆਪਣੇ ਪਹਿਲੇ ਸਾਲ ਦੇ ਕਦੇ ਵੀ ਨਹੀਂ ਚੱਕਿਆ ਜਿੰਨਾ ਕਰਜ਼ਾ ਇਹ ਸਰਕਾਰ ਨੇ ਚੱਕ ਲਿਆ। ਉਹੀ ਹਾਲ ਸੈਂਟਰ ਗਵਰਨਮੈਂਟ ਦਾ ਹੈ। ਸੈਂਟਰ ਗਵਰਨਮੈਂਟ ਵੀ ਸਾਡਾ ਜਿਹੜਾ ਹੈਗਾ ਕਰਜ਼ੇ ਤੇ ਕਰਜ਼ਾ ਲਈ ਜਾਂਦੀ ਹੈ ਤੇ ਅੱਗੇ ਆਪਣੇ ਚਹੇਤਿਆਂ ਦੇ ਕਰਜ਼ੇ ਮਾਫ ਕਰੀ ਜਾਂਦੀ ਹੈ। ਪਰ ਉਹਦਾ ਨੁਕਸਾਨ ਕਿਹਨੂੰ ਹੋ ਰਿਹਾ? ਇੱਕ ਆਮ ਆਦਮੀ ਨੂੰ, ਜਿਹੜਾ ਟੱਕਰ ਰਿਹਾ ਹਰ ਗਲੀ ਚੀਜ਼ ਦੇ ਉੱਤੇ ਸਵੇਰ ਤੋਂ ਟੈਕਸ ਪੇ ਕਰਨਾ ਸ਼ੁਰੂ ਕਰਦਾ ਹੈ, ਆਪਣੀ ਆਮਦਨ ਤੇ ਵੀ ਟੈਕਸ ਪੇ ਕਰਦਾ ਹੈ। ਔਰ ਤੁਸੀਂ ਇਹ ਦੇਖੋ ਸਰਕਾਰ ਕਿੱਥੋਂ ਜੇਬ ਕੱਟਣ ਦੀ ਕੋਸ਼ਿਸ਼ ਕਰ ਰਹੀ ਹੈ। ਪੰਜਾਬ ਦੇ ਵਿੱਚੋਂ 4-4.5 ਲੱਖ ਸਟੂਡੈਂਟ ਜਾਂਦਾ ਹੈ, ਜਿਹੜਾ ਕੈਨੇਡਾ ਹੋ ਗਿਆ, ਅਮਰੀਕਾ ਜਾਂ ਇੰਗਲੈਂਡ ਜਾਂ ਬਾਕੀ ਜਗ੍ਹਾ ਤੇ ਪੜ੍ਹਨ ਵਾਸਤੇ ਜਾਂਦਾ ਹੈ।
ਸੈਂਟਰਲ ਸਰਕਾਰ ਨੇ ਇਸ ਬਜਟ ਤੋਂ ਬਾਅਦ ਦੇ ਵਿੱਚ ਜੁਲਾਈ ਤੋਂ 20% ਇਹ ਤੁਸੀਂ 1 ਰੁਪਿਆ ਵੀ ਭੇਜੋਗੇ ਉਹ ਤੇ 20% ਟੈਕਸ ਲਾਤਾ। ਜਿਹੜਾ ਪੜਦਾ ਹੈ ਘਰ ਦੇ ਇਥੋਂ ਦੀ ਕਰਜ਼ਾ ਚੱਕ ਕੇ ਆਪਣੀ ਜ਼ਮੀਨ ਵੇਚ ਕੇ ਜਿਹੜੇ ਪੈਸੇ ਦਿੰਦੇ ਸੀ ਕਿ ਉਹਨੂੰ ਪੜਾਉਣ ਵਾਸਤੇ, ਉਹ ਤੇ 20% ਦਾ ਮਤਲਬ ਹੈ ਜੇ ਉਹਨੇ 15 ਲੱਖ ਫੀਸ ਦਿੱਤੀ ਤੇ ਤੁਹਾਡਾ 3 ਲੱਖ ਰੁਪਇਆ ਤੇ ਉਹਦੇ ਵਿੱਚ ਤੁਹਾਡਾ ਟੈਕਸ ਹੀ ਕੱਟਿਆ ਗਿਆ ਔਰ ਕਰਜ਼ਾ ਉਹਨੂੰ ਹੋਰ ਚੁੱਕਣਾ ਪਊਗਾ। ਜਿਹੜਾ ਇੱਕ ਆਮ ਆਦਮੀ ਹੈ, ਜਿਹੜਾ ਗਰੀਬ ਬੰਦਾ ਹੈ, ਉਹ ਕਰਜ਼ੇ ਤੇ ਕਰਜ਼ਾ ਹੋਰ ਚੁੱਕੂਗਾ ਉਸ ਚੀਜ਼ ਨੂੰ, ਇਹਨਾਂ ਨੂੰ ਟੈਕਸ ਦੇਣ ਵਾਸਤੇ, ਸਰਕਾਰ ਨੂੰ ਟੈਕਸ ਦੇਣ ਵਾਸਤੇ, ਸਰਕਾਰ ਨੂੰ ਬੈਨੀਫਿਟ ਕਰਨ ਵਾਸਤੇ। ਔਰ ਅਗਰ ਤੁਸੀਂ 4.5 ਲੱਖ ਜਿਹੜਾ ਸਟੂਡੈਂਟ ਜਾਣਾ ਹੈ, ਕਿੰਨੇ ਲੱਖ ਕਰੋੜ ਰੁਪਏ ਜਿਹੜਾ ਹੈਗਾ ਸਰਕਾਰ ਕਮਾਏਗੀ ਉਹਨਾਂ ਲੋਕਾਂ ਤੋਂ ਜਿਨ੍ਹਾਂ ਨੂੰ ਦੇਣਾ ਚਾਹੀਦਾ, ਬਲਕਿ ਕਿਉਂਕਿ ਪੜਨ ਜਾ ਰਿਹਾ ਉਹਨੂੰ ਕੋਈ ਸਬਸਿਡੀ ਦੇਣੀ ਚਾਹੀਦੀ ਹੈ। ਔਰ ਇਵਨ ਐਜੂਕੇਸ਼ਨ ਲੋਨ ਦੇ ਉੱਤੇ ਵੀ ਮੈਕਸਿਮਮ ਰੇਟ ਆਫ ਇੰਟਰਸਟ ਹੈ। ਇਹ ਹਾਲਾਤ ਨੇ ਪੰਜਾਬ ਦੇ ਔਰ ਸਾਡੇ ਸੈਂਟਰ ਸਰਕਾਰ ਦੇ ਦੋਨੋਂ ਪਾਸੇ ਜਿਹੜਾ ਹੈਗਾ ਰੈਵਨਿਊ ਇਨਕਰੀਜ਼ ਕਰਨ ਦੀ ਬਜਾਏ ਜਿਹੜੀ ਆਮ ਜਨਤਾ ਹੈ ਉਹਦੀ ਜੇਬ ਨੂੰ ਜਿਹੜਾ ਹੈ ਕੈਂਚੀ ਲਾਈ ਜਾ ਰਹੀ। ਠੀਕ ਹੈ ਗਰੇਵਾਲ ਸਾਹਿਬ, ਜਿਹੜੇ ਇਹ ਪੁਆਇੰਟ ਉੱਠੇ ਆ ਬਾਬ ਜੀ, ਮੈਨੂੰ ਲੱਗਦਾ ਬਹੁਤ ਇੰਪੋਰਟੈਂਟ ਹੈ, ਇਹਨਾਂ ਵੱਲ ਖਾਸ ਤਵੱਜੋ ਦੇਣ ਦੀ ਜ਼ਰੂਰਤ ਹੈ। ਜੀ ਦੇਖੋ, ਪਹਿਲੀ ਗੱਲ ਬਿਲਕੁਲ ਰੋਪੜ ਸਾਹਿਬ ਨੇ ਸਹੀ ਕਿਹਾ, ਬੱਸਸ ਮੈਂ ਐਕਸੈਪਟ ਕਰਦਾ ਕਿ ਬੱਸਸ ਵਾਕਈ ਡਿਪੋਆਂ ਬਹੁਤ ਖੜੀਆਂ ਨੇ ਐਂਡ ਇੱਕ ਬੜੀ ਜਲਦ ਇੱਕ ਰਿਕਰੂਟਮੈਂਟ ਡਰਾਈਵ ਇਸ ਮਹਿਕਮੇ ਦੀ ਵੀ ਜਿਸ ਤਰ੍ਹਾਂ ਹੋਰ ਚੱਲੀਆਂ ਨੇ ਉਸ ਮਹਿਕਮੇ ਦੀ ਚੱਲਦੀ ਹੈ। ਵੈਸੇ ਥੋੜੀ ਜਿਹੀ ਜਾਣਕਾਰੀ ਦੇਤਾ ਕਿ ਰੋਡਵੇਜ਼ ਦੇ ਵਿੱਚ ਜਦ ਦੀ ਸਰਕਾਰ ਆਈ ਹੈ ਅਫਕੋਰਸ ਲੇਡੀਜ਼ ਨੂੰ ਫ੍ਰੀ ਕੀਤੀ ਗਈ ਹੈ, ਪਰ ਉਹਦੇ ਨਾਲ ਰੋਡਵੇਜ਼ ਦੀ ਬੱਸਸ ਦਾ ਪਹਿਲੀ ਗੱਲ ਤਾਂ ਵੋਲਿਊਮ ਵੱਧ ਗਿਆ, ਦੂਜੀ ਗੱਲ ਕਿਉਂਕਿ ਟਰਾਂਸਪੋਰਟ ਮਾਫੀਆ ਦਾ ਗਲ ਘੋਟਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਰੋਡਵੇਜ਼ ਨੂੰ ਲੀਕ ਤੇ ਲਿਆਉਣ ਦੇ ਕੰਮ ਜਾਰੀ। ਬਿਲਕੁਲ ਬੱਸਾਂ ਖੜੀਆਂ ਨੇ, ਐਕਸੈਪਟ ਕਰਦੇ ਹਾਂ, ਉਹਦੀ ਰਿਕਰੂਟਮੈਂਟ ਡਰਾਈਵ ਬੜੀ ਜਲਦ ਆ ਰਹੀ, ਪਹਿਲੀ ਗੱਲ। ਦੂਜੀ ਗੱਲ ਆਰਡੀਐਫ ਵਾਲੇ ਮੁੱਦੇ ਤੇ ਸਰ ਮੈਂ ਇਹ ਜ਼ਰੂਰ ਮੰਨੂਗਾ ਇੰਨਾ ਸਿੰਪਲਿਸਟਿਕ ਨਹੀਂ ਹੈਗਾ ਕਿ ਉਹਨਾਂ ਨੇ ਕਿਹਾ ਮੰਡੀਆਂ 'ਚ ਕਰਕੇ ਅਸੀਂ ਮੰਨਿਆ ਤੇ ਘੁੱਟਨੇ ਟੇਕਦੇ, ਬੜਾ ਕੰਪਲਿਕੇਟਡ ਮੈਟਰ ਹੈ। ਪਰ ਇਹਦੇ ਵਿੱਚ ਓਵਰਆਲ ਜਿਹੜਾ ਆਰਡੀਐਫ ਮਿਲਣਾ ਹੈ ਭਾਵੇਂ ਪਰਸੈਂਟੇਜ ਘਟੀ ਹੋਵੇ ਵਧੀਆ ਹੋਵੇ, ਅਮਾਊਂਟ ਟੋਟਲ ਜਿਹੜਾ ਉਹ ਜ਼ਿਆਦਾ ਆਊਗਾ ਨਾ ਕਿ ਘੱਟ ਆਊਗਾ। ਹੁਣ ਰਹੀ ਰੈਵਨਿਊ ਦੀ ਗੱਲ, ਪੰਜਾਬ ਦੀ ਰੈਵਨਿਊ ਦੀ ਗੱਲ ਕੀਤੀ ਗਈ, ਮੈਂ ਛੋਟਾ ਜਿਹਾ ਉਦਾਹਰਨ ਦੇਦਾ ਜਾਂ ਉਦਾਹਰਨ ਕੀ ਨੰਬਰ ਦੇਦਾ। ਪੰਜਾਬ ਦੀ ਡੈਟ ਟੂ ਜੀਡੀਪੀ ਰੇਸ਼ੋ ਦੁਨੀਆ ਸਭ ਤੋਂ ਇੰਡੀਆ 'ਚ ਨੰਬਰ 1 ਜਾਂ 2 ਤੇ ਹੈ, 2 ਜਾਂ 3 ਤੇ ਸ਼ਾਇਦ, ਉਹ ਹੈਗੀ ਆਲਮੋਸਟ 52% ਹੈ। ਪਰ ਬੜੀ ਖੁਸ਼ੀ ਹੋ ਰਹੀ ਮੈਨੂੰ ਦੱਸਦੇ ਹੋਏ ਕਿ ਪਿਛਲੇ ਆਲਮੋਸਟ 10 ਮਹੀਨਿਆਂ 'ਚ 0.65%, not 6.5, 0.65% ਉਹ ਥੱਲੇ ਆਈ ਹੈ। ਐਂਡ ਉਹ 0.65% ਤਾਂ ਆਈ ਹੈ ਕਿਉਂਕਿ ਫਿਸਕਲ ਪ੍ਰੂਡੈਂਸ ਲੈਂਦੀ ਗਈ ਹੈ ਐਂਡ ਸਰਕਾਰ ਦੀ ਜਿਹੜੀ ਰੈਵਨਿਊ ਇਨਕਰੀਜ਼ ਦੇ ਜਿਹੜੇ ਵੱਖ-ਵੱਖ ਐਵੇਨਿਊਜ਼ ਨੇ ਸਰ ਉਹਦੇ ਤੇ ਲਗਾਤਾਰ ਕੰਮ ਚੱਲ ਰਿਹਾ। ਜਦੋਂ ਸਰਕਾਰ ਇਨਫਰਾਸਟ੍ਰਕਚਰ ਸਪੈਂਡਿੰਗ ਕਰਦੀ ਹੈ, ਜਦੋਂ ਸਰਕਾਰ ਇੱਕ ਤਰ੍ਹਾਂ ਦੀ ਐਕਸਪੈਂਸ਼ਨ ਲਿਆਉਂਦੀ ਹੈ ਪ੍ਰਾਈਵੇਟ ਸੈਕਟਰ ਨਾਲ ਮਿਲ ਕੇ, ਉਦੋਂ ਸਰਕਾਰਾਂ ਦੀਆਂ ਰੈਵਨਿਊਆਂ ਵਧਦੀਆਂ ਨੇ ਐਂਡ ਅਸੀਂ ਰੈਵਨਿਊ ਇਨਕਰੀਜ਼ ਲਈ ਬਹੁਤ ਕੰਮ ਜਾ ਰਹੇ ਹਾਂ। ਸਭ ਤੋਂ ਜ਼ਰੂਰੀ ਗੱਲ ਤੁਹਾਡੇ ਸਰ ਜਿਹੜੀ ਇਹ ਹੈ, ਸਾਡਾ ਫੋਕਸ ਕੀ ਹੈ? ਸਾਡਾ ਫੋਕਸ ਇਹ ਹੈ ਕਿ ਜਿਹੜੀ ਪ੍ਰੋਲੀਫਰੇਸ਼ਨ ਹੁੰਦੀ ਹੈ 30 ਤੋਂ 35% ਬਿਜਲੀ ਆਪਣੀ ਖਰਾਬ ਹੁੰਦੀ ਹੈ, 30 ਤੋਂ 35%। ਆਲਮੋਸਟ ਹਰ ਇੱਕ ਸਰਕਾਰੀ ਰੈਵਨਿਊ ਸਪੈਂਡਿੰਗ ਜਿਹੜੇ ਸੜਕਾਂ ਬਣਨੀਆਂ ਸੀ ਮੰਡੀ ਬੋਰਡ 'ਚ, ਇੰਨਾ ਫਰਕ ਸੀਗਾ ਕਿ ਮੇਰੇ ਘਰ ਦੇ ਮੂਹਰੇ ਵਾਲੀ ਸੜਕ 100 ਰੁਪਏ ਦੀ, ਮੇਰੀ ਨਾਲ ਦੀ ਗਲੀ 200 ਦੀ, ਉਦੋਂ ਅਗਲੀ 300 ਦੀ, ਮਤਲਬ 3 ਤੋਂ 400% ਦਾ ਫਰਕ ਸੀਗਾ ਆਲਮੋਸਟ ਇੱਕ ਪਿੰਡ ਦੀ ਫੇਰਨੀ ਤੋਂ ਨਾਲ ਦੇ ਪਿੰਡ ਦੀ ਫੇਰਨੀ ਦਾ। ਸੋ ਉਹਨੂੰ ਰੈਸ਼ਨਲਾਈਜ਼ ਕੀਤਾ ਜਾ ਰਿਹਾ। ਜਿਹੜੀ ਗਵਰਨਮੈਂਟ ਦੀ ਸਪੈਂਡਿੰਗ ਹੈ ਉਹਨੂੰ ਟ੍ਰਾਂਸਪੇਰੈਂਟ ਬਣਾ ਕੇ ਇਹ ਕਰਿਆ ਜਾਣਾ ਕਿ ਲੋਕ ਮੋਨੀਟਰ ਕਰਨ, ਸਰਕਾਰ ਤਾਂ ਮੋਨੀਟਰ ਕਰੇ, ਲੋਕ ਮੋਨੀਟਰ ਕਰਨ। ਸੋ ਸਾਡੀ ਕੋਸ਼ਿਸ਼ ਹੈ ਕਿ ਗਵਰਨੈਂਸ ਨੂੰ ਜਿੰਨਾ ਟ੍ਰਾਂਸਪੇਰੈਂਟ ਕਰ ਸਕੀਏ। ਇਸ ਮੁੱਦੇ ਤੇ ਮੈਂ ਜ਼ਰੂਰ ਜਿਹੜੇ ਸਾਡੇ ਵੈਲਿਡ ਕ੍ਰਿਟਿਸਿਜ਼ਮ ਆਏ ਆ ਮੈਂ ਐਕਸੈਪਟ ਵੀ ਕਰਦਾ ਤੇ ਮੈਂ ਇਹ ਵੀ ਕਹਿਣਾ ਕਿ ਇਹਦੇ ਤੇ ਨਾ ਸਿਰਫ ਧਿਆਨ ਵਟਾਵਾਂਗੇ, ਬੜੀ ਜਲਦ कोनो ਐਕਸ਼ਨ ਹੁੰਦਾ ਨਜ਼ਰ ਵੀ ਆਊਗਾ। ਪੰਜਾਬ ਦੀ ਫਿਜ਼ੀਕਲ ਹੈਲਥ ਨੂੰ ਬੈਟਰ ਕਰਨ ਲਈ ਜਿਹੜੇ ਸਟੈਪਸ ਚੱਕਣੇ ਚਾਹੀਦੇ ਨੇ, ਆਈ ਐਮ ਸ਼ੋਰ ਆਉਣ ਵਾਲੇ ਬਜਟ ਵਿੱਚ ਉਹਦੇ ਵੀ ਤੁਹਾਨੂੰ ਪਿਛਲੇ ਤੋਂ ਹੁਣ ਤੇ ਮੈਂ ਜਿਹੜਾ ਕੀਤਾ ਉਹਦਾ ਕਿੰਨਾ ਫਰਕ ਪਿਆ ਤੁਹਾਨੂੰ ਦੱਸਿਆ, ਤੇ ਆਉਣ ਵਾਲੇ ਵਿੱਚ ਸਾਡਾ ਟਾਰਗੇਟ ਹੈ ਕਿ 1.5% ਥੱਲੇ ਆਵੇ। ਸੋ ਉਮੀਦ ਕਰਦੇ ਹਾਂ ਕਿ ਅਸੀਂ ਉਹ ਟਾਰਗੇਟ ਮੀਟ ਕਰ ਪਾਵਾਂਗੇ। ਠੀਕ ਹੈ ਜੋਸ਼ੀ ਸਾਹਿਬ, ਕੀ ਹਾਂਜੀ ਕੀ ਕਹਿ ਰਹੇ ਹੋ? ਮੈਂ ਇੱਥੇ ਇੱਕ ਗਰੇਵਾਲ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ। ਗਰੇਵਾਲ ਸਾਹਿਬ, ਚਲੋ ਇੱਕ ਅਸੀਂ ਤੇ ਜੋ ਅੱਜ ਡਿਬੇਟ ਕਰ ਰਹੇ ਤੁਹਾਨੂੰ ਹਾਲ ਸੁਣਾ ਰਹੇ ਹਾਂ ਲੋਕਾਂ ਦਾ। ਇੱਕ ਐਮਐਲਏ ਇਲੈਕਸ਼ਨ ਲੜਨ ਤੋਂ ਪਹਿਲਾਂ ਤੁਹਾਡੇ ਜਿੰਨੇ ਵੀ ਐਮਐਲਏ ਸਾਹਿਬ ਸੀਗੇ, ਮਤਲਬ ਮੈਂ ਸਾਰੇ ਤਾਂ ਨਹੀਂ ਕਹਿੰਦਾ, ਮੈਂ ਕੁਛ ਇੱਕ ਐਮਐਲਏ ਇੱਦਾਂ ਦੇ ਆ ਇਲੈਕਸ਼ਨ ਜਿੱਤਣ ਤੋਂ ਬਾਅਦ ਉਹਨਾਂ ਦੇ ਲਾਈਫ ਸਟਾਈਲ ਬੜੇ ਲੈਵਿਸ਼ ਹੋ ਗਏ ਨੇ। ਉਹਨਾਂ ਦੇ ਜਿਹੜੇ ਲਾਈਫ ਸਟਾਈਲ ਨੇ ਉਹਦੇ ਵਿੱਚ ਇੱਕ ਅਜੀਬ ਕਿਸਮ ਦੀ ਅਮੀਰੀ ਨਜ਼ਰ ਆਉਂਦੀ ਲੋਕਾਂ ਨੂੰ। ਇਹਦੇ ਵਿੱਚ ਬੜਾ ਇਹ ਹੈ ਕਿ ਐਮਐਲਏ ਦੀ ਜਿੰਨੀ ਕੁ ਤਨਖਾਹ ਹੈ ਕਿ ਤਕਰੀਬਨ ਪ੍ਰੋਫੈਸਰ ਦੀ ਇੱਕ ਮਾਸਟਰ ਦੀ ਵੀ ਉਨੀ ਕੁ ਹੈਗੀ ਹੈ, ਠੀਕ ਹੈ ਜੀ। ਕੁਝ ਜੋ ਦੇ ਪੱਤੇ ਹੁੰਦੇ ਨੇ ਇੱਕ ਸਰਕਾਰੀ ਅਫਸਰ ਦੇ ਵੀ ਤਕਰੀਬਨ ਰਲਦੇ ਮਿਲਦੇ ਉਹਨੇ ਹੁੰਦੇ ਨੇ। ਲੋਕਾਂ ਦੇ ਵਿੱਚ ਇੱਕ ਇਹ ਵੀ ਰੋਸ ਪੈਦਾ ਹੁੰਦਾ ਜਾ ਰਿਹਾ ਕਿ ਇਹ ਐਮਐਲਏ ਜਿੱਤਣ ਤੋਂ ਪਹਿਲਾਂ ਕੀ ਸੀਗਾ ਤੇ ਅੱਜ ਕੀ ਹੁੰਦਾ ਜਾ ਰਿਹਾ। ਕਿਹੜਾ ਐਸਾ ਅਜੇ ਤੇ ਡਿਵੈਲਪਮੈਂਟ ਵੀ ਨਹੀਂ ਹੋ ਰਹੀ, ਅਜੇ ਤੇ ਡਿਵੈਲਪਮੈਂਟ ਦੇ ਨਾਂ ਦੇ ਉੱਤੇ ਗ੍ਰਾਂਟਾਂ ਵੀ ਨਹੀਂ ਇੰਨੀਆਂ ਜਾ ਰਹੀਆਂ,
ਅਸੀਂ ਕਿਸੇ ਤੇ ਇਹ ਵੀ ਨਹੀਂ ਭ੍ਰਿਸ਼ਟਾਚਾਰ ਦਾ ਲਾਉਂਦੇ ਜੀ ਤੁਸੀਂ ਫਲਾਣੀ ਡਿਪਾਰਟਮੈਂਟ 'ਚ ਕੋਈ ਭ੍ਰਿਸ਼ਟਾਚਾਰ ਕੀਤਾ ਵਾ ਜਾਂ ਤੁਹਾਨੂੰ ਲੱਗਦਾ ਹੋਏਗਾ ਕਿ ਫਲਾਣੀ ਜਗ੍ਹਾ ਦੇ ਉੱਤੇ ਇਹ ਗੱਲ ਹੋ ਗਈ ਹੈ। ਇਹ ਕਾਰਨ ਕੀ ਹੈ? ਕਦੀ ਇਸ ਦੇ ਉੱਤੇ ਵੀ ਵਿਚਾਰ ਕਰਿਓ ਕਿ ਜਿਹੜੇ ਲੋਕਾਂ ਦੇ ਵਿੱਚ ਇੱਕ ਵਿਸਪਰਿੰਗ ਚੱਲਦੀ ਪਈ ਆ ਵੀ ਉਹਨਾਂ ਨੂੰ ਅਨਾਜ ਨਹੀਂ ਮਿਲਦਾ ਪਿਆ ਜਾਂ ਘੱਟ ਮਿਲਦਾ ਪਿਆ ਵਾ, ਅਨਾਜ ਪਿੱਛੋਂ ਆ ਰਿਹਾ ਵਾ, ਡਿਲੀਵਰ ਨਹੀਂ ਹੋ ਰਿਹਾ। ਉਹ ਅਨਾਜ ਜਿਹੜਾ ਹੈਗਾ ਵਾ ਉਹ ਫਿਰ ਕਿੱਥੇ ਜਾ ਰਿਹਾ ਤੇ ਉਹਦੇ ਵਿੱਚ ਕੀ ਲੋਕਲ ਕਿਸੇ ਲੀਡਰ ਦੀ ਜਾਂ ਐਮਐਲਏ ਦੇ ਅੱਗੇ ਕੰਮ ਕਰਨ ਵਾਲੇ ਲੋਕਾਂ ਦੀ, ਮੈਂ ਐਮਐਲਏ ਸਾਹਿਬ ਨੂੰ ਨਹੀਂ ਕਿਸੇ ਨੂੰ ਵੀ ਪੁਆਇੰਟ ਆਊਟ ਕਰ ਰਿਹਾ, ਲੇਕਿਨ ਲੋਕਾਂ ਦੇ ਵਿੱਚ ਗੱਲਾਂ ਚੱਲਦੀਆਂ ਪਈਆਂ ਨੇ ਕਿ ਇੱਕ ਲਾਈਫ ਸਟਾਈਲ ਜਿਹੜਾ ਲੈਵਿਸ਼ ਹੁੰਦਾ ਜਾ ਰਿਹਾ ਡੇ ਬਾਈ ਡੇ। ਦਿੱਲੀ ਵਿੱਚ ਵੀ ਕਈ ਐਮਐਲਏ ਦੀ ਮਤਲਬ ਉਦਾਹਰਨਾਂ ਦੇ ਸਕਦੇ ਆਪਾਂ, ਪਹਿਲਾਂ ਉਹਨਾਂ ਕੋਲ ਨਾਰਮਲ ਗੱਡੀ ਹੁੰਦੀ ਸੀ, ਅੱਜ ਉਹਨਾਂ ਕੋਲ ਫੋਰਚੂਨਰ। ਨਾਲੇ ਤੁਸੀਂ ਕਹਿੰਦੇ ਮੈਂ ਕਰ ਨਹੀਂ ਰਿਹਾ, ਨਾਲੇ ਤੁਸੀਂ ਪੂਰਾ ਪੁਆਇੰਟ ਕਰ ਹੀ ਗਏ ਹੋ ਜੋਸ਼ੀ ਸਾਹਿਬ। ਕੀ ਤਨਖਾਹ ਸੀਗੀ ਜਾਂ ਮਤਲਬ ਇੱਕ ਐਮਐਲਏ ਜਿੰਨੀ ਵੀ ਤਨਖਾਹ ਹੈਗੀ ਹੈ ਉਹਦੇ ਨਾਲ ਕਿ ਫੋਰਚੂਨਰ 50 ਲੱਖ ਦੀ ਗੱਡੀ ਦੀ ਕਿਸ਼ਤ ਨਹੀਂ ਤਰਦੀ ਪੂਰੀ ਚੱਜ ਨਾਲ, ਠੀਕ ਹੈ ਜੀ। ਤੇ ਇਹ ਜਿਹੜਾ ਲਾਈਫ ਸਟਾਈਲ ਬਣਦਾ ਜਾ ਰਿਹਾ ਵਾ, ਇਸ ਲਾਈਫ ਸਟਾਈਲ ਦੇ ਉੱਤੇ ਕਿਤੇ ਇਹ ਜਿਹੜਾ ਘਟ ਜਾ ਰਿਹਾ ਅਨਾਜ ਕਿਤੇ ਇੱਧਰ ਉੱਧਰ ਨਹੀਂ ਹੋ ਰਿਹਾ। ਇੱਕ ਕੁਐਸਚਨ ਆ ਇਹ। ਠੀਕ ਹੈ, ਮੈਂ ਗਰੇਵਾਲ ਸਾਹਿਬ ਨੂੰ ਪੁੱਛ ਲੈਣਾ, ਚਲੋ ਸਮਾਂ ਜ਼ਿਆਦਾ ਹੋ ਰਿਹਾ, ਮੈਂ ਸਮਾਂ ਗਰੇਵਾਲ ਸਾਹਿਬ ਉਹਨਾਂ ਦਾ ਸਿੱਧਾ ਹੀ ਇਹ ਹੈ ਵੀ ਸੁੱਕੀਆਂ ਤੋਂ ਚੋਪੜੀਆਂ ਹੋ ਗਈਆਂ, ਇਹ ਕਿਵੇਂ ਹੋ ਗਈਆਂ? ਮੈਂ ਸਮਝ ਗਿਆ ਜੀ, ਮੈਂ ਸਮਝ ਗਿਆ। ਮੈਨੂੰ ਪਤਾ ਉਹ ਕਨਸਪੀਰੇਸੀ ਦੇਖੋ ਜੋੜਨ ਦਾ ਗੱਲ ਹੋਰ ਹੁੰਦੀ ਹੈ, ਪਰ ਮੈਂ ਛੋਟਾ ਜਿਹਾ ਉਦਾਹਰਨ ਦਊਂਗਾ। ਸਾਡੇ ਗੁਆਂਢ ਇੱਕ ਭਰਾ ਐਮਐਲਏ ਸਾਡਾ, ਮੈਂ ਉਹ ਬੰਦੇ ਦਾ ਨਾਮ ਨਹੀਂ ਲਊਂਗਾ, ਉਹ ਬੰਦਾ ਸਕੂਟਰ ਤੇ ਫਿਰਦਾ ਸੀ ਜੀ, ਠੀਕ ਹੈ। ਉਹ ਸਕੂਟਰ ਤੇ ਫਿਰਦਾ ਸੀ, ਚਲੋ ਜਦੋਂ ਐਮਐਲਏ ਬਣ ਗਿਆ ਸਰਕਾਰੀ ਗੱਡੀ ਮਿਲ ਗਈ, ਮੈਂ ਉਹਦਾ ਘਰ ਵੀ ਦੇਖਿਆ, ਪਰਿਵਾਰ ਵੀ ਦੇਖਿਆ। ਉਹਨੂੰ ਮੈਂ ਦੇਖਿਆ, ਮੈਂ ਕਿਹਾ ਯਾਰ ਤੂੰ ਤਾਂ ਜੈਕਟ ਜੁਕਟ ਵਧੀਆ ਪਾ ਲਈ, ਕੱਪੜੇ ਤੇ। ਮੈਂ ਕਿਹਾ ਕੀ ਗੱਲ ਹੋ ਗਈ? ਉਹ ਕਹਿੰਦਾ ਭਰਾ ਪਹਿਲਾਂ ਪੱਲਿਓਂ ਲੱਗਦੇ ਸੀ, ਕਹਿੰਦਾ ਮੁੰਡੇ ਕਮਾ ਕੇ ਲਿਆਉਂਦੇ ਸੀ, ਮੇਰੇ ਮੁੰਡੇ ਦੇ ਦਿੰਦੇ ਸੀ, ਕਹਿੰਦਾ ਘਰੇ ਮਸਾ ਰੋਟੀ ਚੱਲਦੀ ਸੀ, ਕਹਿੰਦਾ ਹੁਣ 70-75,000 ਰੁਪਇਆ ਆਉਂਦਾ, ਕਹਿੰਦਾ ਉਹਦੇ ਨਾਲ ਚੱਲ, ਕਹਿੰਦਾ ਮੇਰੇ ਮੁੰਡੇ ਕਹਿੰਦੇ ਕਿ ਡੈਡੀ ਇੰਨਾ ਚਿਰ ਦਿੱਤਾ, ਅਸੀਂ ਜੇ ਜੈਕਟਾਂ ਤੋਂ ਚੰਗੀਆਂ ਲੈ ਲਾਂਗੇ ਜਾਂ ਇੱਕ ਦੀ ਸਾਡੇ ਕੋਲ ਗੱਡੀ ਸਾਨੂੰ ਸਰਕਾਰ ਨੇ ਲੋਹਾ ਦਿੱਤੀ ਸੀ ਘੁੰਮਾਂਗੇ। ਚੁੱਭਦੀ ਹੈ ਸਰ, ਚੁੱਭਦੀ ਹੈ ਇਹਨਾਂ ਨੂੰ, ਚੁੱਭਦਾ ਕਿ ਸਕੂਟਰ ਵਾਲਿਆਂ ਨੂੰ ਗੱਡੀ ਮਿਲ ਕੇ ਮੈਂ ਗਈ, ਤੇ ਇਹਦਾ ਕਸੂਰ ਨਹੀਂ ਸਰ, ਇਹਨਾਂ ਦਾ ਇਸ ਗੱਲ ਦਾ ਕਸੂਰ ਸੀ। ਇਹਨਾਂ ਨੂੰ ਇਹ ਗੱਡੀ ਮਿਲ ਗਈ। ਇਹਦਾ ਭਰਾ ਵੀ ਬਣਨਗੇ ਕਿ ਇੰਨਾ ਨਾ ਯਾਰ ਹੁਣ ਜੇ ਤਨਖਾਹ ਮਿਲ ਗਈ, ਵਿਚਾਰੇ ਨੇ ਕੱਪੜੇ ਪਾ ਲਏ, ਗਰੀਬ ਨੇ, ਦੱਸ ਕਿਉਂ ਐ ਕੀ ਕਰਦੇ? ਨਹੀਂ ਪਰ ਜੋਸ਼ੀ ਸਾਹਿਬ, ਚਲੋ ਜੋਸ਼ੀ ਸਾਹਿਬ ਇਹ ਤਾਂ ਗੱਲ ਠੀਕ ਹੈ, ਚਲੋ ਗੱਲ ਇਹ ਹੈ ਵੀ ਇੰਨੀ ਆਪਾਂ ਇਹ ਗੱਲ ਨੂੰ ਇੰਨਾ ਲਾਈਟਲੀ ਵੀ ਨਹੀਂ ਲੈ ਸਕਦੇ, ਤੁਹਾਡਾ ਠੀਕ ਹੈ, ਪਰ ਸਾਨੂੰ ਇਹ ਗੱਲ ਹੈ ਨਾ ਜਿਹੜੀ ਅਮੀਰੀ ਗਰੀਬੀ ਦਾ ਪਾੜਾ ਹੈ, ਇਹ ਸਾਨੂੰ ਪੂਰੇ ਮੁਲਕ 'ਚ ਵੇਖਣਾ ਪਏਗਾ। ਸਾਨੂੰ ਉਹ ਕਿਸਾਨ ਵੀ ਦੇਖਣੇ ਪੈਣਗੇ ਜੰਤਰ ਮੰਤਰ ਤੇ ਜਿਨ੍ਹਾਂ ਨੇ ਆਪਣਾ ਗੰਦ ਆਪਣੇ ਮੂੰਹ 'ਚ ਪਾ ਕੇ ਕੇਂਦਰ ਸਰਕਾਰ ਮੂਹਰੇ ਪ੍ਰਦਰਸ਼ਨ ਕੀਤਾ ਸੀ। ਤੇ ਉਸ ਤੋਂ ਕੁਝ ਦੇਰ ਬਾਅਦ ਇੱਕ ਰਿਪੋਰਟ ਨਿਕਲ ਕੇ ਸਾਹਮਣੇ ਆਈ ਸੀ, ਦੇਸ਼ ਦੇ ਇੱਕ ਰਸੂਖਦਾਰ ਵੱਡੇ ਨੇਤਾ ਦੇ ਮੁੰਡੇ ਦੀ ਕੰਪਨੀ ਰਾਤੋਂ ਰਾਤ ਦੁੱਗਣੀ ਤਿੱਗਣੀ ਨਹੀਂ ਕਈ 100 ਗੁਣਾ ਵੱਧ ਗਈ ਸੀ। ਕਈ 100 ਗੁਣਾ ਜੋਸ਼ੀ ਸਾਹਿਬ ਦੇਖੋ ਗੱਲ ਏਦਾਂ ਵਾ, ਮੈਂ ਜਿੱਥੋਂ ਗੱਲ ਕੀਤੀ ਆ ਤੇ ਤੁਸੀਂ ਜਿੱਥੋਂ ਗੱਲ ਕੀਤੀ ਆ, ਗੱਲ ਦਾ ਨਿਸ਼ਾਨਾ ਤਾਂ ਉਹੀ ਹੈ, ਠੀਕ ਹੈ ਜੀ। ਲੇਕਿਨ ਜਿਹੜਾ ਰੌਲਾ ਪਾਇਆ ਗਿਆ ਸੀਗਾ ਇਹਨਾਂ ਵੱਲੋਂ, ਠੀਕ ਹੈ, ਉਹਦੀ ਹੋ ਗਈ, ਉਹਦੀ ਸ਼ੇਅਰ ਮਾਰਕੀਟ ਦੀ ਵੈਲਿਊ ਬਣ ਗਈ, ਉਹਨੂੰ ਕੋਈ ਕੰਟਰੈਕਟ ਮਿਲ ਗਏ, ਉਹਦੇ ਕੋਈ ਸਬੰਧ ਬਣ ਗਏ, ਉਹਦੀ ਕੋਈ ਬਿਜ਼ਨਸ ਨੀਤੀਆਂ, ਠੀਕ ਹੈ ਜੀ। ਪਰ ਦੂਜੇ ਬੰਨੇ ਮੈਂ ਗੱਲ ਕਹਿੰਦਾ ਵੀ ਜਿਹਦਾ ਬਿਜ਼ਨਸ ਹੀ ਨਹੀਂ ਹੈ, ਜਿਹਦੇ ਕੋਲ ਹੀ ਕੱਖ ਨਹੀਂ ਹੈਗਾ, ਔਰ ਜਿਹਦੀ ਦੁਹਾਈ ਪਾ ਕੇ ਤੁਸੀਂ ਲੋਕਾਂ ਨੇ ਰੌਲਾ ਪਾ ਕੇ ਇਲੈਕਸ਼ਨਾਂ ਜਿੱਤੀਆਂ, ਮੇਰਾ ਤਾਂ ਸਵਾਲ ਉੱਥੇ ਸੀਗਾ, ਉਹਦੇ ਇੱਕ ਬਿਜ਼ਨਸ ਚੱਲਦਾ ਪਿਆ, ਉਹਦੀ ਕੰਪਨੀ ਨੂੰ ਆਰਡਰ ਮਿਲ ਗਏ, ਉਹਦੀ ਟਰਨਓਵਰ ਵੱਧ ਗਈ, ਇੱਕ ਬਿਜ਼ਨਸ ਦੀ ਇੱਕ ਲਾਅ ਐਂਡ ਡਿਮਾਂਡ ਐਂਡ ਸਪਲਾਈ ਦੀ ਕੰਡੀਸ਼ਨ ਲੱਗ ਜਾਂਦੀ ਆ, ਇਹਦੇ ਵਿੱਚ ਸਪਲਾਈ ਐਂਡ ਪ੍ਰਾਈਸ ਦੀ ਕੰਡੀਸ਼ਨ ਲੱਗ ਜਾਂਦੀ ਆ। ਉਹ ਤੇ ਤੁਸੀਂ ਉਹਨੂੰ ਇੱਕ ਬਿਜ਼ਨਸ ਅਦਾਰੇ ਦੇ ਨਾਲ ਜੋੜ ਕੇ ਉਹਦੇ ਆਰਡਰ ਦੇ ਉੱਤੇ ਗੱਲ ਕਰ ਸਕਦੇ ਜੇ ਵੀ ਕੰਪਨੀ ਆਲਰੇਡੀ ਬਣੀ ਹੋਈ ਆ, ਉਹਨੂੰ ਆਰਡਰ ਮਿਲ ਗਈ, ਉਹ ਤੇ ਤੁਹਾਡਾ ਕਟਾਕਸ਼ ਮੈਂ ਮੰਨ ਸਕਦਾ। ਪਰ ਦੂਜੇ ਬੰਨੇ ਜਿੱਥੇ ਝਾੜੀਆਂ ਨਹੀਂ ਸੀਗੀ, ਉਹਦੇ ਬੂਟੇ ਕਿਦਾਂ ਲੱਗ ਗਏ? ਨਹੀਂ ਉਹ ਗੱਲ ਇਹ ਹੈ ਜੋਸ਼ੀ ਸਾਹਿਬ ਗੱਲ ਇਹ ਹੈ, ਉਹ ਗੱਲ ਇਹ ਹੈ ਵੀ ਕਹਿੰਦੇ, ਮੈਂ ਹੁਣ ਭੁੱਲ ਰਿਹਾ ਉਹ ਉਦਾਹਰਨ ਵੀ, ਪਤਾ ਨਹੀਂ ਕਿੰਨੇ ਘਰ ਤਾਂ ਡੈਣ ਵੀ ਛੱਡ ਦਿੰਦੀ ਹੈ, 7 ਘਰ ਤਾਂ ਡੈਣ ਵੀ ਛੱਡ ਦਿੰਦੀ ਆ। ਆ ਭੁੱਲਰ ਸਾਹਿਬ ਜਮੀ ਤੁਹਾਡੇ ਨਾਲ ਬੈਠੇ ਆ, ਇਹਨਾਂ ਦੇ ਬਾਗਾਂ 'ਚ ਤੁਸੀਂ ਇਹੋ ਜਿਹਾ ਸੋਕਾ ਪਾਇਆ, ਜਿਹੜੇ ਕਿ 70 ਸੀਟਾਂ ਲੈ ਕੇ ਆਉਂਦੇ ਸੀ, 2 ਸੀਟਾਂ ਰਹਿ ਗਈਆਂ। ਇਹਨਾਂ ਨੂੰ ਪੁੱਛ ਕੇ ਦੇਖੋ ਸੋਕੇ ਕੀ ਹੁੰਦੇ ਆ। ਤੁਸੀਂ ਕਹਿ ਰਹੇ ਹੋ ਵੀ ਕਿ ਬਿਜ਼ਨਸ ਸਟ੍ਰੈਟਜੀ ਹੈ, ਤੁਸੀਂ ਇਹ ਦੇਖੋ ਵੀ ਤੁਸੀਂ ਇਹ ਕਹਿੰਦੇ ਹੋ ਵੀ ਕਿਸੇ ਹੋਰ ਦੇ ਬਾਗ ਦੇ ਨਿੰਬੂਆਂ 'ਚ ਰਾਸੀ ਨਾ ਪਵੇ, ਉਹ ਨੁਚੜੇ ਦੇ ਨੁਚੜੀ ਰਹਿਣ। ਦੇਖੋ ਨਵਜੋਤ ਜੀ, ਗੱਲ ਇਹ ਹੈਗੀ ਆ ਕਿ ਇਹ ਬਿਜ਼ਨਸ ਸਟ੍ਰੈਟਜੀਜ਼ ਵਾਸਤੇ ਉਹਨਾਂ ਦੇ ਨਿੱਜੀ ਕਾਰੋਬਾਰ, ਠੀਕ ਹੈ ਜੀ। ਉਹਦੇ ਉੱਤੇ ਜੇ ਤੁਹਾਨੂੰ ਕੋਈ ਸਬੂਤ ਲੱਗਦਾ ਵੀ ਉਹਨਾਂ ਨੇ ਗਲਤ ਢੰਗ ਨਾਲ ਕੀਤਾ, ਤੁਹਾਡਾ ਕਹਿਣਾ ਤਾਂ ਰਾਈਟ ਬਣਦਾ ਵਾ, ਕਿਉਂਕਿ ਲਿਬਰਟੀ ਟੂ ਸਪੀਚ ਹੈਗੀ ਹੈ, ਬੋਲਣ ਦਾ ਹੱਕ ਸਾਰਿਆਂ ਨੂੰ।
ਉਹਨਾਂ ਦੇ ਬਿਜ਼ਨਸ ਦੇ ਵਿੱਚ ਕੀ ਇਜ਼ਾਫੇ ਹੋਏ ਨੇ। ਸੁਖਦੇਵ ਜੀ ਦੱਸ ਰਹੇ ਆ। ਚਲੋ ਮੈਂ ਤਾਂ ਹਲੇ ਤਾਂ ਵਾਸ਼ਿੰਗ ਮਸ਼ੀਨ ਵਾਲੀ ਵੀ ਗੱਲ ਕਰਨੀ ਸੀ, ਸਬੂਤ ਕਾਹਦੇ ਦਈਏ, ਮਸ਼ੀਨ ਹੀ ਆਈ ਹੈ, ਉਹ ਚ ਨਵੇਂ ਬਣ ਜਾਂਦੇ ਆ, ਪੁਰਾਣੇ ਨਿਕਲ ਜਾਂਦੇ ਆ। ਸਾਡਾ ਛੋਟਾ ਭਾਈ ਹੈ ਜੋਸ਼ੀ, ਦੇਖੋ ਸੁਖਦੇਵ ਜੀ, ਇਹਨੂੰ ਇੱਕ ਮਿੰਟ ਚੁੱਪ ਜੋਸ਼ੀ ਆਇਆ ਨਾ। ਠੀਕ ਹੈ ਜੀ, ਮੈਂ ਚੁੱਪ ਕਰ ਗਿਆ ਜੀ। ਬਿਜ਼ਨਸ ਦੇ ਨਾਂ ਨੂੰ ਦੇਸ਼ ਲੁੱਟ ਲਓ, LIC ਲੁੱਟ ਲਓ, SBI ਲੁੱਟ, ਹੀ ਪ੍ਰੋਬਲਮ ਨਹੀਂ। ਜੇ ਕਿਸੇ ਨੇ ਸੂਟ ਪਾ ਲਿਆ, ਜੈਕਟ ਪਾ ਲਈ, ਉਹਦੀ ਪ੍ਰੋਬਲਮ ਜ਼ਰੂਰ ਹੋਗੀ। ਜੇ ਚਾਹੇ ਆਪਾਂ ਬਿਜ਼ਨਸ ਦੇ ਨਾਂ ਤੇ, ਕਿਉਂਕਿ ਬਿਜ਼ਨਸ ਕਿਵੇਂ ਜਵਾਬ ਦੇਣਾ ਮੈਂ ਜ਼ਰੂਰ, ਸਰਕਾਰੀ ਇੰਸਟੀਟਿਊਸ਼ਨਾਂ ਨੂੰ ਯੂਜ਼ ਕਰਕੇ। ਅਗਲੀ ਗੱਲ ਚਲੋ ਮੈਂ ਪਿੱਛੇ ਤੇ ਇੱਕ ਗੱਲ ਕਰਦਾ, ਮੈਂ ਆਪਣੀ ਗਰੇਵਾਲ ਸਾਹਿਬ ਨੂੰ ਇੱਕ ਕਰੈਕਟ ਕਰਨਾ ਚਾਹੂੰਗਾ। ਮੈਂ ਇਹਨਾਂ ਨੂੰ ਉਹ ਕਰੈਕਟ ਇਸ ਕਰਕੇ ਕਰੂੰਗਾ ਵੀ ਉਹ ਸਿਸਟਮ ਸੁਧਾਰ ਲਿਆਉਣ ਵਾਸਤੇ। ਇਹਨਾਂ ਨੇ ਕਿਹਾ ਸਾਡੀ ਬਿਲ ਫਰੇਜ ਤੇ ਗੱਲ ਕਰਦੇ ਸੀ, ਇਹ ਬਿਜਲੀ ਦੀ ਬਿਲ ਫਰੇਜ ਕਰਦੇ ਸੀ 35-40% ਹੈ। ਮੈਂ ਇਹਨਾਂ ਨੂੰ ਕਰੈਕਟ ਕਰਦੇ, ਇਹ ਅੰਕੜੇ ਤੁਹਾਡੇ ਠੀਕ ਨਹੀਂ ਹੈਗੇ। ਜਿਹੜੀ ਬਿਲ ਫਰੇਜ ਬਿਜਲੀ ਦੀ ਹੁੰਦੀ ਆ, ਉਹ ਸਰਕਲ ਟੂ ਸਰਕਲ ਹੈ। ਇਸ ਵੇਲੇ ਅਸੀਂ ਜਿਹੜੀ ਮੋਨੀਟਰ ਕਰਦੇ ਆ ਨਾ, ਜਿਵੇਂ ਰੋਪੜ ਸਰਕਲ ਹੈ, ਮੋਹਾਲੀ ਸਰਕਲ ਹੈ, ਖੰਨਾ ਸਰਕਲ ਹੈ, ਸਰਕਲ ਨੇ ਬਿਜਲੀ ਬੋਰਡ ਦੇ, ਜਿਵੇਂ ਆਪਣੇ ਡਿਸਟ੍ਰਿਕਟ ਨੇ ਨਾ, ਉਹਨਾਂ ਨੇ ਸਰਕਲ ਬਣਾਏ ਹੋਏ ਨੇ। ਸਾਡੀ ਜਿਹੜੀ ਇਵਨ ਇੰਡਸਟਰੀਅਲ ਏਰੀਆ ਦੀ ਵੀ ਮੈਂ ਇੱਕ ਗੱਲ ਦੀ ਗਾਰੰਟੀ ਕਰਦਾ, ਚਾਹੇ ਉਹ ਪਿਛਲੇ ਸਮਿਆਂ ਦੀ ਵੀ, ਬਿਲ ਫਰੇਜ ਕਦੇ ਵੀ 12-13-15% ਤੋਂ ਵੱਧ ਨਹੀਂ ਹੈਗੀ। ਜਿਹੜੀ ਸਾਡੀ ਇਵਨ ਇੰਡਸਟਰੀਅਲ ਏਰੀਆ ਦੀ ਸਾਡੀ ਬਿਲ ਫਰੇਜ ਹੈ ਕਿੱਥੇ? ਬਾਰਡਰ ਏਰੀਆ ਦੇ ਵਿੱਚ ਸਾਡੀ ਬਿਲ ਫਰੇਜ ਹੈ ਕਿੱਥੇ? ਥੋੜੇ ਬਹੁਤ ਉਹਨਾਂ ਏਰੀਆਜ਼ ਦੇ ਵਿੱਚ। ਔਰ ਉੱਥੇ ਇਹ ਜਦੋਂ ਜਾਂਦੇ ਆ ਨਾ ਸਾਡੇ ਮੁਲਾਜ਼ਮ, ਉੱਥੇ ਵਿਚਾਰੇ ਉਹਨਾਂ ਦੇ ਛਿੱਤਰ ਵੀ ਪੈਂਦੇ ਆ ਤੇ ਉਹਨਾਂ ਦੀ ਸਾਰ ਵੀ ਕੋਈ ਨਹੀਂ ਲੈਂਦਾ। ਛਿੱਤਰ ਤਾਂ ਉਹ ਖਾ ਲੈਣਗੇ, ਸਾਰ ਤਾਂ ਲੈ ਲੋ। ਇਸ ਕਰਕੇ ਭੁੱਲਰ ਸਾਹਿਬ, ਗਰੇਵਾਲ ਸਾਹਿਬ, ਸਾਰ ਲੈਣ ਦੀ ਲੋੜ ਹੈ ਉਹਨਾਂ ਦੀ। ਚਲੋ ਗਰੇਵਾਲ ਛੋਟਾ ਜਿਹਾ ਜਵਾਬ ਦਿਓ ਗਰੇਵਾਲ ਸਾਹਿਬ, ਫਿਰ ਭੁੱਲਰ ਸਾਹਿਬ ਨੇ ਕੋਈ ਗੱਲ ਕਹਿਣੀ ਹੈ, ਮੈਂ ਫਿਰ ਵਿਰਾਮ ਲਾਉਣਾ। ਹਾਂਜੀ ਗਰੇਵਾਲ ਜੀ। ਛੋਟਾ ਜਿਹਾ ਜਵਾਬ ਇਹ ਹੈ ਕਿ ਬਿਲਕੁਲ ਬਾਰਡਰ ਏਰੀਆ 70-75% ਹੈ। ਮੈਂ ਓਵਰਆਲ ਪਿਲਫਰੇਜ ਤੇ ਟਰਾਂਸਮਿਸ਼ਨ ਲਾਸ ਤੇ ਵੇਸਟੇਜ ਇਕੱਠਾ ਆંકੜਾ ਲਾ ਰਿਹਾ। ਐਂਡ ਸਾਡੀ ਕੋਸ਼ਿਸ਼ ਇਹ ਸੀ ਕਿ ਅਸੀਂ ਗ੍ਰਿਡ 'ਚ ਸਭ ਨੂੰ ਲੈ ਆਈਏ। ਬਿਜਲੀ ਇੰਨੀਆਂ ਯੂਨਿਟਾਂ ਫ੍ਰੀ ਦੇਣ ਦਾ ਮਤਲਬ ਹੀ ਇਹ ਸੀ ਕਿ ਮੈਕਸਿਮਮ ਲੋਕ ਗ੍ਰਿਡ ਦੇ ਵਿੱਚ ਆ ਜਾਣ। ਜਦੋਂ ਗ੍ਰਿਡ ਦੇ ਵਿੱਚ ਆਣਗੇ ਤਾਂ ਅਕਾਊਂਟੇਬਿਲਟੀ ਹੋਏਗੀ। ਜਦੋਂ ਅਕਾਊਂਟੇਬਿਲਟੀ ਹੋਏਗੀ, ਚੋਰੀ ਤੇ ਵੇਸਟੇਜ ਘਟੇਗੀ। ਸਾਡੀ ਇਹ ਮਨਸ਼ਾ ਕਿ ਅਸੀਂ ਜਿਹੜਾ ਆਪਣਾ ਗ੍ਰਿਡ ਆ ਉਹਨੂੰ ਬਿਹਤਰ ਕਰੀਏ। ਐਂਡ ਇੱਕ ਗੱਲ ਛੋਟਾ ਜਿਹਾ ਮੈਂ ਜ਼ਰੂਰ ਐਡ ਕਰਨੀ ਚਾਹੂੰਗਾ ਕਿ ਪਲੀਜ਼ ਅਸੀਂ ਓਪਨ ਟੂ ਕ੍ਰਿਟਿਸਿਜ਼ਮ ਆ। ਜਿੱਥੇ ਕੋਈ ਕਮੀ ਤਰੁੱਟੀ ਹੈ ਦੱਸੋ। ਹਾਂ, ਜੇ ਕੋਈ ਕਿਸੇ ਗਰੀਬ ਨੇ ਜਿਹਦੇ ਕੋਲ 5000 ਵੀ ਨਹੀਂ ਬਚਦੇ ਸੀ, ਉਹਨੂੰ 30-40 ਬਚਣ ਲੱਗ ਗਏ, ਉਹਦੇ ਪੁੱਤ ਨੇ 2 ਜੈਕਟਾਂ ਲੈ ਲਈਆਂ, ਉਹਨੂੰ ਆਪਾਂ ਲਾਈਫ ਸਟਾਈਲ ਨਾ ਕਹੀਏ, ਉਹਨੂੰ ਇਹ ਨਾ ਕਹੀਏ ਕਿ ਲਾਈਫ ਸਟਾਈਲ ਬਹੁਤ ਵਧੀਆ ਹੋ ਗਿਆ। ਅਸੀਂ ਚਲੋ ਇਸ ਮੁੱਦੇ ਤੇ ਭੁੱਲਰ ਸਾਹਿਬ ਦੀ ਕੋਈ ਪ੍ਰਤੀਕਿਰਿਆ ਨਹੀਂ, ਉਹ ਕੁਝ ਕਹਿਣੀ ਚਾਹੁੰਦੇ ਆ। ਭੁੱਲਰ ਸਾਹਿਬ। ਹਾਂਜੀ ਭੁੱਲਰ ਸਾਹਿਬ ਕਾਫੀ ਦੇਰ ਤੋਂ ਬੋਲਣਾ ਚਾਹ ਰਹੇ ਸੀ। ਹਾਂਜੀ ਕੀ ਕਹਿ ਰਹੇ ਹੋ ਜੋਸ਼ੀ ਜੀ, ਤੁਸੀਂ ਰੱਖ ਲਓ ਗੱਲ। ਮੈਂ ਬਾਬ ਸਾਹਿਬ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਵੀ 2 ਜੈਕਟਾਂ ਲੈ ਲਓ, ਕੋਈ ਗੱਲ ਨਹੀਂ, ਪਰ ਆਡੀਆਂ, ਫੋਰਚੂਨਰਾਂ, ਠੀਕ ਹੈ ਜੀ, ਜਿਹਦਾ ਤੇ ਸਰਕਾਰ ਦੀ ਗਵਰਨਮੈਂਟ ਆਫ ਪੰਜਾਬ ਦਾ ਨਾਂ ਤੱਕ ਨਹੀਂ ਲੱਗਦਾ, ਔਰ ਪਲਾਟ, ਕੋਠੀਆਂ, ਮੈਂ ਤਾਂ ਕਹਿੰਦਾ ਵਿਜੀਲੈਂਸ ਇਨਕੁਆਇਰੀ ਕਰਾਓ। ਮੈਂ ਬੇਨਤੀ ਕਰਨ ਡਿਆ ਵਾ, ਸਾਰਿਆਂ ਨੂੰ ਕਰਾਓ। ਦੇਖੋ ਜੀ, ਅਸੀਂ ਨਹੀਂ ਛੱਡਦੇ, ਸਾਡੀ ਵਿਜੀਲੈਂਸ ਹੀ ਫੜਦੀ ਹੈ ਜੋਸ਼ੀ ਜੀ, ਸਾਡੀ ਵਿਜੀਲੈਂਸ ਹੀ ਫੜਦੀ ਹੈ। ਅਸੀਂ ਤਾਂ ਮੈਨੂੰ ਪਤਾ ਕਿ ਐਮਐਲਏ ਬੜੇ ਬਾਹਰ ਨਹੀਂ ਕੱਢੇ, ਤੁਸੀਂ ਪਾਰਟੀ ਚੋਂ ਬਾਹਰ ਨਹੀਂ ਕੱਢੇ। ਸਾਡੀ ਪੀਟੀਆਰ ਛੋਟਾ ਪੱਕਾ ਹੀ ਹੈ, ਇਹ ਵਾਦਾ ਹੈ। ਚਲੋ ਠੀਕ ਹੈ, ਠੀਕ ਹੈ। ਹਾਂਜੀ ਇੱਕ ਛੋਟਾ ਜਿਹਾ ਸਵਾਲ ਬਾਬ ਜੀ ਨੂੰ ਕਰਨਾ। ਅਸੀਂ ਇਹ ਬਾਬ ਜੀ ਤੁਹਾਡੀ ਪਾਰਟੀ 92 ਐਮਐਲਏ ਦੀ ਮੰਨੀ ਹੈ ਕਿ 99 ਐਮਐਲਏ ਦੀ ਮੰਨੀ ਹੈ? ਸਾਡੀ 92 ਦੀ ਹੈ ਜੀ, 92 ਦੀ ਹੈ। ਜਿਹੜੇ ਫੜੇ ਗਏ ਹੈ ਤਾਂ ਉਹ ਵੀ ਦੀ ਮੰਨੀ ਹੈ। ਅੰਦਰ ਫੜ ਕੇ ਨੰਬਰ ਨੂੰ ਕਹਿੰਦੇ ਭ੍ਰਿਸ਼ਟਾਚਾਰੀ ਹੋ ਗਏ ਨੇ, ਪਾਰਟੀ 'ਚ ਰੱਖੇ ਨੇ ਨਹੀਂ ਰੱਖੇ। ਜਿਹੜੇ ਫੜ ਕੇ ਅੰਦਰ ਦੇਤੇ ਲੋਕਾਂ ਦੇ ਨੁਮਾਇੰਦੇ ਤਾਂ ਰਹਿਣਗੇ ਨਾ ਜੀ। ਜਿਹੜੇ ਫੜ ਕੇ ਅੰਦਰ ਦੇਤੇ ਉਹ 400 ਲੋਕਾਂ ਦੇ ਨੁਮਾਇੰਦਾ ਦੇਣਗੇ। ਅਸੀਂ ਤਾਂ ਲੋਕਾਂ ਮੂਹਰੇ ਉਦਾਹਰਨ ਬਣਾਉਂਦੇ ਹਾਂ। ਉਹ ਲੋਕਾਂ ਦੇ ਨਹੀਂ ਹੈ ਜੀ, ਹੁਣ ਉਹ ਭ੍ਰਿਸ਼ਟਾਚਾਰ ਦੇ ਨੁਮਾਇੰਦੇ ਨੇ, ਉਹ ਭ੍ਰਿਸ਼ਟਾਚਾਰੀਆਂ ਦੇ ਨੁਮਾਇੰਦੇ ਨੇ। ਅਸੀਂ ਤੁਹਾਨੂੰ ਉਹ ਸਰ ਕਦੇ ਸੋਚਿਆ ਸੀਗਾ ਕਿ ਰੂਲਿੰਗ ਪਾਰਟੀ ਦੇ ਐਮਐਲਏ ਨੂੰ, ਮੰਤਰੀ ਨੂੰ ਕੋਈ ਹੱਥ ਵੀ ਪਾ ਲੂਗਾ ਜੋਸ਼ੀ ਜੀ? ਇਹ ਤਾਂ ਸੋਚਿਆ ਵੀ ਨਹੀਂ ਸੀ ਕਿਸੇ ਨੇ। ਚਲੋ ਘੱਟੋ ਘੱਟ ਸ਼ੁਰੂਆਤ ਤਾਂ ਹੋਈ। ਤੁਸੀਂ ਕਹਿੰਦੇ ਸੀ ਚੁੱਕ ਕੇ ਬਾਹਰ ਕੱਢ ਦਾਂਗੇ, ਦੇਖ ਲਿਓ, ਕੈਂਸਲ ਕਰੋ, ਦੁਬਾਰਾ ਇਲੈਕਸ਼ਨ ਕਰਾਓ, ਉੱਥੇ ਨਵੇਂ ਬੰਦੇ ਲੈ ਕੇ ਆਓ, ਨੁਮਾਇੰਦੇ ਲੈ ਕੇ ਆਓ। ਇਹ ਤੇ ਭ੍ਰਿਸ਼ਟਾਚਾਰੀ ਦੇ ਨੁਮਾਇੰਦੇ ਬਣ ਗਏ ਨਾ, ਆਮ ਲੋਕਾਂ ਦੇ ਨੁਮਾਇੰਦੇ ਨਹੀਂ ਹੈਗੇ ਜੀ ਇਹ। ਜੋਸ਼ੀ ਜੀ ਕਹਿਣਾ ਬਹੁਤ ਸੌਖਾ ਹੁੰਦਾ ਹੈ। ਦੇਖੋ ਅਸੀਂ ਚਲੋ ਨਹੀਂ ਕਰੋ ਨਾ, ਤੁਸੀਂ ਕਹਿੰਦੇ ਸੀਗੇ ਵੀ ਅਸੀਂ 24 ਘੰਟੇ ਚ ਕਰਦੇ ਕਰੋ ਨਾ। ਲੋਕਾਂ ਨੇ ਤੁਹਾਨੂੰ ਗਰੇਵਾਲ ਜੀ ਮੇਰੀ ਗੱਲ ਸੁਣੋ, ਲੋਕਾਂ ਨੇ ਤੁਹਾਨੂੰ ਵੋਟ ਪਾਈ ਸੀ ਵੀ ਤੁਸੀਂ ਕਿਹਾ ਸੀ 24 ਘੰਟੇ ਚ ਕੰਮ ਹੋਣੇ ਸ਼ੁਰੂ ਹੋਣਗੇ।
ਇਦਾਂ ਨਾ ਕਹੋ। ਹਾਂ ਤੇ ਹੋਰ ਪੁਰਾਣੀਆਂ ਰਿਕਾਰਡਿੰਗਾਂ ਤਾਂ ਕੰਮ ਹੋ ਰਹੇ ਆ। ਸਰਕਾਰ ਜੋ ਕੇਜਰੀਵਾਲ ਸਾਹਿਬ ਕਹਿੰਦੇ ਸੀਗੇ, ਹੁਣ ਤੁਸੀਂ ਮੈਂ ਤਾਂ ਹੀ ਕਹਿੰਦਾ ਕਿ 92 ਐਮਐਲਏ ਦੀ ਪਾਰਟੀ ਕਹੀ ਕਿ 99 ਵਾਲੀ ਕਹੀਏ, ਉਹ ਲੋਕਾਂ ਦੇ ਨੁਮਾਇੰਦੇ ਨਹੀਂ, ਉਹ ਭ੍ਰਿਸ਼ਟਾਚਾਰ ਦੇ ਨੁਮਾਇੰਦੇ ਨੇ। ਜਿਹੜੇ ਵੱਡੇ ਅਸੀਂ ਉਹਨਾਂ ਨੂੰ ਇਹ ਥੋੜੀ ਕਹਿ ਰਹੇ ਕਿ ਸਾਡੇ ਨਹੀਂ ਹੈਗੇ, ਅਸੀਂ ਕਹਿ ਰਹੇ ਕਿ ਉਹਨਾਂ ਨੂੰ ਭੁਗਤਣਗੇ, ਪਾਰਟੀ ਚੋਂ ਬਾਹਰ ਕੱਢੋ, ਅਸਤੀਫੇ ਲਓ, ਨਵੀਂ ਇਲੈਕਸ਼ਨ ਕਰਾਓ। ਸਰ ਜੀ ਜੇ ਬੰਦੇ ਲੈ ਕੇ ਆਓ ਪਾਰਟੀ ਦੀ ਚਿੰਤਾ ਪਈ ਤਾਂ ਜੇਲ੍ਹ 'ਚ ਫੜ ਕੇ ਦਿੱਤੇ ਜੋਸ਼ੀ ਜੀ, ਰੂਲਿੰਗ ਪਾਰਟੀ ਦੀ ਜੇਲ੍ਹ 'ਚ ਦਿੱਤੇ ਬੰਦੇ। ਸਟੇਟਮੈਂਟ ਦਿਓ ਨਾ, ਸਾਨੂੰ ਨਾ ਕਹੋ, ਤੁਸੀਂ ਉਹ ਕਹੋ ਜੋ ਤੁਸੀਂ ਲੋਕਾਂ ਨੇ ਸਟੇਟਮੈਂਟ ਦਿੱਤੀ ਸੀ ਆਮ ਆਦਮੀ ਪਾਰਟੀ ਨੇ, ਸਰਕਾਰਯੋਗ ਅਰਵਿੰਦ ਕੇਜਰੀਵਾਲ ਜੀ ਨੇ, ਅਸੀਂ ਉਸ ਸਟੇਟਮੈਂਟ ਨੂੰ ਤੁਹਾਨੂੰ ਯਾਦ ਕਰਾ ਰਹੇ ਹਾਂ। ਆਈਏ ਤਾਂ ਮੈਂ ਕਿਹਾ ਵੀ ਅਸੀਂ ਇਹਨੂੰ 99 ਦਾ ਕਹੀਏ ਕਰਕੇ 92 ਐਮਐਲਏ ਦੀ ਕਹੀਏ। ਸਰ ਜੀ ਮੈਂ ਅਸੀਂ ਤਾਂ ਤੁਹਾਡੀ ਸਟੇਟਮੈਂਟ ਯਾਦ ਕਰਾ ਰਹੇ ਹਾਂ। ਚਲੋ ਮੈਂ ਕਹਿੰਦਾ ਵੀ ਆਪਾਂ ਮੁੱਦੇ ਤੋਂ ਨਾ ਭਟਕੀਏ, ਗੱਲ ਇਹ ਆ ਵੀ ਗੱਲ ਦੂਜੇ ਪਾਸੇ ਨਾ ਜਾਈਏ। ਫਿਰ ਜੇ ਮੈਂ ਕੋਈ ਜੱਸੀ ਸਾਹਿਬ ਇੱਥੇ ਕੋਈ ਐਗਜ਼ਾਮਪਲ ਦੇਤੀ, ਫਿਰ ਗੱਲ ਫੇਰ ਮੈਨੂੰ ਕਿਸੇ ਨੇ ਮਿਹਣਾ ਮਾਰ ਦੇਣਾ। ਹਲੇ ਕੱਲ ਪਰਸੋਂ ਮਾਰ ਕੇ ਆਇਆ, ਕਹਿੰਦੇ ਤੂੰ ਤਾਂ ਸਰਕਾਰ ਦੀ ਬੋਲੀ ਜਾਂਦਾ, ਤੇ ਉਹ ਆਪ ਵੀ ਕਿਸੇ ਸਰਕਾਰ ਦਾ ਹਿੱਸਾ ਸੀ, ਜਦੋਂ ਕਿ ਉਹਨਾਂ ਦੀ ਵੀ ਸਰਕਾਰ ਹੈ ਮੁਲਕ 'ਚ। ਉਹ ਮੈਨੂੰ ਕਹੇਗੇ ਭਾਈ ਤੁਸੀਂ ਇਹਨਾਂ ਦੀ ਬੋਲੀ ਜਾਂਦੇ ਹੋ। ਐਗਜ਼ਾਮਪਲ ਤਾਂ ਫਿਰ ਲਖੀਮਪੁਰ ਖੀਰੀ ਵਾਲੀ ਵੀ ਜੇ ਕੱਢ ਕੇ ਰੱਖ ਲਈ, ਜਾਂ ਹੋਰ ਜਿਹੜੇ ਬੰਦਿਆਂ ਦੇ ਉੱਤੇ ਕੇਸ ਚੱਲਦੇ ਆ, ਫਿਰ ਉੱਥੇ ਜਦੋਂ ਮੈਂ ਪੁੱਛਣ ਬਹਿ ਗਿਆ ਵੀ ਇਹ ਕਿੰਨੇ ਲੋਕ ਸਭਾ ਐਮਪੀ ਵਾਲੇ ਦੀ ਮੰਨੀ ਹੈ, ਉਹ ਆਪਾਂ ਉਸ ਗੱਲ 'ਚ ਨਾ ਪਈਏ। ਉਹਦਾ ਆਪਾਂ ਮੈਂ ਕਹਿੰਦਾ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਲੋ ਸਕਰੀਨ ਤੇ ਆਪਾਂ 99-92 ਤੇ ਡਿਬੇਟ ਰੱਖ ਲਾਂਗੇ, ਕੋਈ ਚੱਕਰ ਨਹੀਂ ਹੈਗਾ। ਆਪਾਂ ਇਹ ਤੇ ਮੈਂ ਤੁਹਾਡੇ ਇਸ ਇਸ਼ੂ ਤੇ ਆਪਾਂ ਡਿਬੇਟ ਰੱਖ ਲਾਂਗੇ, ਪਰ ਆਪਾਂ ਅੱਜ ਦੇਖੋ ਨਵਜੋਤ ਜੀ, ਲੈਟ ਮੀ ਸਪੀਕ। ਗੱਲ ਮੈਂ ਤੇ ਉਹ ਸਟੇਟਮੈਂਟਸ ਯਾਦ ਕਰਾ ਰਿਹਾ ਜਿਨ੍ਹਾਂ ਤੇ ਯਕੀਨ ਕਰਕੇ ਲੋਕਾਂ ਨੇ ਐਡਾ ਵੱਡਾ ਮੈਂਡੇਟ ਦਿੱਤਾ ਵੀ ਦੂਜੇ ਸਾਰੇ ਕਰਪਟ ਨੇ, ਅਸੀਂ ਬਿਲਕੁਲ ਠੀਕ ਆ, ਅਸੀਂ ਆ ਕਰ ਦਾਂਗੇ। ਮੈਂ ਕਿਹਾ ਬਿਲਕੁਲ ਠੀਕ ਆ, ਲੋਕਾਂ ਨੇ ਉਸ ਗੱਲ ਤੇ ਫੁੱਲ ਚੜਾਏ, ਇਹ ਮੰਨਦੇ ਹੋ, ਸਾਰੇ ਮੰਨਦੇ ਹੋ। ਹੁਣ ਜਦੋਂ ਉਹਦੇ ਵਿੱਚੋਂ 3 ਕਰਪਟ ਨਿਕਲ ਆਏ ਨੇ, ਕੀ ਆਮ ਆਦਮੀ ਪਾਰਟੀ ਦਾ ਅੰਦਰ ਕੀ ਦਿੱਤੇ ਕੀ ਫਰਜ਼ ਨਹੀਂ ਬਣਦਾ? ਉਹਨਾਂ ਨੂੰ ਬਾਹਰ ਕੱਢਿਆ ਜਾਵੇ, ਉਹਨਾਂ ਤੋਂ ਅਸਤੀਫਾ ਦਵਾਇਆ ਜਾਵੇ, ਉਹਨਾਂ ਦੇ ਚਲੋ ਉਹ ਜੋਸ਼ੀ ਸਾਹਿਬ ਗੱਲ ਇਹ ਹੈ ਵੀ ਲੋਕ ਬਹੁਤ ਸਿਆਣੇ ਹੋ ਗਏ। ਲੋਕ ਤਾਂ ਖੈਰ ਪਹਿਲਾਂ ਵੀ ਸਿਆਣੇ ਸੀਗੇ, ਦਾਈਆਂ ਤੋਂ ਕਦੇ ਢਿੱਡ ਨਹੀਂ ਲੁਕੇ। ਉਹ ਲੱਗ ਜੂ ਪਤਾ, ਉਹ ਮੈਂ ਕਹਿੰਦਾ ਲੱਗ ਜੂ ਪਤਾ। ਮੇਰੀ ਗੱਲ ਸੁਣਦੇ, ਵੋਟਾਂ ਪਈਆਂ ਨੇ ਉਹਨਾਂ ਵਾਅਦਿਆਂ ਦੇ ਆਧਾਰ ਤੇ। ਮੈਂ ਸੁਖਦੇਵ ਜੀ ਨੂੰ ਇੰਨੀ ਗੱਲ ਉਹ ਜੋਸ਼ੀ ਜੀ ਇੱਥੇ PhD ਕਰ ਲਾਂਗੇ ਫਿਰ ਤੇ ਉਸ ਗੱਲ ਦੇ ਗਵਾਹ ਜੇ ਇਹਨਾਂ ਨੂੰ ਜਿਹੜੀਆਂ ਵੋਟਾਂ ਪਈਆਂ ਕਿਸ ਆਧਾਰ ਤੇ ਪਈਆਂ ਇਹਨਾਂ ਨੂੰ ਪ੍ਰੋਬਲਮ ਹੋ ਰਹੀ ਹੈ। ਚਲੋ ਠੀਕ ਹੈ, ਅੱਜ ਜਿਸ ਵਿਸ਼ੇ ਤੇ ਚਰਚਾ ਮੁਨੱਕਦ ਕੀਤੀ ਸੀ ਉਹਦੇ ਉੱਤੇ ਆਪਾਂ ਕਾਫੀ ਗੱਲਬਾਤ ਕੀਤੀ ਹੈ, ਤੇ ਤੁਸੀਂ ਚੱਲ ਕੇ ਆਏ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਸੋ ਗੱਲ ਖਜ਼ਾਨੇ ਨੂੰ ਖੂੰਜੇ ਲਾਉਣ ਵਾਲਿਆਂ ਦੀ ਹੋ ਰਹੀ ਸੀ, ਖਜ਼ਾਨੇ ਨੂੰ ਚੂਨਾ ਲਾਉਣ ਵਾਲਿਆਂ ਦੀ ਸੀ, ਗੱਲ ਖਜ਼ਾਨੇ ਨੂੰ ਰਗੜਾ ਲਾਉਣ ਵਾਲਿਆਂ ਦੀ ਹੈ। ਇੱਕ ਇਹੋ ਜਿਹੇ ਗਰੀਬ ਹੈ ਜਿਨ੍ਹਾਂ ਦੇ ਘਰੇ AC ਵੀ ਚੱਲਦੇ ਆ, ਹੀਟਰ ਵੀ ਚੱਲਦੇ ਆ, ਕੂਲਰ ਵੀ ਚੱਲਦੇ ਆ, ਗੱਡੀਆਂ ਕਾਰਾਂ ਮੋਟਰਾਂ ਵੀ ਚੱਲਦੀਆਂ ਨੇ, ਪਰ ਉਹ ਦਾਣੇ ਮੁਫਤ ਵਾਲੇ ਡੀਪੂ ਤੇ ਲੈਣ ਜਾਂਦੇ ਆ। ਜਿਨ੍ਹਾਂ ਦੇ ਕੋਲ ਟਰੈਕਟਰ ਵੀ ਹੈ, ਖੇਤੀਬਾੜੀ ਦੇ ਸਾਰੇ ਤਰ੍ਹਾਂ ਦੇ ਸੰਦ ਹੈ, ਹੋਰ ਜ਼ਿੰਦਗੀ ਦੀਆਂ तमाम ਸੁੱਖ ਸਹੂਲਤਾਂ ਨੇ। ਐਪਲ ਦੇ ਫੋਨ ਦੇ ਉੱਤੇ ਸੱਦਾ ਲਾਇਆ ਜਾਂਦਾ ਹੈ ਕਿ ਅਸੀਂ ਕਣਕ ਲੈ ਕੇ ਆ ਰਹੇ ਹਾਂ, ਸਾਡੇ ਇੰਨੇ ਥੈਲੇ ਤਿਆਰ ਰੱਖੀ। ਇਹ ਕਿਹੋ ਜਿਹੇ ਗਰੀਬ ਨੇ ਜਿਹੜੇ ਖਜ਼ਾਨੇ ਨੂੰ ਇਸ ਤਰੀਕੇ ਦੇ ਨਾਲ ਰਗੜਾ ਲਾ ਰਹੇ ਆ। ਫਿਰ ਸਵਾਲ ਇੱਥੇ ਪੈਦਾ ਹੁੰਦਾ ਹੈ, ਜੇ ਇਹ ਲੋਕ ਮੁਫਤ ਦਾ ਰਾਸ਼ਨ ਲੈ ਰਹੇ ਆ ਤੇ ਜਿਨ੍ਹਾਂ ਦਾ ਹੱਕ ਸੀ, ਕੀ ਉਹ ਹੱਕ ਤੋਂ ਫੇਰ ਵਾਂਝੇ ਰਹਿ ਗਏ? ਇਹ ਸਵਾਲ ਤੁਹਾਡੇ ਉੱਤੇ ਛੱਡਿਆ। ਚਰਚਾ ਦੇ ਵਿੱਚ ਅੱਜ ਦੇ ਲਈ ਇੰਨਾ ਹੀ। ਨਵਜੋਤ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।